भगवान श्री राम का जन्म कदों हुंदा है? हाँ जी, ਜਾਂ ਉਦੋਂ ਕੀ ਸਥਿਤੀ ਸੀ ਕਿ ਵਾਕਈ ਉਦੋਂ ਇੰਨੇ ਰਾਜੇ ਸੀ ਇਸ ਖਿੱਤੇ 'ਚ? ਰਾਮਚੰਦਰ ਦਾ ਜਨਮ ਲਗਭਗ 2 ਕਰੋੜ ਸਾਲ ਪਹਿਲਾਂ ਹੋਇਆ। ਰਾਵਣ ਦਾ ਲੰਕਾ ਦੇ ਹਿਸਟਰੀ 'ਚ ਜ਼ਿਕਰ ਨਹੀਂ ਆਉਂਦਾ। ਲੰਕਾ ਦੀ ਹਿਸਟਰੀ ਸ਼ੁਰੂ ਹੁੰਦੀ ਆ 300 BC ਤੋਂ, ਜਦੋਂ ਇੰਡੀਆ ਦੇ ਇੱਥੋਂ ਦੇ ਲੋਕਾਂ ਨੇ, ਰਾਜਿਆਂ ਨੇ, ਕੋਈ ਇੱਥੋਂ ਦੇ ਲੋਕਾਂ ਨੇ ਜਾ ਕੇ ਉੱਥੇ ਰਾਜ ਕਾਇਮ ਕੀਤਾ। ਜਦੋਂ ਆਪਾਂ ਇਹਨੂੰ ਯਥਾਰਥ ਨਾਲ ਜੋੜ ਕੇ ਵੇਖਦੇ ਹਾਂ ਤਾਂ ਉਦੋਂ ਇਹ ਗੱਲਾਂ ਖਰੀਆਂ ਪੂਰੀਆਂ ਨਹੀਂ ਉਤਰਦੀਆਂ। ਲੱਗਦਾ ਹੈ ਕਿ ਗੱਲਾਂ ਨੂੰ ਹਜ਼ਾਰਾਂ ਗੁਣਾ ਵਧਾ ਕੇ ਲਿਖਿਆ ਗਿਆ ਹੈ। ਤੁਲਸੀਦਾਸ ਨੇ ਇੱਕ ਗਿਣਤੀ ਲਿਖੀ ਆ ਵੀ 1 ਲੱਖ ਤੀਬਾਨ ਜਿਹੜੇ ਆ ਰਾਮਚੰਦਰ ਨੇ ਆਪਣੇ ਦੁਸ਼ਮਣਾਂ ਦੇ ਉੱਤੇ ਛੱਡੇ। ਜਦੋਂ ਰਾਜ ਤਿਲਕ ਹੁੰਦਾ ਤਾਂ ਸਟੋਰੀ ਉੱਥੇ ਖਤਮ ਹੋ ਜਾਂਦੀ ਆ। ਉਸ ਤੋਂ ਬਾਅਦ ਰਮਾਇਣ ਨਹੀਂ ਚੱਲਦੀ। ਰਾਮਚੰਦਰ ਦੇ ਰਾਜ ਕਿੱਦਾਂ ਦਾ ਕੀਤਾ ਕੁਝ ਨਹੀਂ ਹੈਗਾ। ਸਾਡੇ ਸਮਾਜ ਦੀ ਮਾਨਸਿਕਤਾ ਨੂੰ ਗੁਲਾਮ ਬਣਾਉਣ ਵਾਲਾ ਹੀ ਕਿਹੜੀ ਫਿਲਾਸਫੀ ਸੀ? ਸਾਡੀ ਫਿਲਾਸਫੀ 'ਚ ਕਸਰ ਕੀ ਸੀ ਜਿਹਦੇ ਕਰਕੇ ਸਾਡੇ ਸਾਰੇ ਸਮਾਜ ਦੀ ਮਾਨਸਿਕਤਾ ਗੁਲਾਮ ਹੋ ਗਈ? ਰਾਮਚੰਦਰ ਹੋਏ ਜਾਂ ਨਹੀਂ ਹੋਏ, ਕਿਸੇ ਵੀ ਰਮਾਇਣ ਤੋਂ ਇਹ ਪ੍ਰੂਵ ਨਹੀਂ ਹੁੰਦਾ ਕਿ ਉਹ ਹੋਏ, ਤੇ ਇਹ ਵੀ ਪ੍ਰੂਵ ਨਹੀਂ ਹੁੰਦਾ ਕਿ ਨਹੀਂ ਹੋਏ। ਘੱਟੋ ਘੱਟ 5 ਸ਼ਾਸਤਰੀਆਂ ਨਾਲ ਡਿਸਕਸ਼ਨ ਕੀਤੀ ਇਹਦੇ ਤੇ, ਕਰਮਕਾਂਡ ਕਰਨ ਵਾਲੇ ਬ੍ਰਾਹਮਣਾਂ ਨਾਲ ਵੀ ਕੀਤੀ, ਤੇ ਉਹ ਹੈਰਾਨ ਮੈਨੂੰ ਉਦੋਂ ਹੋਣਾ ਪਿਆ ਜਦੋਂ ਵੇਖਿਆ ਉਹਨਾਂ ਨੇ ਰਮਾਇਣ ਪੜ੍ਹੀ ਨਹੀਂ। ਤੁਹਾਨੂੰ ਪਤਾ ਵੀ ਬਾਅਦ ਚ ਮਿਲਾਇਆ ਗਿਆ, ਇਹ ਗਲਤ ਆ। ਫਿਰ ਪਾਠ ਹਿੱਸੇ ਦਾ ਹੋ ਰਿਹਾ ਹੈ ਸਕੂਲਾਂ ਕਾਲਜਾਂ 'ਚ, ਤੁਸੀਂ ਇਹੋ ਹੀ ਪੜ੍ਹਾ ਰਹੇ ਹੋ, ਤਾਂ ਤੁਸੀਂ ਉਹਨੂੰ ਸੋਧਦੇ ਕਿਉਂ ਨਹੀਂ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਹ ਗਲਤ ਆ ਜੀ, ਹਟਾਇਆ ਜਾਵੇ? ਕਹਿੰਦੇ ਜੀ ਇਹ ਸਾਡੇ ਵੱਸ ਦਾ ਰੋਗ ਨਹੀਂ ਹੈ। ਮੁਸਲਮਾਨਾਂ ਦੇ ਨਾਲ ਗੁਲਾਮੀ ਨਹੀਂ ਆਈ, ਗੁਲਾਮੀ ਸਾਡੇ ਕੋਲ ਪਹਿਲਾਂ ਹੀ ਸੀ ਜੀ। ਉਹ ਤਾਂ ਹਮਲਾਵਰ ਹੋ ਕੇ ਆਏ ਤੇ ਅਸੀਂ ਲੜ ਭਿੜ ਰਹੇ ਸੀ, ਤੇ ਉਹ ਚੁੱਪ ਕਰਕੇ ਕਾਬਜ ਹੋ ਗਏ। ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਅਕਾਲ ਚੈਨਲ ਦੇ ਨਾਲ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਉੱਘੇ ਲੇਖਕ, ਤਰਕਸ਼ੀਲ ਆਗੂ, ਕੈਨੇਡੀਅਨ ਸਿਟੀਜ਼ਨ ਨੇ। ਸਮਾਜ ਸੇਵਾ ਦੇ ਖੇਤਰ ਦੇ ਵਿੱਚ, ਸਫਾਈ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਪੁਰਾਣੇ ਪੱਤਰਕਾਰ ਵੀ ਨੇ। ਮੇਰੀ ਮੁਰਾਦ ਸਰਬਜੀਤ ਓਖਲਾ ਸਾਹਿਬ, ਸਵਾਗਤ ਤੁਹਾਡਾ। ਟਿਵਾਣਾ ਸਾਹਿਬ, ਮਿਹਰਬਾਨੀ। ਧੰਨਵਾਦ ਤੁਹਾਡਾ। ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮਿਹਰਬਾਨੀ। ਓਖਲਾ ਸਾਹਿਬ ਦੀਆਂ 6-7 ਕਿਤਾਬਾਂ ਵੱਖ-ਵੱਖ ਵਿਸ਼ਿਆਂ ਤੇ ਪਹਿਲਾਂ ਵੀ ਆਈਆਂ ਨੇ, ਤੇ ਹੁਣ ਇਹਨਾਂ ਕੋਲ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਸ ਤੇ ਕੰਮ ਕਰ ਰਹੇ ਨੇ। ਪੰਜਾਬ ਦੇ ਨਾਲ ਤਾਲੁਕ ਇਹਨਾਂ ਦਾ ਪਟਿਆਲਾ ਨਾਲ ਹੈ, ਪਰ ਫਿਰ ਵੀ ਦੇਵ ਭੂਮੀ ਕਹੇ ਜਾਂਦੇ ਹਿਮਾਚਲ ਦੇ ਵਿੱਚ ਇਕਾਂਤਵਾਸ ਦੇ ਵਿੱਚ ਰਹਿ ਕੇ ਪਿਛਲੇ 1.5-2 ਸਾਲਾਂ ਤੋਂ ਇਹਨੂੰ ਪੈਨ ਡਾਊਨ ਕਰ ਰਹੇ ਨੇ, ਲਿਖ ਰਹੇ ਨੇ। ਵਿਗਿਆਨ ਦੇ ਆਧਾਰ ਤੇ ਰਮਾਇਣ ਕੀ ਹੈ, ਧਾਰਮਿਕ ਗ੍ਰੰਥ ਕੀ ਨੇ, ਜਾਂ ਉਹਨਾਂ ਦੇ ਵਿੱਚ ਕੀ ਜੀਓਗ੍ਰਾਫੀਕਲ ਸਥਿਤੀ ਹੈ, ਕਿਉਂਕਿ ਬਹੁਤ ਸਾਰੇ ਮਸਲੇ ਨੇ। ਅੱਜ ਜੇ ਰਾਮ ਸੇਤੂ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਕੇਸ ਸੁਪਰੀਮ ਕੋਰਟ ਦੇ ਵਿੱਚ ਹੈ ਕਿ ਰਾਮ ਸੇਤੂ, ਜਿਸ ਦੇ ਬਾਰੇ ਕਿਹਾ ਜਾਂਦਾ ਕਿ ਸ਼੍ਰੀਲੰਕਾ ਨੂੰ ਫਤਿਹ ਕਰਨ ਦੇ ਵਕਤ ਸ਼੍ਰੀ ਰਾਮ ਨੇ ਬਣਾਇਆ ਸੀ, ਉਹ ਪਹਿਲਾਂ ਐਡਮ ਪੁਲ ਵੀ ਸੀਗਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰੌਚਕ ਜਾਣਕਾਰੀਆਂ ਤੇ ਇਹ ਖੋਜ ਭਰਪੂਰ ਕੰਮ ਕਰ ਰਹੇ ਨੇ। ਓਖਲਾ ਸਾਹਿਬ, ਹੁਣ ਤੱਕ ਕਿਹੜੀਆਂ ਕਿਤਾਬਾਂ ਤੁਸੀਂ ਲਿਖ ਚੁੱਕੇ ਹੋ ਇਸ ਪ੍ਰੋਜੈਕਟ ਤੋਂ ਪਹਿਲਾਂ? ਜੀ ਟਿਵਾਣਾ ਸਾਹਿਬ, ਇਸ ਪ੍ਰੋਜੈਕਟ ਤੇ ਮੈਂ ਜਿਹੜਾ ਪ੍ਰੋਜੈਕਟ ਆ ਉਹਦਾ ਨਾਂ ਹੈਗਾ ਮਹਾਨ ਭਾਰਤ ਗੁਲਾਮ ਭਾਰਤ ਜੀ, ਜਿਹਦਾ ਉਦੇਸ਼ ਇਹ ਲੱਭਣਾ ਹੈ ਕਿ ਭਾਰਤ ਵਾਰ-ਵਾਰ ਗੁਲਾਮ ਕਿਉਂ ਹੋਇਆ, ਤੇ ਕਿਸੇ ਵੀ ਦੇਸ਼ ਨੂੰ, ਕਿਸੇ ਵੀ ਸਮਾਜ ਨੂੰ ਉੱਥੋਂ ਦੀ ਫਿਲਾਸਫੀ ਡਿਜ਼ਾਈਨ ਕਰਦੀ ਆ। ਸਮਾਜ ਦੀ ਪਰਸਨੈਲਿਟੀ ਉਹੋ ਜਿਹੀ ਹੀ ਹੋਊਗੀ ਜਿਹੋ ਜਿਹੀ ਉੱਥੋਂ ਦੀ ਫਿਲਾਸਫੀ ਆ। ਤੇ ਜਦੋਂ ਮੈਨੂੰ ਇਹ ਲੱਭਣ ਦੀ ਕਿ ਕਿਉਂ ਗੁਲਾਮ ਹੋਇਆ, ਕਿਉਂ ਮਾਨਸਿਕਤਾ ਸਾਡੀ ਗੁਲਾਮ ਹੋ ਗਈ, ਤੇ ਸਾਨੂੰ ਫਿਲਾਸਫੀ ਜਿਹੜੀ ਉਹ ਵੇਖਣੀ ਚਾਹੀਦੀ ਹੈ ਕਿ ਸਾਡੀ ਫਿਲਾਸਫੀ 'ਚ ਕਮਜ਼ੋਰੀ ਸੀ ਜਾਂ ਇੰਪਲੀਮੈਂਟੇਸ਼ਨਸ, ਯਾਨੀ ਕਿ ਉਹਨੂੰ ਲਾਗੂ ਕਰਨ ਵਾਲਿਆਂ ਨੇ ਗਲਤ ਕਰਿਆ। ਧਰਮ ਆਪਣੇ ਆਪ 'ਚ ਬਹੁਤ ਅੱਛੀ ਚੀਜ਼ ਹੈ, ਪਰ ਧਰਮ ਨੂੰ ਪੁਜਾਰੀ ਕਈ ਵਾਰੀ ਆਪਣੇ ਮੁਤਾਬਕ ਮੋੜ ਲੈਂਦਾ। ਤੇ ਫਿਰ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਸਮਝਾਇਆ ਗਿਆ ਕਿ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਹੈ ਨਾ, ਜੇ ਨਹਾਉਣ ਨਾਲ ਰੱਬ ਮਿਲਦਾ ਤੇ ਫਿਰ ਡੱਡੂਆਂ ਮੱਛੀਆਂ ਨੂੰ ਮਿਲਦਾ। ਸੋ ਤਰਕ ਦੀ ਗੱਲ ਧਾਰਮਿਕ ਗ੍ਰੰਥਾਂ 'ਚ ਹੈਗੀ ਹੈ। ਗੀਤਾ ਵੀ ਕਹਿੰਦੀ ਹੈ ਕਿ ਕਰਮ ਕਰੋ ਫਲ ਦੀ ਆਸ ਨਾ ਰੱਖੋ, ਪਰ ਜਿਹੜਾ ਪੁਜਾਰੀ ਆ ਉਹ ਕਹਿੰਦਾ ਤੁਸੀਂ ਇੰਨੇ ਪੈਸੇ ਦਿਓ ਤੁਹਾਨੂੰ ਇਹਦਾ ਫਾਇਦਾ ਮਿਲੇਗਾ, ਤੁਸੀਂ ਮੈਨੂੰ ਜਿਹੜਾ ਹੈਗਾ ਸ਼ਰਾਧ ਖਵਾਓ ਤੁਹਾਡੇ ਬਜ਼ੁਰਗਾਂ ਨੂੰ ਮਿਲੇਗਾ। ਇਹ ਜਿਹੜਾ ਮਤਲਬ ਪੁਜਾਰੀ ਨੇ, ਵੱਖ-ਵੱਖ ਧਰਮਾਂ ਦੇ ਪੁਜਾਰੀਆਂ ਨੇ ਧਰਮ ਦੀ ਜਿਹੜੀ ਮਰਿਆਦਾ ਹੈ ਜਾਂ ਧਰਮ ਦਾ ਜਿਹੜਾ ਫਲਸਫਾ, ਫਿਲਾਸਫੀ ਹੈ, ਉਹਨੂੰ ਆਪਣੇ ਮੁਤਾਬਕ ਮੋੜ ਲਿਆ।
ਇਹ ਜਿਹੜਾ ਤੁਸੀਂ ਰਮਾਇਣ ਬੁੱਧੀ ਦੀ ਕਸੌਟੀ ਤੇ ਪ੍ਰੋਜੈਕਟ ਲਿਆਂਦਾ ਜਾਂ ਵੇਦਾਂ ਤੇ ਲਿਆਂਦਾ, ਇਸ ਤੋਂ ਪਹਿਲਾਂ ਕਿਹੜੀਆਂ ਕਿਤਾਬਾਂ ਕਿਹੜੀਆਂ ਵਿਸ਼ਿਆਂ ਤੇ ਹਾਂਜੀ, ਲਿਖੀਆਂ? ਇਸ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਸ੍ਰਿਸ਼ਟੀ ਦੀ ਉਤਪਤੀ ਵਿਗਿਆਨ ਬਨਾਮ ਭਗਵਾਨ, ਜੀ, ਕਿ ਵਿਗਿਆਨ ਕੀ ਕਹਿੰਦੀ ਹੈ, ਸ੍ਰਿਸ਼ਟੀ ਦੀ ਉਤਪਤੀ ਕਿੱਦਾਂ ਹੋਈ ਤੇ ਸਾਡੇ ਧਾਰਮਿਕ ਗ੍ਰੰਥ ਜਿਹੜੇ ਆ ਉਹਨਾਂ ਦੇ ਵਿੱਚ ਇਸ ਮਾਮਲੇ 'ਚ ਕੀ ਲਿਖਿਆ ਗਿਆ, ਕੀ ਦੱਸਿਆ ਗਿਆ। ਇਸ ਤੋਂ ਬਾਅਦ ਸੈਕੰਡਰੀ ਮੇਰੀ ਵੇਦ ਗਿਆਨ ਵਿਗਿਆਨ, ਵੀ ਵੇਦਾਂ ਦੇ ਵਿੱਚ ਕੀ ਕੁਝ ਹੈ, ਉਸ ਵੇਲੇ ਦੀ ਸਾਡੀ ਆਰੀਆ ਸੰਸਕ੍ਰਿਤੀ ਜੀ ਬਹੁਤ ਜ਼ਿਆਦਾ ਅਸੀਂ ਸਲਾਹੁੰਦੇ ਆ, ਉਹ ਕੀ ਚੀਜ਼ ਸੀ, ਅਸਲ ਵਿੱਚ ਉਹ ਕੀ ਕੁਝ ਸੀਗਾ ਜੋ ਸਾਡੇ ਕੋਲ ਪਹੁੰਚਿਆ ਹੈ, ਹੁਣ ਕੀ ਪਹੁੰਚਿਆ, ਉਦੋਂ ਕੀ ਸੀ। ਤੀਸਰਾ ਖੰਡ ਜਿਹੜਾ ਇਹਦਾ ਤੀਸਰਾ ਵੋਲੀਅਮ ਹੈ ਇਸੇ ਪ੍ਰੋਜੈਕਟ ਦਾ, ਰਮਾਇਣ ਬੁੱਧੀ ਕੀ ਕਸੌਟੀ ਪਰ। ਇਹ ਵੇਦ ਵੀ ਮੈਂ ਹਿੰਦੀ 'ਚ ਲਿਖੀ ਆ, ਵੇਦਾਂ ਵਾਲੀ ਕਿਤਾਬ ਵੀ, ਤੇ ਰਮਾਇਣ ਬੁੱਧੀ ਕੀ ਕਸੌਟੀ ਪਰ ਹਿੰਦੀ 'ਚ, ਨੈਕਸਟ ਵੀ ਹਿੰਦੀ 'ਚ ਹੀ ਆਉਣਗੀਆਂ ਪਹਿਲਾਂ। ਇਹ ਰਮਾਇਣ ਬੁੱਧੀ ਕੀ ਕਸੌਟੀ ਪਰ ਵੀ ਮੈਂ ਉਹਨੂੰ ਰਮਾਇਣ ਦੀ ਜਿਹੜੀ ਸਟੋਰੀ ਚੱਲਦੀ ਆ ਵਾਲਮੀਕ ਵੱਲੋਂ ਲਿਖੀ ਗਈ ਰਮਾਇਣ ਵੱਖ-ਵੱਖ ਪਬਲੀਕੇਸ਼ਨਸ ਦੀ ਲੈ ਕੇ 3-4 ਪਬਲੀਕੇਸ਼ਨਸ ਦੀਆਂ ਲੈ ਕੇ ਉਹਨਾਂ ਨੂੰ ਆਪਸ 'ਚ ਕੰਪੈਰੀਜ਼ਨ ਕਰਿਆ। ਫਿਰ ਉਸ ਤੋਂ ਬਾਅਦ ਮੈਂ ਉਹਨੂੰ ਵਿਗਿਆਨਕ ਨਜ਼ਰੀਏ ਤੋਂ, ਤਰਕ ਦੇ ਨਜ਼ਰੀਏ ਤੋਂ, ਯਥਾਰਥ ਦੇ ਨਜ਼ਰੀਏ ਤੋਂ ਉਹਦੇ ਨਾਲ ਕੰਪੈਰੀਟਿਵ ਸਟੱਡੀ ਕੀਤੀ। ਇਹਦੇ ਨਾਲ ਹੀ ਰਾਮਚਰਿਤ ਮਾਨਸ ਜਿਹਨੂੰ ਤੁਲਸੀ ਰਮਾਇਣ ਕਿਹਾ ਜਾਂਦਾ ਹੈ, ਉਹਦੀ ਸਟੱਡੀ ਕੀਤੀ, ਕੰਪੈਰੀਜ਼ਨ ਕੀਤਾ ਇਹਨਾਂ ਸਾਰਿਆਂ ਦਾ, ਜ਼ਿਓਲੋਜੀ, ਆਰਕੀਓਲੋਜੀ, ਹਿਸਟਰੀ, ਉਸ ਵੇਲੇ ਦੀ ਜਿਓਗ੍ਰਾਫੀ ਵਗੈਰਾ ਸਭ ਕਾਸੇ ਨਾਲ, ਸਾਇੰਸਿਸ ਦੀਆਂ ਵੀ ਡਿਫਰੈਂਟ ਜਿਹੜੀਆਂ ਬ੍ਰਾਂਚਿਸ ਨੇ। ਕਿੰਨੀਆਂ ਰਮਾਇਣ ਨੇ ਵੈਸੇ? ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਿਹੜੀਆਂ ਰਮਾਇਣ ਨੂੰ ਤੁਸੀਂ ਆਪਣਾ ਸਬਜੈਕਟ ਬਣਾਇਆ, ਉਹਨਾਂ ਤੇ ਜੋ ਸਟੱਡੀ ਕੀਤਾ ਕਿ ਉਹ ਥਾਵਾਂ ਤੇ ਨਾਵਾਂ ਤੇ ਕਰੈਕਟਰ ਕਿਹੜੇ ਸੀਗੇ, ਕੀ ਵੱਖ-ਵੱਖ ਭਿੰਨਤਾ, ਕਿਉਂਕਿ ਸੈਂਕੜਿਆਂ ਦੀ ਤਾਦਾਦ 'ਚ ਰਮਾਇਣ ਨੇ। ਰਮਾਇਣ ਇੱਕ ਹੀ ਹੈ ਪਰ ਉਹਦੀਆਂ ਸਟੋਰੀਆਂ ਡਿਫਰੈਂਟ, ਜਿਹੜੇ ਲੇਖਕ ਨੇ ਉਹਨਾਂ ਨੇ ਵੱਖ-ਵੱਖ ਲੇਖਕਾਂ ਨੇ ਲਿਖੀਆਂ ਹੈ ਜੀ। ਵਾਲਮੀਕ ਬੇਸਿਕਲੀ ਜਿਹੜੀ ਮੂਲ ਰਮਾਇਣ ਆ ਵਾਲਮੀਕ ਰਮਾਇਣ, ਸ਼੍ਰੀ ਵਾਲਮੀਕ ਭਗਵਾਨ ਦੀ ਜਿਹੜੀ ਉਹ ਵਾਲਮੀਕ ਰਮਾਇਣ ਜਿਹੜੀ ਆ ਉਹੀ ਪਾਪੂਲਰ ਰਮਾਇਣ ਆ, ਤਾਂ ਉਹੀ ਓਰੀਜਨਲ ਰਮਾਇਣ ਆ। ਉਹਦੇ ਵਿੱਚ ਮੁੜ ਕੇ ਜਦੋਂ ਹਰੇਕ ਰਾਈਟਰ ਨੇ ਆਪਣੇ ਹਿਸਾਬ ਨਾਲ ਲਿਖੀ ਆ, ਉਹਨੇ ਥੋੜੀ ਬਹੁਤੀ ਅਦਲਾ ਬਦਲੀਆਂ ਉਹਦੇ ਵਿੱਚ ਕੀਤੀਆਂ। ਪਹਿਲਾਂ ਮੇਰੇ ਖਿਆਲ 6000 ਸ਼ਲੋਕ ਸੀਗੇ, ਹੁਣ 24-25,000। ਉਹਦੇ ਵਿੱਚ ਜੋ ਇਤਿਹਾਸਕਾਰ ਜਦੋਂ ਉਹਦੀ ਰਚਨਾ ਕਾਲ ਦੀ ਗੱਲ ਕਰਦੇ ਆ, ਉਹਦੇ ਆਕਾਰ ਦੀ ਗੱਲ ਕਰਦੇ ਆ, ਤੇ ਇਤਿਹਾਸਕਾਰਾਂ ਨੇ ਇਹਦੇ ਚੋਂ ਇਹ ਕੱਢਿਆ ਹੈ ਵੀ ਓਰੀਜਨਲ ਰਮਾਇਣ 'ਚ 6000 ਸ਼ਲੋਕ ਸੀਗੇ, ਤੇ ਜਿਹੜੀ ਅੱਜ ਜਿਹਦਾ ਪਾਠ ਕੀਤਾ ਜਾ ਰਿਹਾ, ਜੋ ਸਾਡੇ ਸਾਹਮਣੇ ਅਵੇਲੇਬਲ ਆ ਮਾਰਕੀਟ 'ਚ ਤੇ ਬਾਜ਼ਾਰਾਂ 'ਚ, ਉਹ ਰਮਾਇਣ ਜਿਹੜੀ ਆ ਵਾਲਮੀਕ ਰਮਾਇਣ, ਉਹਦੇ ਵਿੱਚ 24,000 ਸ਼ਲੋਕ ਹੈ ਜੀ। ਤੇ ਜਦੋਂ ਮੈਂ ਉਹਦਾ ਐਨਾਲਿਸਿਸ ਕੀਤਾ ਤੇ ਮੈਂ ਸਮਝਦਾ ਵੀ ਓਰੀਜਨਲ 24,000 ਜਿਹੜੇ ਆ 6000 ਚੋਂ 4000 ਵੀ ਨਹੀਂ ਰਹਿ ਗਏ, ਬਾਕੀ ਵੀ 22,000 ਜਿਹੜੇ ਆ 21,000 ਉਹ ਬਾਅਦ ਵਿੱਚ, ਜਿਹਨੂੰ ਪ੍ਰਖੇਪਤ ਕਹਿੰਦੇ ਆ, ਪ੍ਰਖੇਪਣ ਕਹਿੰਦੇ ਆ, ਕਿ ਬਾਅਦ ਵਿੱਚ ਸ਼ਾਮਲ ਕਰ ਦਿੱਤੇ ਗਏ। ਕਥਾਵਾਂ ਬਾਅਦ ਵਿੱਚ ਸ਼ਾਮਲ ਕੀਤੀਆਂ ਗਈਆਂ, ਜਿਹੜੀਆਂ ਪੁਰਾਣਿਕ ਕਥਾਵਾਂ ਹੈ ਜਿਹੜੀਆਂ ਰਮਾਇਣ ਤੋਂ ਬਹੁਤ ਬਾਅਦ ਲਿਖੀਆਂ ਗਈਆਂ, ਉਹ ਕਥਾਵਾਂ ਰਮਾਇਣ ਦੇ ਵਿੱਚ ਸ਼ਾਮਲ ਹੋ ਗਈਆਂ। ਮਤਲਬ ਉਸ ਯੁੱਗ ਨਾਲ ਉਹ ਮੇਲ ਨਹੀਂ ਖਾਂਦੀਆਂ। ਹਾਂ, ਉਹ ਬਿਲਕੁਲ ਮੇਲ ਨਹੀਂ ਖਾਂਦੀਆਂ ਜੀ। ਇਸ ਤੋਂ ਬਿਨਾਂ ਮਤਲਬ ਜ਼ਿਆਦਾਤਰ ਹਿੰਦੂ ਧਰਮ ਦੇ ਵਿੱਚ, ਕਿਉਂਕਿ ਬਹੁਤ ਵੱਡਾ ਧਰਮ ਹੈ, ਸ਼੍ਰੀ ਵਾਲਮੀਕ ਭਗਵਾਨ ਦੀ ਰਮਾਇਣ ਤੋਂ ਬਿਨਾਂ ਜਿਹੜੀ ਤੁਲਸੀ ਰਮਾਇਣ ਵੀ, ਰਾਮਚਰਿਤ ਮਾਨਸ, ਕਿਉਂਕਿ ਆਲ ਇੰਡੀਆ ਰੇਡੀਓ ਤੋਂ ਉਹੀ ਪ੍ਰਸਾਰਿਤ ਹੁੰਦਾ ਹੈ, ਉਹਨੂੰ ਵੀ ਕਾਫੀ ਮਾਨਤਾ। ਇਹਨਾਂ ਦੋਨਾਂ ਰਮਾਇਣਾਂ ਦੇ ਵਿੱਚ ਘਟਨਾਕ੍ਰਮ, ਨਾਵਾਂ ਤੇ ਥਾਵਾਂ ਦਾ ਕਿੰਨਾ ਕੁ ਫਰਕ ਹੈ? ਇਹਨਾਂ ਦੇ ਵਿੱਚ ਫਰਕ ਬਹੁਤ ਥੋੜਾ ਹੈ, ਸਿਰਫ ਸੰਖੇਪ ਆ। ਜਿਹੜੀ ਤੁਲਸੀ ਰਮਾਇਣ ਜਾਂ ਰਾਮਚਰਿਤ ਮਾਨਸ ਹੈ ਉਹ ਸੰਖੇਪ ਰੂਪ 'ਚ ਆ, ਦੂਜਾ ਉਹਦੀ ਜਿਹੜੀ ਆ ਸੰਸਕ੍ਰਿਤ 'ਚ ਨਹੀਂ ਹੈਗੀ। ਸੰਖੇਪ ਰੂਪ 'ਚ ਹੋਣ ਕਰਕੇ ਉਹ ਬਹੁਤ, ਉਹ ਦੂਜੀ ਵਾਲਮੀਕ ਰਮਾਇਣ ਨਾਲੋਂ ਛੋਟੀ ਆ। ਤੇ ਨਾਲ ਦੀ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਤਾਂ ਲਿਖੀ ਗਈ ਆ 16ਵੀਂ ਸਦੀ 'ਚ, ਤੁਲਸੀ ਰਮਾਇਣ 16ਵੀਂ ਸਦੀ 'ਚ ਲਿਖੀ ਗਈ। ਸਰੂਏ ਘਾਟ ਤੇ ਉਹਨਾਂ ਨੇ ਲਿਖੀ ਸੀ, ਜਿਹਨੂੰ ਬਾਅਦ 'ਚ ਅਯੋਧਿਆ ਵੀ, ਅਯੋਧਿਆ ਉਹਨਾਂ ਨੇ ਲਿਖਿਆ ਵੀ ਮੈਂ ਅਯੋਧਿਆ 'ਚ ਬਹਿ ਕੇ ਲਿਖਿਆ, ਤੇ ਮੈਂ ਅਯੋਧਿਆ ਆਉਂਦਾ ਜਾਂਦਾ ਰਹਿੰਦਾ ਸੀ, ਉੱਥੋਂ ਮੇਰੇ ਇਸ ਕਰਕੇ ਮੈਨੂੰ ਪਿਆਰਾ ਲੱਗਿਆ ਸ਼ਹਿਰ ਤੇ ਕਰ। ਉਹਨਾਂ ਨੇ ਬਾਅਦ 'ਚ ਲਿਖਿਆ, ਤੇ ਓਰੀਜਨਲ ਵਾਲਮੀਕ ਵਾਲੀ ਰਮਾਇਣ ਹੀ ਮੰਨੀ ਜਾਂਦੀ ਹੈ ਜੀ। ਜੇ ਨਾਵਾਂ ਤੇ ਥਾਵਾਂ ਦਾ ਜਾਂ ਬੁੱਧੀ ਦੀ ਕਸੌਟੀ ਤੇ ਵਿਗਿਆਨਕ ਨਜ਼ਰੀਏ ਤੋਂ, ਕਿਉਂਕਿ ਜੇ ਆਪਾਂ ਸ਼ੁਰੂਆਤ ਰਾਮ ਸੇਤੂ ਤੋਂ ਕਰੀਏ, ਜਾਂ ਕੀ ਸ਼੍ਰੀਲੰਕਾ ਦੀ ਉਸ ਵਕਤ ਕੀ ਸਥਿਤੀ ਸੀ ਜੀ? ਜਦੋਂ ਆਪਾਂ ਜਿਓਲੋਜੀ ਦੀ ਸਟੱਡੀ ਕਰਦੇ ਹਾਂ ਜਾਂ ਲੰਕਨ ਹਿਸਟਰੀ ਦੀ ਸਟੱਡੀ ਕਰਦੇ ਹਾਂ, ਤੇ ਉਹਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ ਕਿ 4000 BC ਤੋਂ ਪਹਿਲਾਂ ਲੰਕਾ ਟਾਪੂ ਰੂਪ ਵਿੱਚ ਨਹੀਂ ਸੀ। ਮਤਲਬ ਅੱਜ ਤੋਂ 6-7 ਸਾਲ ਪਹਿਲਾਂ। ਹਾਂਜੀ, ਲੰਕਾ ਜਿਹੜੀ ਹੈ ਭਾਰਤ ਦਾ ਹਿੱਸਾ ਸੀ, ਜਿਸ ਤਰ੍ਹਾਂ ਹੁਣ ਤਾਮਿਲਨਾਡੂ ਦੇ ਵਿੱਚ ਸਿਲੋਨ ਇਹਦਾ ਨਾਂ ਤਾਂ ਹੁਣ ਤੱਕ ਉਹ ਤਾਂ ਹੁਣ ਪਿਆ, 60ਵੇਂ 'ਚ ਆ ਕੇ ਪਿਆ। ਜਦੋਂ ਉਦੋਂ ਤਾਂ ਤਾਮਿਲਨਾਡੂ ਤੱਕ ਸਾਡਾ ਦੇਸ਼, ਜਿਵੇਂ ਹੁਣ ਤਾਮਿਲਨਾਡੂ ਤੇ ਮੁੱਕ ਜਾਂਦਾ, ਉਦੋਂ ਲੰਕਾ ਤੱਕ ਜਾ ਕੇ ਇੰਡੀਆ ਮੁੱਕਦਾ ਸੀ। 3800-4000 BC ਦੇ ਦਰਮਿਆਨ ਭੁਚਾਲ ਆਏ,
ਜਿਨ੍ਹਾਂ ਕਰਕੇ ਵਿਚਕਾਰਲਾ ਹਿੱਸਾ ਥੱਲੇ ਨੂੰ ਹੋ ਗਿਆ ਤੇ ਉੱਪਰ ਅੱਗਿਓਂ ਜਿਹੜੀਆਂ ਉਹ ਪਲੇਟਸ ਉੱਪਰ ਚੁੱਕੀਆਂ ਗਈਆਂ, ਧਰਤੀ ਉੱਪਰ ਨੂੰ ਹੋ ਗਈ। ਉਹ ਜਿਹੜੀਆਂ ਮੂੰਗੇ ਦੀਆਂ ਚਟਾਨ ਸੀ ਜਿਹੜੀਆਂ ਜਹਾਜ਼ਰਾਨੀ ਦੇ ਰਾਹ ਦੇ ਵਿੱਚ ਰੋੜਾ ਵੀ ਨੇ, ਉਹਨੂੰ ਰਾਮ ਸੇਤੂ ਦਾ ਨਾਂ ਦਿੱਤਾ ਗਿਆ, ਜਿਹੜਾ ਹਿੱਸਾ ਪਾਣੀ 'ਚ ਡੁੱਬ ਗਿਆ ਜੀ। ਪਰ ਇਸਲਾਮ ਨੇ ਇਹਨੂੰ ਇੱਥੇ ਮੈਂ ਥੋੜਾ ਹੋਰ ਕਲੀਅਰ ਕਰ ਦਿਆਂ, ਉਹ ਹਿੱਸਾ ਪਾਣੀ 'ਚ ਉਦੋਂ ਨਹੀਂ ਡੁੱਬ ਗਿਆ, ਕਈ ਸਦੀਆਂ ਬਾਅਦ ਵਿੱਚ ਡੁੱਬਿਆ ਹੈ। ਹਰ ਸਾਲ ਪਾਣੀ ਥੋੜਾ ਥੋੜਾ ਚੜ ਜਾਂਦਾ ਹੈ। ਇਸ ਵੇਲੇ ਉਸ ਰਸਤੇ ਦੇ ਉੱਤੇ, ਉਸ ਹਿੱਸੇ ਦੇ ਉੱਤੇ 10.5 11 ਫੁੱਟ ਪਾਣੀ ਆ, ਤੇ ਜੇ ਹੁਣ ਉਹ ਪਾਣੀ ਉਤਰ ਜਾਵੇ ਤਾਂ ਉਹ ਹੁਣ ਵੀ ਬਿਲਕੁਲ ਪਹਿਲਾਂ ਵਾਂਗੂ ਜੁੜ ਜਾਊਗਾ। ਉਸ ਦੇ ਰਾਮ ਸੇਤੂ ਬਾਰੇ ਹੀ ਹੋਰ ਜਿਹੜੀਆਂ ਗੱਲਾਂ ਇਤਿਹਾਸਿਕ ਤੌਰ ਤੇ ਜਾਂ ਵਿਗਿਆਨਕ ਤੌਰ ਤੇ ਆਪਾਂ ਦੇਖਦੇ ਹਾਂ, ਵਾਲਮੀਕੀ ਰਮਾਇਣ ਨਾਲ ਆਪਾਂ ਉਹਦੀ ਕਰਦੇ ਹਾਂ ਕੰਪੈਰੀਜ਼ਨ। ਵਾਲਮੀਕੀ ਰਮਾਇਣ 'ਚ ਲਿਖਿਆ ਹੈ ਕਿ ਰਾਮ ਸੇਤੂ ਜਿਹੜਾ ਮਹਿੰਦਰਗਿਰੀ ਪਰਬਤ ਤੋਂ ਤ੍ਰਿਕੂਟ ਪਰਬਤ ਲੰਕਾ ਤੱਕ ਬਣਾਇਆ ਗਿਆ। ਕਿਹੜੀ ਸਟੇਟ ਚਾਹੇ ਦਾ ਜੀਓਗ੍ਰਾਫੀਕਲ ਸਥਿਤੀ ਕੀ ਹੈ? ਹਾਂ, ਜੀਓਗ੍ਰਾਫਿਕਲੀ ਮਹਿੰਦਰਗਿਰੀ ਪਰਬਤ ਜਿਹੜਾ ਹੈ ਉਹ ਉੜੀਸਾ 'ਚ ਆ। ਰਾਮ ਸੇਤੂ ਜਿਹੜਾ ਇਸ ਵੇਲੇ ਰਾਮ ਸੇਤੂ ਮੰਨਿਆ ਜਾ ਰਿਹਾ ਉਹ ਤਾਮਿਲਨਾਡੂ 'ਚ ਆ। ਦੂਜੀ ਗੱਲ ਇਹ ਕਹੀ ਗਈ ਹੈ, ਮਤਲਬ ਜਿਸ ਕੇਸ ਜਿਹਦਾ ਹੁਣ ਕੇਸ ਚੱਲ ਰਿਹਾ, ਕਿਉਂਕਿ ਜਹਾਜ਼ਰਾਨੀ ਦੇ ਜਹਾਜ਼ ਸਮੁੰਦਰੀ ਜਹਾਜ਼ਾਂ ਦੇ ਰਾਹ ਦੇ ਵਿੱਚ ਬਹੁਤ ਵੱਡਾ ਅੜਿੱਕਾ ਹੈ, ਸੋ ਜਹਾਜ਼ਾਂ ਨੂੰ ਬਹੁਤ ਸਾਰਾ ਗੇੜ ਪਾ ਕੇ ਆਉਣਾ ਪੈਂਦਾ ਹੈ। ਉਹਨਾਂ ਦਾ ਹਜ਼ਾਰਾਂ ਰੁਪਏ ਦਾ, ਕਰੋੜਾਂ ਰੁਪਏ ਦਾ ਖਰਚਾ ਐਕਸਟਰਾ ਹੈ, ਕਿਉਂਕਿ ਬੀਜੇਪੀ ਸਰਕਾਰ ਨੇ ਰਾਮ ਸੇਤੂ ਦਾ ਮੁੱਦਾ ਮਨਮੋਹਨ ਸਿੰਘ ਸਰਕਾਰ ਵਕਤ ਉਭਾਰ ਕੇ ਕੇਸ ਨੂੰ ਸੁਪਰੀਮ ਕੋਰਟ 'ਚ ਰੋਕਿਆ ਹੋਇਆ। ਜਿਵੇਂ ਰਾਮ ਮੰਦਿਰ ਦਾ ਮਸਲਾ ਸੀ, ਇੱਦਾਂ ਹੀ ਰਾਮ ਸੇਤੂ ਦਾ ਮਸਲਾ। ਤੁਹਾਨੂੰ ਯਾਦ ਹੋਣਾ ਜਦੋਂ ਰਾਮ ਸੇਤੂ ਦਾ ਮਸਲਾ ਉੱਠਿਆ ਸੀ, ਪੰਜਾਬ ਦੀਆਂ ਨਹਿਰਾਂ 'ਚ ਵੀ ਆ ਜਿਹੜਾ ਜਵਾਲਾਮੁਖੀ ਤੇ ਫਟਿਆ ਹੋਇਆ ਪੱਥਰ ਹੁੰਦਾ, ਜਿਹੜੇ ਝਾਵੇਂ ਬਣੇ ਹੁੰਦੇ ਆਪਣੇ ਮੈਲ ਲਾਉਣ ਲਈ, ਹਲਕਾ ਪੱਥਰ ਹੁੰਦਾ, ਉਹਨਾਂ ਤੇ ਵੀ ਸ਼੍ਰੀ ਰਾਮ ਲਿਖ ਕੇ ਆ ਪੰਜਾਬ ਦੀਆਂ ਨਹਿਰਾਂ 'ਚ, ਅਹਿਮਦਗੜ੍ਹ, ਪਹੀੜ ਵਗੈਰਾ, ਉਹ ਨਹਿਰਾਂ 'ਚ ਤੁਰਿਆ ਫਿਰਦਾ ਸੀ ਕਿ ਦੇਖੋ ਭਗਵਾਨ ਰਾਮ ਦੇ ਪੱਥਰ ਉਰੇ ਵੀ ਆ ਗਏ। ਉਹਨਾਂ ਦਾ ਸ਼੍ਰੀ ਰਾਮ ਉਕਰਿਆ ਹੁੰਦਾ ਸੀ, ਲਹਿਰਾ ਗਾਗਾ ਨਿਕਲਿਆ ਇੱਕ ਪੱਥਰ, ਕਿ ਦੇਖੋ ਉਹ ਸ਼੍ਰੀ ਰਾਮ ਦੇ ਯਾਦ ਨੂੰ ਜੇ ਤੁਸੀਂ ਢਾਓਗੇ ਤੇ ਫਿਰ ਇੱਥੇ ਪਰਲੋਂ ਆ ਜਾਏਗੀ। ਇਹ ਮਤਲਬ ਪੰਜਾਬ ਦੀਆਂ ਨਹਿਰਾਂ 'ਚ ਵੀ ਉਹ ਸ਼੍ਰੀ ਰਾਮ ਦਾ ਪੱਥਰ ਇਹ ਤਾਂ ਕਿਤੇ ਵੀ ਕੀਤਾ ਜਾ ਸਕਦਾ। ਇਹ ਮਤਲਬ ਜਿਹੜਾ ਹੈਗਾ, ਇਹ ਥੋੜਾ ਜਿਹਾ ਐਕਸਪਲੇਨ ਕਰੋ ਕਿ ਭਗਵਾਨ ਸ਼੍ਰੀ ਵਾਲਮੀਕ ਦੀ ਰਮਾਇਣ ਦੇ ਵਿੱਚ ਉਹ ਲੋਕੇਸ਼ਨ ਦਾ ਤੇ ਜਿਸ ਨੂੰ ਲੈ ਕੇ ਕੇਸ ਚੱਲਦਾ ਰਾਮ ਸੇਤੂ ਦਾ, ਉਹਨਾਂ 'ਚ ਕੀ ਫਰਕ ਹੈ ਤੇ ਤੁਲਸੀ ਵਾਲੀ ਰਮਾਇਣ 'ਚ ਕੀ ਫਰਕ ਹੈ? ਉਹ ਤੁਲਸੀ ਵਾਲੀ ਰਮਾਇਣ 'ਚ ਜਗ੍ਹਾ ਦਾ ਨਾਂ ਨਹੀਂ ਲਿਖਿਆ, ਓਕੇ, ਦੂਰੀ ਉਨੀ ਲਿਖੀ ਗਈ ਆ ਕਿ ਮਹਿੰਦਰਗਿਰੀ ਪਰਬਤ ਤੋਂ ਤ੍ਰਿਕੂਟ ਪਰਬਤ ਤੱਕ 100 ਯੋਜਨ ਲੰਮਾ ਰਾਮ ਸੇਤੂ ਬਣਾਇਆ ਗਿਆ। 100 ਯੋਜਨ ਮਤਲਬ 800 ਮੀਲ। ਇੱਕ ਯੋਜਨ 'ਚ 8 ਮੀਲ ਹੁੰਦੇ ਆ। 800 ਮੀਲ ਜਾਨੀ ਕਿ 1380 ਕਿਲੋਮੀਟਰ ਲੰਮਾ ਪੁਲ ਬਣਾਇਆ ਗਿਆ। ਅੱਛਾ, ਇਹ ਯੋਜਨ ਲਫ਼ਜ਼ ਜਿਹੜਾ ਆਇਆ, ਪਹਿਲਾਂ ਮੀਲ ਆਏ ਫਿਰ ਕਿਲੋਮੀਟਰ ਆਏ, ਯੋਜਨ ਕਿਹੜੇ ਪੀਰੀਅਡ ਦੇ ਵਿੱਚ ਆਉਂਦਾ? ਇਹ ਯੋਜਨ ਇਹ ਸਪੀਡ 'ਚ ਯੂਜ਼ ਕੀਤਾ ਜਾਂਦਾ ਸੀ ਜਿਸ ਸਪੀਡ 'ਚ ਰਮਾਇਣ ਲਿਖੀ ਗਈ ਆ। ਓਕੇ, ਉਹਦੀ ਜੋ ਵੱਖ-ਵੱਖ ਇਤਿਹਾਸਕਾਰਾਂ ਨੇ ਜਦੋਂ ਦਿੱਤੇ ਆ, ਉਹ 8 ਮੀਲ ਤੇ ਬਰਾਬਰ ਮੰਨਿਆ ਗਿਆ। ਆਰੀਆ ਭੱਟ ਨੇ ਵੀ 8 ਮੀਲ ਮੰਨਿਆ ਉਹਨੂੰ, ਹੋਰ ਦੂਜਿਆਂ ਨੇ ਵੀ 8 ਮਤਲਬ ਇਹਨਾਂ ਨੇ 800 ਮੀਲ ਮੰਨਿਆ। ਅਸਲ ਦੇ ਵਿੱਚ ਕਿੰਨਾ ਫਰਕ ਹੈ, ਮਤਲਬ ਸ਼੍ਰੀਲੰਕਾ ਦੇ ਉਸ ਟਾਪੂ ਦਾ ਤੇ ਸਾਡੇ ਟਾਪੂ ਦਾ, ਜਿਹੜਾ ਭਗਵਾਨ ਦਾ ਜੋ ਬਣਾਇਆ ਹੋਇਆ ਪੁਲ ਕਿਹਾ ਜਾਂਦਾ, ਉਹਦਾ ਮੌਜੂਦਾ ਕਿੰਨਾ ਫਰਕ ਫਾਸਲਾ? ਸਾਡੇ ਤੋਂ ਦੇਸ਼ ਤੋਂ ਜਿੱਥੇ ਰਾਮ ਸੇਤੂ ਆ ਜੇ ਉੱਥੋਂ ਮਿਣੀ ਹੈ, ਤੇ ਲੰਕਾ ਕਿਸੇ ਥਾਂ ਤੋਂ 48 ਕਿਲੋਮੀਟਰ ਆ, ਭਾਰਤ ਤੋਂ ਕਿਤੇ 50 ਕਿਲੋਮੀਟਰ ਆ। ਮੰਨ ਲਓ 800 ਕਿਲੋਮੀਟਰ ਵਾਲਾ ਤਾਂ ਫਿਰ ਉਹ ਮਤਲਬ ਉਹ ਕੋਈ ਲੰਕਾ ਹੋਰ ਹੋਵੇ। ਆਪਾਂ ਕਹਿ ਸਕਦੇ ਹਾਂ ਵੀ ਇਹ ਲੰਕਾ ਤਾਂ ਹੋ ਨਹੀਂ ਸਕਦੀ, ਉਹ ਕੋਈ ਹੋਰ ਲੰਕਾ ਹੋ ਸਕਦੀ ਆ ਜਿੱਥੇ 800 ਮੀਲ ਲੰਬਾ, ਜਿਹੜੀ ਦੂਰ ਹੋਵੇ। ਇੰਨੀ ਦੂਰ ਤਾਂ ਉਹ ਹੋ ਹੀ ਨਹੀਂ ਸਕਦੀ। ਇਹ ਲੰਕਾ, ਪਹਿਲੀ ਤਾਂ ਗੱਲ ਹੈ ਵੀ ਉਦੋਂ ਹੈ ਹੀ ਨਹੀਂ ਸੀ। ਮੰਨ ਲਓ ਜੇ ਆਪਾਂ ਇਹ ਕਹਿ ਲਈਏ ਵੀ ਲੰਕਾ ਹੈਗੀ ਸੀ ਤੇ ਉਹ ਇਹ ਨਹੀਂ ਹੋ ਸਕਦੀ, ਉਹ ਕੋਈ ਹੋਰ ਹੋਣੀ ਚਾਹੀਦੀ। ਫਿਰ 800 ਕਿਲੋਮੀਟਰ ਦਾ ਫਾਸਲਾ, 800 ਕਿਲੋਮੀਟਰ ਦਾ ਫਾਸਲਾ ਹੋਣਾ ਚਾਹੀਦਾ। 50 ਕਿਲੋਮੀਟਰ ਹੈ। ਇਹਦੇ ਨਾਲ ਹੀ ਇੱਕ ਹੋਰ ਹੈ ਕਿ ਮਹਿੰਦਰਗਿਰੀ ਪਰਬਤ ਜਿੱਥੋਂ ਉਹ ਰਾਮ ਸੇਤੂ ਪੁਲ ਬਣਾਇਆ ਗਿਆ, ਉਹ ਮਹਿੰਦਰਗਿਰੀ ਪਰਬਤ ਤੇ ਅੱਜ ਵਾਲਾ ਰਾਮ ਸੇਤੂ ਇੱਕ ਦੂਜੇ ਤੋਂ 1500 ਕਿਲੋਮੀਟਰ ਦੂਰ ਆ। ਇੱਕ ਉੜੀਸਾ ਜਾਂ ਦੂਸਰਾ ਤਾਮਿਲਨਾਡੂ ਚ ਆ। ਹੁਣ ਨਾ ਤਾਂ ਪਰਬਤ ਪਰੇ ਜਾ ਸਕਦਾ ਹੈ ਤੇ ਨਾ ਉਹ ਜਿਹੜਾ ਜਿਹਨੂੰ ਰਾਮ ਸੇਤੂ ਆਪਾਂ ਕਹਿੰਦੇ ਨਾ ਉਹ ਪਰੇ ਜਾ ਸਕਦਾ ਹੈ। ਟਾਇਰ ਤਾਂ ਰਿਹਾ ਨਹੀਂ ਪਾਣੀ ਦੇ ਉੱਤੇ, ਵੀ ਹੌਲੀ ਹੌਲੀ ਰੁੜ ਗਿਆ। ਇਸ ਹਾਲ ਦੇ ਵਿੱਚ ਭੂਗੋਲਿਕ ਆਧਾਰ ਤੇ ਕਾਫੀ ਵਿਭਿੰਨਤਾ ਇਸ ਮਸਲੇ। ਹਾਂ ਬਿਲਕੁਲ, ਆਪਾਂ ਜਦੋਂ ਉਹਨੂੰ ਵਿਗਿਆਨ ਕੇ ਨਜ਼ਰੀਏ ਤੋਂ ਦੇਖਦੇ ਹਾਂ ਤੇ ਫਿਰ ਉਹ ਨਹੀਂ ਬਣਦੀ ਗੱਲ। ਪਰ ਜਦੋਂ ਕੋਰਟ 'ਚ ਕੇਸ ਚੱਲਦਾ ਫਿਰ ਉਦੋਂ ਆਸਥਾ ਦਾ ਸਵਾਲ ਆ ਜਾਂਦਾ ਨਾ। ਉਦੋਂ ਸਿਰਫ ਇਹੀ ਕਿਹਾ ਜਾਂਦਾ ਧਰਮ 'ਚ ਵਿਗਿਆਨ ਨਹੀਂ ਮੰਨਿਆ ਜਾਂਦਾ, ਆਸਥਾ ਦਾ ਸਵਾਲ ਹੈ, ਵਿਸ਼ਵਾਸ ਦਾ ਸਵਾਲ ਆ, ਇਹਨੂੰ ਉਹਦੇ ਤੇ ਨਹੀਂ ਪਰਖਿਆ ਜਾ ਸਕਦਾ। ਚਲੋ ਇਹ ਤੇ ਕਲੀਅਰ ਹੋ ਗਿਆ ਕਿ ਰਮਾਇਣ ਕਹਿੰਦੀ ਹੈ ਕਿ ਉਹ 50 ਕਿਲੋਮੀਟਰ ਦਾ 800 ਮਾਈਲ ਦਾ ਫਾਸਲਾ ਤੇ ਜਿਹੜਾ ਮੌਜੂਦਾ ਸਥਿਤੀ ਹੈ ਉਹ 50 ਕਿਲੋਮੀਟਰ ਦਾ। ਹਾਂਜੀ, ਮਤਲਬ ਦੋਨਾਂ ਮਹਿੰਦਰਗਿਰੀ ਤੇ ਦੂਸਰੇ ਦੇ ਵਿੱਚ ਵੀ ਜਿਹੜੀਆਂ ਫਰਕ ਹੈ, ਇੱਕ ਉੜੀਸਾ 'ਚ ਹੈ, ਦੂਸਰਾ ਤਾਮਿਲਨਾਡੂ 'ਚ ਹੈ। ਹੁਣ ਅਸੀਂ ਰਾਮ ਸੇਤੂ ਤਾਮਿਲਨਾਡੂ ਵਾਲਾ ਮੰਨੀਏ ਜਾਂ ਕਿਹੜਾ ਮੰਨੀਏ? ਹਾਂਜੀ। ਦੂਜਾ, ਭਗਵਾਨ ਸ਼੍ਰੀ ਰਾਮ ਦਾ ਜਨਮ ਕਦੋਂ ਹੁੰਦਾ ਹੈ? ਹਾਂਜੀ, ਜਾਂ ਉਦੋਂ ਕੀ ਸਥਿਤੀ ਸੀ? ਕਿ ਵਾਕਈ ਉਦੋਂ ਇੰਨੇ ਰਾਜੇ ਸੀ ਇਸ ਖਿੱਤੇ 'ਚ, ਜਾਂ ਜਿਹੜਾ ਅਯੋਧਿਆ ਦੀ ਸਥਿਤੀ ਹੈ ਯੂਪੀ ਦੀ, ਕੀ ਉਹਨਾਂ ਦਾ ਵਾਕਈ ਉੱਥੇ ਰਾਜ ਭਾਗ ਸੀ? ਆਪਣੇ ਆ ਨੇੜੇ ਕੜਾਮ ਹੈ ਜਿੱਥੇ ਨਾਨਕੇ ਕਹਿ ਜਾਂਦੇ ਨੇ ਸ਼੍ਰੀ ਰਾਮ ਦੇ, ਉਹ ਇਹ ਚੀਜ਼ਾਂ ਜਿਓਗ੍ਰਾਫੀਕਲ ਆਧਾਰ ਤੇ ਹੈਗੀਆਂ?
ਦੇਖੋ ਇਹ ਜਦੋਂ ਆਪਾਂ ਉਹਨਾਂ ਦਾ ਮੈਂ ਆਪਣੇ ਆਪ ਤੇ ਕੁਝ ਇਹਨਾਂ ਦੀ ਇਤਿਹਾਸਕਾਰਾਂ ਦੇ ਰੈਫਰੈਂਸ ਨਾਲ ਹੀ ਗੱਲ ਕਰੂੰਗਾ। ਲੇਟ ਤੋਂ ਲੇਟ ਜਿਨ੍ਹਾਂ ਨੇ ਮੰਨਿਆ ਹੈ, ਉਹਨਾਂ ਨੇ ਰਾਮਚੰਦਰ ਜੀ ਦਾ ਜਨਮ 7000 BC ਚ ਮੰਨਿਆ ਹੈ। ਮਤਲਬ 9000 ਸਾਲ ਪਹਿਲਾਂ। ਹਾਂ, ਜਿਹੜੀ ਇੱਕ ਰਮਾਇਣ ਹੈ ਹਾਸਾਨੰਦ ਗੋਬਿੰਦ ਰਾਮ ਪਬਲੀਕੇਸ਼ਨਸ ਦੀ, ਉਸ ਪਬਲੀਕੇਸ਼ਨ ਮੁਤਾਬਕ ਰਾਮਚੰਦਰ ਦਾ ਜਨਮ ਲਗਭਗ 2 ਕਰੋੜ ਸਾਲ ਪਹਿਲਾਂ ਹੋਇਆ। ਅੱਛਾ, 2 ਕਰੋੜ ਸਾਲ। ਤੇ 2 ਕਰੋੜ ਸਾਲ ਪਹਿਲਾਂ ਜਦੋਂ ਆਪਾਂ ਸ੍ਰਿਸ਼ਟੀ ਦੀ ਉਤਪਤੀ ਜਿਹੜੀ ਮੈਂ ਨਾਲ ਦਿੱਤੀ ਆ ਵਿਗਿਆਨਕ ਨਜ਼ਰੀਆ ਦੇਖਦੇ ਹਾਂ, ਤੇ ਉਹ ਪੋਸੀਬਲ ਨਹੀਂ ਕਿ ਉਸ ਵੇਲੇ ਤਾਂ ਇੱਕ ਸੱਭਿਅਤਾ ਅਜੇ ਹੈ ਹੀ ਨਹੀਂ ਸੀ। ਆਪਾਂ ਇਹ ਕਹਿ ਹੀ ਨਹੀਂ ਸਕਦੇ ਕਿ ਇਸ ਤਰ੍ਹਾਂ ਦੇ ਰਾਜੇ ਸੀਗੇ, ਇਸ ਤਰ੍ਹਾਂ ਦੇ ਸ਼ਹਿਰ ਸੀਗੇ, ਇਸ ਤਰ੍ਹਾਂ ਦੇ ਘਰ ਸੀ, ਉਸ ਵੇਲੇ ਕੁਝ ਵੀ ਨਹੀਂ ਸੀ। ਜਦੋਂ ਆਉਂਦੇ ਆ ਰਮਾਇਣ ਦੇ ਆਧਾਰ ਤੇ 2 ਨਤੀਜੇ ਕੱਢੇ ਜਾਂਦੇ ਆ। ਇੱਕ ਤਾਂ ਹੈਗਾ 7000 BC ਚ ਰਾਮਚੰਦਰ ਦਾ ਜਨਮ ਹੋਇਆ। ਦੂਜਾ ਕਹਿੰਦੇ ਆ ਜੀ ਸੌਫਟਵੇਅਰ ਪਲੈਨੇਟੇਰੀਅਮ ਸੌਫਟਵੇਅਰ ਲਾ ਕੇ ਰਾਮ ਦੀ ਉਹ ਗ੍ਰਹਿਾਂ ਦੇ ਹਿਸਾਬ ਲਾਇਆ ਗਿਆ ਜਿਹੜੇ ਵਾਲਮੀਕ ਨੇ ਰਮਾਇਣ ਚ ਲਿਖਿਆ ਕਿ ਗ੍ਰਹਿ ਸਥਿਤੀ ਇਹ ਸੀ ਜਦੋਂ ਰਾਮਚੰਦਰ ਦਾ ਜਨਮ ਹੋਇਆ। ਉਹ ਗ੍ਰਹਿ ਸਥਿਤੀ ਮੁਤਾਬਕ ਉਹਨਾਂ ਨੇ ਲਿਖਿਆ ਵੀ ਇਹ ਬਣਦਾ ਜੀ 10 ਜਨਵਰੀ 5114 BC। ਜਦੋਂ 5114 BC ਚ ਪਹੁੰਚਦੇ ਆ ਤਾਂ ਉਦੋਂ ਲੰਕਾ ਹੈ ਨਹੀਂ ਸੀ। ਜੇ ਲੰਕਾ ਹੈ ਨਹੀਂ ਸੀ ਤੇ ਫਿਰ ਉਹ ਯੁੱਧ ਨਹੀਂ ਹੋ ਸਕਦਾ। ਲੰਕਾ ਹੈ ਨਹੀਂ ਸੀ, ਲੰਕਾ ਮਤਲਬ ਟਾਪੂ ਰੂਪ ਨਹੀਂ ਸੀ ਹੈਗੀ, ਤੇ ਫਿਰ ਰਾਮ ਸੇਤੂ ਦੀ ਕੋਈ ਲੋੜ ਨਹੀਂ ਸੀ ਹੈਗੀ। ਰਾਮ ਸੇਤੂ ਬਣਿਆ ਹੀ ਨਹੀਂ ਹੋ ਸਕਦਾ। ਇਹ ਗੱਲਾਂ ਜਿਹੜੀਆਂ ਆਪਸ 'ਚ ਕੰਟਰਾਡਿਕਟਰੀ ਆ। ਰਾਵਣ ਦਾ ਕਿਤੇ ਜ਼ਿਕਰ ਆਉਂਦਾ ਸ਼੍ਰੀਲੰਕਾ ਦੀ ਇਤਿਹਾਸ 'ਚ ਜਾਂ ਉਹਨਾਂ ਦੀ ਹਿਸਟਰੀ 'ਚ? ਨਹੀਂ, ਰਾਵਣ ਦਾ ਲੰਕਾ ਦੇ ਹਿਸਟਰੀ 'ਚ ਜ਼ਿਕਰ ਨਹੀਂ ਆਉਂਦਾ। ਲੰਕਾ ਦੀ ਹਿਸਟਰੀ ਸ਼ੁਰੂ ਹੁੰਦੀ ਆ 300 BC ਤੋਂ, ਜਦੋਂ ਇੰਡੀਆ ਦੇ ਇੱਥੋਂ ਦੇ ਲੋਕਾਂ ਨੇ, ਰਾਜਿਆਂ ਨੇ, ਕੋਈ ਇੱਥੋਂ ਦੇ ਲੋਕਾਂ ਨੇ ਜਾ ਕੇ ਉੱਥੇ ਰਾਜ ਕਾਇਮ ਕੀਤਾ। ਪਹਿਲਾਂ ਆਪਣੇ ਹਿੱਸਾ ਸੀ ਉਹ, ਜਦੋਂ ਅੱਡ ਹੋਇਆ ਉਸ ਤੋਂ ਹੌਲੀ ਹੌਲੀ ਬਾਅਦ ਉਹ ਕਬਾਇਲੀ ਉਧਰ ਲੋਕ ਸੀਗੇ ਜਿਹੜੇ ਮੂਲ ਨਿਵਾਸੀ ਲੰਕਾ ਦੇ ਸੀ, ਉਹ ਇੱਧਰਾਂ ਵਾਲਿਆਂ ਨੇ ਭਰੇ ਨੂੰ ਭਜਾ ਦਿੱਤੇ। ਦਰਾਵੜ ਸੀ ਜਿਹੜੇ, ਦਰਾਵੜ ਜਿਹੜੀ ਸੀ ਉੱਥੇ ਤਮਿਲ ਲੋਕ ਸੀਗੇ, ਉਹ ਭਰੇ ਨੂੰ ਭਜਾ ਦਿੱਤੇ ਤੇ ਉੱਥੇ ਇਹਨਾਂ ਨੇ ਆਪਣਾ ਰਾਜ ਕਾਇਮ ਕੀਤਾ। ਉਸ ਤੋਂ ਬਾਅਦ ਰੈਗੂਲਰ ਸ਼ੁਰੂ ਹੁੰਦੀ ਆ। ਇਹਦੇ ਨਾਲ ਕੰਟਰਾਡਿਕਸ਼ਨ ਗੱਲਾਂ ਜਿਹੜੀਆਂ ਕੰਟਰਾਡਿਕਟਰੀ ਕੁਝ ਇਹ ਵੀ ਆਉਂਦੀਆਂ ਹੈ ਕਿ ਰਮਾਇਣ ਨੂੰ ਜੇ ਆਪਾਂ ਇੰਨੀ ਪੁਰਾਣੀ ਗਿਣਦੇ ਆ ਤਾਂ ਉਹਦੇ ਵਿੱਚ ਬੁੱਧ ਦੇ ਖਿਲਾਫ ਬੋਲਿਆ ਗਿਆ, ਚਾਰਵਾਕ ਦੇ ਖਿਲਾਫ ਬੋਲਿਆ ਗਿਆ। ਮਹਾਤਮਾ ਬੁੱਧ ਦਾ ਤਾਂ ਇਤਿਹਾਸਕ ਪੀਰੀਅਡ ਹੈ, ਇਤਿਹਾਸਕ ਪੀਰੀਅਡ ਹੈ, ਤੇ ਉਹ ਤਾਂ 627 BC ਤੋਂ ਬਾਅਦ ਦਾ ਹੈ। ਤੇ ਫਿਰ ਇਹਦਾ ਮਤਲਬ ਰਾਮਚੰਦਰ ਉਸ ਤੋਂ ਬਾਅਦ ਹੋਏ। ਜੇ ਰਮਾਇਣ ਵਾਲਮੀਕ ਲਿਖਣ ਵਾਲੇ ਤੇ ਰਾਮਚੰਦਰ ਸਮਕਾਲੀ ਸੀਗੇ ਤਾਂ ਫਿਰ ਸਾਨੂੰ ਇਹ ਮੰਨਣਾ ਪਊਗਾ ਵੀ ਰਾਮਚੰਦਰ ਬੁੱਧ ਤੋਂ ਬਾਅਦ ਚ ਹੋਏ। ਨਹੀਂ, ਇਦਾਂ ਨਹੀਂ ਹੋ ਸਕਦਾ। ਜਿਵੇਂ ਬਹੁਤ ਸਾਰੇ ਕਿੱਸੇ ਨੇ, ਪੂਰਨ ਭਗਤ ਦਾ ਕਿੱਸਾ ਜਾਂ ਪੰਜਾਬ ਦੇ ਸੱਭਿਆਚਾਰਕ ਕਿੱਸੇ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਇਹਨਾਂ ਦਾ ਟਾਈਮ ਪੀਰੀਅਡ ਵੀ ਦੇਖੋ। ਹੀਰ ਕਾਬਲ ਵਿਰਕ ਨੇ ਹੁਣ ਵੀ ਲਿਖੀ ਹੈ, ਹੀਰ ਦਮੋਦਰ ਵਾਰਸ ਨੇ ਜਿਹੜੀ ਆ ਪਹਿਲਾਂ ਵੀ ਲਿਖੀ ਹੈ। ਇਹ ਮਤਲਬ ਮੌਕੇ ਦੇ ਗਵਾਹ ਤਾਂ ਨਹੀਂ ਸੀ ਲਿਖਣ ਵੇਲੇ, ਇਹ ਵੀ ਹੋ ਸਕਦਾ। ਹਾਂ, ਆਪਾਂ ਮੌਕੇ ਦੇ ਗਵਾਹ ਨਹੀਂ ਸੀ। ਆਮ ਤੌਰ ਤੇ ਰਿਵਾਜ ਰਿਹਾ ਹੈ, ਜਿਵੇਂ ਦਮੋਦਰ ਕਹਿੰਦਾ ਆਖ ਦਮੋਦਰ ਅੱਖੀਂ ਡਿੱਠਾ। ਹਾਂ ਵੀ ਮੈਂ ਅੱਖਾਂ ਦਮੋਦਰ ਹੀਰ ਦੇ ਨਾਲ ਤਾਂ ਨਹੀਂ ਸੀ ਤੁਰਿਆ ਫਿਰਦਾ, ਪਰ ਹਰ ਚੀਜ਼ ਨੂੰ ਅੱਖੀਂ ਡਿੱਠਾ ਦੱਸ ਰਿਹਾ ਹੈ। ਬਈ ਉਸ ਵੇਲੇ ਦੇ ਜਿਹੜੇ ਲੇਖਕ ਸੀਗੇ ਉਹ ਵਧੇਰੇ ਕ੍ਰੈਡੀਬਿਲਿਟੀ ਸ਼ੋ ਕਰਨ ਵਾਸਤੇ, ਜੇ ਵਿਸ਼ਵਾਸਯੋਗਤਾ ਬਣ ਜੇ, ਉਹ ਆਪਣੇ ਅੱਖੀਂ ਡਿੱਠਾ ਦਿਖਾ ਦਿੰਦੇ ਸੀ। ਪਰ ਇਹਦੇ 'ਚ ਇੱਕ ਲੌਜਿਕ ਹੈ ਕਿ ਦੇਖੋ ਵੇਦ ਧਰਮ ਤੋਂ ਬਾਅਦ, ਵੈਦਿਕ ਧਰਮ ਤੋਂ ਬਾਅਦ ਜਦੋਂ ਇਹ ਕਿਉਂਕਿ ਡਿਸਕਵਰੀ ਆਫ ਇੰਡੀਆ ਤੁਸੀਂ ਪੜ੍ਹੋ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕਿਤਾਬ ਆ, ਜਿਹਦੇ ਤੇ ਸੈਂਕੜੇ ਐਪੀਸੋਡ ਪਏ ਨੇ। ਦੂਰਦਰਸ਼ਨ ਤੇ ਉਹ ਚੱਲਿਆ ਸੀਗਾ ਉਸ ਵਕਤ। ਸ਼ਿਆਮ ਬੈਨੇਗਲ ਨੇ ਉਹ ਬਣਾਇਆ ਸੀ, ਉਹਦੀ ਡਾਇਰੈਕਸ਼ਨ ਕੀਤੀ ਸੀ। ਉਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਸੱਚ ਨੇ ਜਿਹੜੇ ਪੁਜਾਰੀ ਨੂੰ ਜਾਂ ਬ੍ਰਾਹਮਣ ਨੂੰ ਬਹੁਤ ਚੁਭਦੇ ਨੇ, ਕਿ ਕਿਸ ਤਰ੍ਹਾਂ ਸ਼੍ਰੀ ਰਾਮ ਨੇ ਇੱਕ ਦਲਿਤ ਦੇ ਦਾ ਕਤਲ ਕੀਤਾ ਜਾਂ ਬਹੁਤ ਕੁਝ ਹੋਇਆ, ਕਿਵੇਂ ਦਰਾਵੜਾਂ ਦਾ ਇੱਥੇ ਖਜ਼ਾਨਾ ਆਰੀਅਨ ਨੇ ਲੁੱਟਿਆ। ਦੇਖਣਯੋਗ ਚੀਜ਼ਾਂ ਨੇ, ਬਹੁਤ ਸਾਰੇ ਵਿਵਾਦ ਨੇ। ਅਜੇ ਤੇ RSS ਨੇ ਸ਼ਾਇਦ ਬੈਨ ਨਹੀਂ ਕਰਾਇਆ ਉਹ। ਦੂਜਾ ਇਸ ਮਾਮਲੇ ਦੇ ਵਿੱਚ, ਕਿਉਂਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਪੁਰਾਣੇ ਇੰਦਰ, ਕਿਉਂਕਿ ਪਹਿਲਾਂ ਆਰੀਅਨ ਜਦੋਂ ਆਏ ਉਦੋਂ ਇੰਦਰ ਦੇਵਤਾ ਦੀ ਵੇਦਾਂ 'ਚ ਇੰਦਰ ਦਾ ਗੁਣਗਾਨ ਹੁੰਦਾ ਹੈ, ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਪੁਜਾਰੀ ਨੇ ਸ਼੍ਰੀ ਰਾਮ ਤੇ ਖਾਸ ਕਰਕੇ ਕ੍ਰਿਸ਼ਨ ਨੂੰ ਲਿਆਂਦਾ, ਇਹਨਾਂ ਨੂੰ ਪ੍ਰਮੁੱਖ ਦੇਵਤੇ ਦੇ ਤੌਰ ਤੇ ਪੇਸ਼ ਕੀਤਾ। ਤੇ ਉਦੋਂ ਫਿਰ ਜਿਸ ਤਰ੍ਹਾਂ ਬੁੱਧ ਆਉਂਦਾ, ਬੁੱਧ ਨੇ ਬਹੁਤ ਸਾਰਾ ਪਖੰਡ ਸੀ ਜਿਹੜਾ ਉਹਨੂੰ ਖਤਮ ਕੀਤਾ। ਹਾਲਾਂਕਿ ਫਿਰ ਬੋਧੀਆਂ ਨੂੰ ਖਤਮ ਕਰਨ ਵਾਸਤੇ ਮੁਗਲ ਲਿਆਂਦੇ ਗਏ, ਬੁੱਧ ਧਰਮ ਨੂੰ ਖਤਮ ਕੀਤਾ ਗਿਆ। ਜੈਨ ਧਰਮ ਦੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਹਦੇ 'ਚ ਇਹ ਹੈ ਕਿ ਭਾਵੇਂ ਤੁਹਾਨੂੰ ਪਾਗਲ ਹਾਥੀ ਕੁਚਲ ਦਿਓ, ਪਰ ਭੁੱਲ ਕੇ ਵੀ ਹਿੰਦੂ ਮੰਦਿਰ 'ਚ ਨਾ ਵੜੋ, ਹੈ ਨਾ। ਬੁੱਧ ਨੇ ਵੀ ਜਿਹੜਾ ਪਖੰਡ ਸੀਗਾ ਕਿਸੇ ਵੀ ਕਿਸਮ ਦਾ ਹਿੰਦੂ ਧਰਮ ਦੇ ਵਿੱਚ, ਪੁਜਾਰੀ ਦਾ ਜੋ ਪਖੰਡ ਸੀ, ਉਹਦਾ ਵਿਰੋਧ ਕੀਤਾ।
ਤੇ ਇਸ ਕਰਕੇ ਬੁੱਧ ਦੀ ਆਲੋਚਨਾ ਕਰਨੀ ਇਹ ਸਮਝ ਨਹੀਂ ਆਉਂਦਾ ਕਿ ਉਹਦਾ ਫਿਰ ਉਹ ਰੋਮਾਂਚ 'ਚ ਕਿਉਂ ਹੋ ਰਹੀ ਉਹਦੀ ਆਲੋਚਨਾ। ਨਹੀਂ ਉਹ ਹਾਂ, ਇਹ ਇੱਕ ਵੈਸੇ ਵੱਖਰਾ ਐਪੀਸੋਡ ਬਣਦਾ ਇਹਦੇ ਤੇ। ਇੱਕ ਗੱਲ ਮੈਂ ਉਹਦੇ ਨਾਲ ਦੱਸਦਾ ਚੱਲਾਂ ਕਿ ਜਿਸ ਤਰ੍ਹਾਂ ਰਾਮ ਸੇਤੂ ਦੀ ਆਪਣੀ ਆਰਕੀਓਲੋਜੀਕਲ ਜਿਹੜੇ ਆਪਣੇ ਕੋਲ ਸਾਹਮਣੇ ਫੈਕਟ ਆਉਂਦੇ ਆ, ਲੰਕਾ ਦੇ ਆਉਂਦੇ ਆ ਉਹਦੇ ਨਾਂ ਹੋਣ ਦੇ, ਉਸੇ ਤਰ੍ਹਾਂ ਅਯੋਧਿਆ ਦਾ ਵੀ ਆਉਂਦਾ ਹੈ। ਜਦੋਂ ਆਰਕੀਓਲੋਜੀਕਲ ਸਟੱਡੀ ਅਯੋਧਿਆ ਦੀ ਕੀਤੀ ਗਈ, ਖੁਦਾਈ ਕੀਤੀ ਗਈ, ਤਾਂ ਉੱਥੋਂ ਇਹ ਪਤਾ ਲੱਗਦਾ ਹੈ ਕਿ 600 BC ਤੋਂ ਪਹਿਲਾਂ ਉੱਥੇ ਕੋਈ ਸ਼ਹਿਰ ਨਹੀਂ ਸੀ, ਕੋਈ ਵਸੋਂ ਹੀ ਨਹੀਂ ਸੀ। 600 BC ਤੋਂ ਬਾਅਦ ਉੱਥੇ ਵਸੋਂ ਸ਼ੁਰੂ ਹੁੰਦੀ ਆ। ਮਹਾਤਮਾ ਬੁੱਧ ਦੇ ਉੱਥੇ ਸਾਕੇਤ ਨਾਂ ਦਾ ਸ਼ਹਿਰ ਸੀ, ਕਸਬਾ ਸੀ, ਜਿੱਥੇ ਮਹਾਤਮਾ ਬੁੱਧ ਦੇ ਆਉਣ ਦਾ ਜ਼ਿਕਰ ਆਉਂਦਾ ਹੈ। 500 ਈਸਵੀ ਸਨ ਤੱਕ ਉਹ ਸਾਕੇਤ ਸੀ। ਉਸ ਤੋਂ ਬਾਅਦ ਉਹਦੇ ਦੋ ਨਾਂ ਹੋ ਗਏ, ਸਾਕੇਤ ਤੇ ਅਯੋਧਿਆ, ਜਿਹੜਾ ਹੌਲੀ ਹੌਲੀ ਸਾਕੇਤ ਤਾਂ ਲੋਕਾਂ ਦੇ ਮੂੰਹਾਂ ਤੋਂ ਨਿਕਲਦਾ ਗਿਆ। ਪਰ ਹੁਣ ਜੇ ਹਿੰਦੂ ਹਿਸਟਰੀ ਇਤਿਹਾਸ 'ਚ ਜਾਂ ਹਿੰਦੂ ਕਿਤਾਬਾਂ ਨੂੰ ਤੁਸੀਂ ਪੜ੍ਹੋ, ਉਹਦੇ 'ਚ ਸਕੇਤ ਨੂੰ ਭਗਵਾਨ ਰਾਮ ਦਾ ਲੋਕਿਆ ਜਾਂਦਾ। ਆਪਣੇ ਪਟਿਆਲੇ 'ਚ ਸਕੇਤ ਹਸਪੀਟਲ ਹੈ, ਹਿਮਾਚਲ 'ਚ ਸਕੇਤ ਮੰਡੀ ਸ਼ਹਿਰ ਹੈ। ਇਸ ਤਰ੍ਹਾਂ ਬਹੁਤ ਸਾਰੇ ਸ਼ਹਿਰ ਭਾਵੇਂ ਉਹਨਾਂ ਦੇ ਨਾਂ ਨਾਲ ਜੁੜਦਾ ਜਾਂ ਉਹ ਬਣਾ ਦਿੱਤੇ ਗਏ ਜਾਂ ਉਹਨਾਂ ਦਾ ਨਾਂ ਇੱਦਾਂ ਰੱਖ ਦਿੱਤਾ ਗਿਆ। ਹੁਣ ਆਪਣੇ ਤੁਸੀਂ ਵੇਖੋ ਮੰਦਸੌਰ ਹੈ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਰਾਵਣ ਦੇ ਪੁਤਲੇ ਨੇ। ਉੱਥੇ ਉੱਥੇ ਰਾਵਣ ਨਹੀਂ ਸਾੜਿਆ ਜਾਂਦਾ ਕਿਉਂਕਿ ਮਦੋਦਰੀ ਜੋ ਰਾਵਣ ਦੀ ਪਤਨੀ ਸੀ ਉਹ ਕਹਿੰਦੇ ਮੰਦਸੌਰ ਦੀ ਹੈ, ਉਹ ਸਾਡਾ ਜਵਾਈ ਸੀ ਰਾਵਣ, ਇਸ ਕਰਕੇ ਮੰਦਸੌਰ ਦੇ ਵਿੱਚ ਰਾਵਣ ਦੇ ਪੁਤਲੇ ਨਹੀਂ ਸਾੜੇ ਜਾਂਦੇ। ਇੱਦਾਂ ਮਤਲਬ ਇਹ ਪਲਾਂਟਡ ਚੀਜ਼ਾਂ ਨੇ ਜਾਂ ਕੀ, ਕਿਵੇਂ ਤੁਸੀਂ ਕਹੋਗੇ? ਇਹ ਆਉਣ ਵਾਲੇ ਟਾਈਮ 'ਚ ਜੇ ਆਪਾਂ ਇਹਨੂੰ ਇਤਿਹਾਸਕ ਤੌਰ ਤੇ ਲੈਂਦੇ ਆ, ਤੇ ਜਦੋਂ ਵੇਦਾਂ ਦਾ ਆਖਰੀ ਟਾਈਮ ਆਉਂਦਾ ਹੈ, ਪ੍ਰੋਹਿਤਵਾਦ ਕਰਮਕਾਂਡ ਹੱਦੋਂ ਵੱਧ ਚੁੱਕਿਆ ਸੀ, ਇੰਨਾ ਜ਼ਿਆਦਾ ਵੱਧ ਚੁੱਕਿਆ ਸੀ, ਜੰਤਰ ਮੰਤਰ ਤੰਤਰ ਅੰਧ ਵਿਸ਼ਵਾਸ, ਕਿ ਲੋਕ ਦੁਖੀ ਹੋ ਚੁੱਕੇ ਸੀ। ਉਸ ਵੇਲੇ ਮਹਾਤਮਾ ਬੁੱਧ ਉਸ ਤੋਂ ਪਹਿਲਾਂ ਚਾਰ ਵਾਕ ਨੇ ਸਿੱਧੀ ਗੱਲ ਕਹੀ ਵੀ ਵੇਦ ਜਿਹੜੇ ਆ ਇਹ ਬ੍ਰਹਮਾ ਦੇ ਰਚੇ ਹੋਏ ਜਾਂ ਉੱਪਰੋਂ ਆਈ ਹੋਈ ਬਾਣੀ ਨਹੀਂ, ਲੋਕਾਂ ਦੇ, ਬ੍ਰਾਹਮਣਾਂ ਦੇ, ਰਿਸ਼ੀਆਂ ਦੇ ਰਚੇ ਹੋਏ ਆ। ਇਸ ਕਰਕੇ ਇਹਨਾਂ ਜੋ ਗਲਤ ਆ ਉਹਨੂੰ ਗਲਤ ਕਿਹਾ ਜਾ ਸਕਦਾ ਹੈ। ਉਹਦੇ ਮੁਖਾਲਫਤ ਹੋਈ। ਫਿਰ ਬੁੱਧ ਨੇ ਇਹਦੇ ਤੇ ਪ੍ਰੈਕਟੀਕਲੀ ਸਿੱਧਾ ਅਟੈਕ ਕੀਤਾ। ਉਸ ਅਟੈਕ ਦੌਰਾਨ ਕੀ ਹੋਇਆ, ਪ੍ਰੋਹਿਤਵਾਦ ਜਿੰਨਾ ਵੀ ਇਹਨਾਂ ਦਾ ਕਰਮਕਾਂਡੀ ਬ੍ਰਾਹਮਣ ਸੀਗੇ, ਉਹਨਾਂ ਸਾਰਿਆਂ ਤੋਂ ਲੋਕ ਦੁਖੀ ਸੀ, ਉਹ ਇੱਕਦਮ ਬੁੱਧ ਵੱਲ ਨੂੰ ਝੁਕ ਗਏ। ਦੂਜੀ ਇਹ ਸ਼ੂਦਰ ਔਰਤ ਨੂੰ ਮੰਦਰ ਜਾਣ ਦੀ ਮਨਾਹੀ ਸੀ, ਪੂਜਾ 'ਚ ਉਹ ਬਹੁਤ ਸਾਰਾ ਕੁਝ ਨਹੀਂ ਸੀ ਕਰਨ ਦਿੰਦੇ। ਹੁਣ ਵੀ ਹੈਗੀ, ਬਹੁਤ ਸਾਰੀ ਹੁਣ ਵੀ ਹੈਗੀ ਆ। ਉਹਨਾਂ ਨੇ ਸਭ ਨੂੰ ਖੁੱਲੀ ਛੁੱਟੀ ਦੇ ਦਿੱਤੀ ਵੀ ਤੁਸੀਂ ਸਾਰੇ ਆਓ। ਤੀਜੀ ਗੱਲ ਇਹ ਸੀ ਕਿ ਸੰਸਕ੍ਰਿਤ ਹੀ ਭਾਸ਼ਾ ਸੀ ਜਿਹਦੇ ਰਾਹੀਂ ਗਿਆਨ ਦਿੱਤਾ ਜਾਂਦਾ ਸੀ। ਆਮ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ। ਸੰਸਕ੍ਰਿਤ ਸਿਰਫ ਵੇਦਾਂ 'ਚ ਸੀ ਤੇ ਵੇਦ ਬ੍ਰਾਹਮਣ ਤੋਂ ਬਿਨਾ ਕੋਈ ਦੂਜਾ ਪੜ੍ਹਾ ਨਹੀਂ ਸੀ ਸਕਦਾ। ਉਹ ਤਾਂ ਦੇਖੋ ਕਬੀਰ ਸਾਹਿਬ ਦਾ ਵਾਕ ਆਉਂਦਾ ਕਿ ਸੰਸਕ੍ਰਿਤ ਹੈ ਕੂਪ ਜਲ, ਭਾਸ਼ਾ ਬਹਿਤਾ ਨੀਰ, ਭਾਸ਼ਾ ਸਤਿਗੁਰ ਸਹਿਤ ਹੈ, ਸਤਮਤ ਗਹਿਰ ਗੰਭੀਰ। ਕਿ ਜਿਸ ਤਰ੍ਹਾਂ ਜਿਹੜੀ ਭਾਸ਼ਾ ਨੂੰ, ਜਿਸ ਤਰ੍ਹਾਂ ਪਾਣੀ ਨੂੰ ਖੂਹ 'ਚੋਂ ਕੱਢਣ ਵਾਸਤੇ ਡੋਲ ਦੀ ਲੋੜ ਹੈ, ਜਿਹੜੀ ਭਾਸ਼ਾ ਨੂੰ ਪੜ੍ਹਨ ਸਮਝਣ ਵਾਸਤੇ ਤੁਹਾਨੂੰ ਇੰਟਰਪ੍ਰੇਟਰ ਦੁਭਾਸ਼ੀ ਦੀ ਲੋੜ ਹੋਵੇ, ਉਹ ਭਾਸ਼ਾ ਨਹੀਂ ਹੁੰਦੀ। ਭਾਸ਼ਾ ਹੁੰਦੀ ਹੈ ਵਹਿੰਦੇ ਪਾਣੀ ਦੀ ਤਰ੍ਹਾਂ। ਇਸੇ ਕਰਕੇ ਗੁਰੂ ਸਾਹਿਬਾਨ ਨੇ ਵੀ ਆਮ ਲੋਕਾਂ ਦੀ ਭਾਸ਼ਾ 'ਚ ਗ੍ਰੰਥ ਰਚੇ ਤਾਂ ਜੋ ਆਮ ਲੋਕਾਂ ਨੂੰ ਸਮਝ ਆਵੇ। ਪਰ ਹੁਣ ਗੱਲ ਇਹ ਹੈ ਕਿ ਆਮ ਲੋਕਾਂ ਨੂੰ ਅਜੇ ਵੀ ਨਹੀਂ ਸਮਝ ਆਉਂਦੀ। ਇੱਥੇ ਆ ਕੇ ਫਰਕ ਪਿਆ ਵੀ ਮਹਾਤਮਾ ਬੁੱਧ ਨੇ ਤੇ ਜੈਨ ਨੇ ਜੋ ਲੋਕਾਂ ਦੀ ਭਾਸ਼ਾ ਸੀ ਉਹਦੇ 'ਚ ਰਚਨਾ ਕੀਤੀ, ਪਾਲੀ 'ਚ ਰਚਨਾ ਉਹਨਾਂ ਨੇ ਕੀਤੀ, ਪਾਲੀ ਭਾਸ਼ਾ 'ਚ ਉਹਨਾਂ ਨੇ ਉਹਦੇ 'ਚ ਜੋ ਰਚਨਾ ਕੀਤੀ, ਲੋਕ ਉਧਰ ਨੂੰ ਅਟਰੈਕਟ ਹੋਏ। ਦੂਜਾ ਜਿਹੜੀ ਆ, ਉਹਨਾਂ ਨੇ ਸੰਸਕ੍ਰਿਤ ਦੇ ਵਿੱਚੋਂ ਜੋ ਪੜ੍ਹ ਕੇ ਗਾਂ ਲੋਕਾਂ ਨੂੰ ਸਮਝਾਇਆ ਵੀ ਅਸਲ ਵਿੱਚ ਇਹ ਗੱਲਾਂ ਨਹੀਂ ਜੋ ਤੁਹਾਨੂੰ ਦੱਸੀਆਂ ਜਾ ਰਹੀਆਂ। ਜੇ ਜੰਗ ਵੱਲ ਆਪਣੀ ਗੱਲ ਵਿੱਚ ਰਹਿ ਜੂਗੀ। ਉਸ ਪੀਰੀਅਡ 'ਚ ਫਿਰ ਜਦੋਂ ਮਹਾਤਮਾ ਬੁੱਧ ਅਗਲੇ 500-600 ਸਾਲ ਤੱਕ ਮਹਾਤਮਾ ਬੁੱਧ ਦਾ ਇਸ ਹੱਦ ਤੱਕ ਰਾਜ ਹੋ ਗਿਆ ਉਹਦੇ ਵਿਚਾਰਾਂ ਦਾ ਕਿ ਪੂਰੇ ਏਸ਼ੀਆ 'ਚ ਬੁੱਧ ਧਰਮ ਛਾ ਗਿਆ। ਜਦੋਂ 6ਵੀਂ ਸ਼ਤਾਬਦੀ 600 ਈਸਵੀ ਸਨ ਤੋਂ ਬਾਅਦ ਬੋਧੀ ਰਾਜੇ ਕਮਜ਼ੋਰ ਹੋਏ, ਉਸ ਤੋਂ ਬਾਅਦ ਫਿਰ ਜਿਹੜਾ ਬ੍ਰਾਹਮਣਵਾਦ ਉਹ ਦੁਬਾਰੇ ਪੈਦਾ ਹੁੰਦਾ ਹੈ। ਉਦੋਂ ਤੱਕ ਬੁੱਧ ਧਰਮ ਵੀ ਪ੍ਰੋਹਿਤਵਾਦ ਦੇ ਬਲੀ ਚੜ ਚੁੱਕਿਆ ਸੀ। ਉਹ ਤਾਂ ਪਲਾਂਟਡ ਹੋ ਗਿਆ ਸੀ। ਬਹੁਤ ਸਾਰੇ ਜਿਹੜੇ ਬ੍ਰਾਹਮਣ ਸੀ ਉਹ ਬੁੱਧ ਧਰਮ ਦੇ ਵਿੱਚ ਆ ਗਏ। ਫਿਰ ਕਿਵੇਂ ਉਹਨਾਂ ਤੇ ਹਮਲੇ ਕਰਾਏ ਗਏ। ਤਾਂ ਡਿਸਕਵਰੀ ਆਫ ਇੰਡੀਆ 'ਚ ਆਉਂਦਾ ਕਿ ਕਿਸ ਤਰ੍ਹਾਂ ਮਤਲਬ ਬੋਧੀ ਮੰਦਰਾਂ ਦੇ ਵਿੱਚ ਜਾਂ ਬੋਧੀ ਇੰਸਟੀਚਿਊਟ, ਤਕਸ਼ਲਾ ਦੇਖੋ, ਤਕਸ਼ਲਾ ਨਲੰਦਾ ਵਰਗੀਆਂ ਯੂਨੀਵਰਸਿਟੀਆਂ ਉਦੋਂ ਬਣੀਆਂ ਜਦੋਂ ਅਮਰੀਕਾ ਦੇ ਵਿੱਚ ਯੂਨੀਵਰਸਿਟੀ ਦਾ ਕੋਈ ਨਾਮ ਹੀ ਨਹੀਂ ਸੀ। ਉਦੋਂ ਤਕਸ਼ਲਾ ਨਲੰਦਾ ਦੇ ਵਿੱਚ ਐਡੀਆਂ ਯੂਨੀਵਰਸਿਟੀਆਂ ਸੀ। 10-10 ਹਜ਼ਾਰ ਸਟੂਡੈਂਟ ਉੱਥੇ ਪੜ੍ਹਦੇ ਸੀ। ਸੁਲਤਾਨਪੁਰ ਲੋਧੀ ਵੀ ਬੋਧੀਆਂ ਦਾ ਕੇਂਦਰ ਸੀ। ਜਦੋਂ ਸੁਲਤਾਨਪੁਰ ਲੋਧੀ ਦੇ ਅੱਜ ਵੀ ਲੋਕ ਨੀਹਾਂ ਪੁੱਟਦੇ ਆ ਤਾਂ ਹੇਠੋਂ ਸੜੇ ਹੋਏ ਮਕਾਨਾਂ ਦਾ ਮਲਬਾ ਨਜ਼ਰ ਆਉਂਦਾ ਕਿ ਅੱਗਾਂ ਲਾਈਆਂ ਗਈਆਂ ਬੋਧੀ ਸੰਸਥਾਵਾਂ ਨੂੰ। ਤਕਸ਼ਲਾ ਨਲੰਦਾ ਤਾਂ ਪਿੱਛੇ ਜੇ ਅਮਰਤਿਆ ਸੇਨ ਜਾਂ ਹੋਰਾਂ ਨੇ ਉਹਨੂੰ ਮੁੜ ਕੇ ਰੈਨੋਵੇਟ ਕੀਤਾ ਉਸ ਯੂਨੀਵਰਸਿਟੀ ਨੂੰ। ਪਰ ਇਹਦੇ 'ਚ ਜੇ ਆਪਾਂ ਜੀਓਗ੍ਰਾਫੀਕਲ ਸਥਿਤੀ ਵੱਲ ਨੂੰ ਆਈਏ ਜਾਂ ਇੱਕ ਅਥੈਂਟਿਸਿਟੀ ਵੱਲ ਨੂੰ ਆਈਏ, ਜਿਹੜਾ ਯੁੱਧ ਹੁੰਦਾ ਹੈ ਸ਼੍ਰੀ ਰਾਮ ਦਾ ਤੇ ਲੰਕੇਸ਼ ਦਾ, ਉਸ ਯੁੱਧ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਵਿਗਿਆਨ ਦੀ ਕਸੌਟੀ ਤੇ ਜਿਨ੍ਹਾਂ ਨੂੰ ਤੁਸੀਂ ਪਰਖਿਆ।
ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈਗੀਆਂ। ਮਸਲਨ ਆਪਾਂ ਉਹਨਾਂ ਦੀ ਸੈਨਾ ਤੇ ਚਲੇ ਜਾਂਦੇ ਆ, 100 ਅਰਬ ਤੱਕ ਬਾਂਦਰ ਸੈਨਾ, 100 ਅਰਬ ਬਾਂਦਰ ਸੈਨਾ ਉੱਥੇ ਪਹੁੰਚਦੀ ਆ। ਤੇ ਜੋ ਕਿ ਜੇ ਆਪਾਂ 100 ਅਰਬ ਬਾਂਦਰਾਂ ਨੂੰ ਅੱਜ ਦੇ ਜਿਹੜੇ ਸਾਡੇ ਨਾਰਮਲ ਬਾਂਦਰ ਸਾਡੇ ਆਲੇ ਦੁਆਲੇ ਫਿਰਦੇ ਆ, 2 ਫੁੱਟ 3 ਫੁੱਟ ਜਗ੍ਹਾ ਚਾਹੀਦੀ, 4 ਬਾਂਦਰ ਬੰਨ ਕੇ ਬਿਠਾ ਦਈਏ ਜੋੜ ਕੇ, ਤੇ 6 ਇੰਡੀਆ ਚਾਹੀਦੇ ਆ। ਮਤਲਬ 6 ਭਾਰਤ ਜਗ੍ਹਾ ਚਾਹੀਦੀ ਦਾ ਰਕਬਾ 6 ਗੁਣਾ ਰਕਬਾ ਚਾਹੀਦਾ 10 ਸਿਰ ਬੰਨ ਕੇ ਬਿਠਾਉਣ ਵਾਸਤੇ। ਤੇ ਉਹ ਲੰਕਾ ਤੇ ਛੋਟਾ ਜਿਹਾ ਦੇਸ਼ ਆ, ਉੱਥੇ ਕਿੱਦਾਂ ਪਹੁੰਚ ਗਏ, ਬੈਠ ਕਿਵੇਂ ਗਏ? ਫਿਰ ਉਹਨਾਂ ਦੇ 100 ਅਰਬ ਬਾਂਦਰ ਲਿਖਿਆ ਹੋਇਆ। ਹਾਂਜੀ, ਭਗਵਾਨ ਵਾਲਮੀਕ ਵਾਲੀ ਚ ਦੋਵਾਂ ਚ ਸੇਮ। ਉਹਦੇ ਚ ਤੁਸੀਂ ਬਾਕੀ ਜਿਹੜੀਆਂ ਰਮਾਇਣਾਂ ਤੁਸੀਂ ਕਿਤਾਬ ਚ ਦੇਖਿਓ, ਮੈਂ ਰੈਫਰੈਂਸ ਦਿੱਤੇ ਆ ਕਿਹੜੇ ਸ਼ਲੋਕ ਚ ਲਿਖਿਆ, ਕਿਹੜੇ ਪੇਜ ਤੇ ਲਿਖਿਆ, ਕਿਹੜੇ ਕਾਂਡ ਚ ਲਿਖਿਆ, ਸਾਰਾ ਕੁਝ ਮੈਂ ਇਹਦੇ ਵਿੱਚ ਰੈਫਰੈਂਸ ਦਿੱਤੇ ਹੋਏ ਆ। ਇਹਦੇ ਬਾਰੇ ਉਸ ਤੋਂ ਬਾਅਦ ਕੀ ਆ, ਜਿਹੜੇ ਵਿਦਵਾਨਾਂ ਨੂੰ ਤੁਸੀਂ ਜਿਨ੍ਹਾਂ ਤੋਂ ਜਿੱਥੇ ਰਮਾਇਣ ਪੜ੍ਹਾਈ ਜਾਂਦੀ ਹੈ, ਕਈ ਇੰਸਟੀਚਿਊਟ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਨੂੰ ਜਦੋਂ ਇਹਦੇ ਬਾਰੇ ਤੁਸੀਂ ਸਵਾਲ ਕੀਤਾ, ਉਹਨਾਂ ਨੇ ਕੀ ਜਵਾਬ ਦਿੱਤਾ? ਮੈਂ ਉਧਰ ਵੀ ਆਉਨੇ ਆ, ਮੈਂ ਤੁਹਾਨੂੰ ਉਹਨਾਂ ਦੇ ਬਾਂਦਰ ਇਸ ਆਕਾਰ ਦੇ ਨਹੀਂਗੇ। ਉਹ ਬਾਂਦਰ ਦੱਸੇ ਗਏ ਆ ਕਿ ਵੱਡੇ ਆਕਾਰ ਦੇ ਜੀ, ਬਾਂਦਰ ਚ 30 ਹਾਥੀਆਂ ਜਿੰਨਾ ਬਾਲਿਆ, 30,000 ਹਾਥੀਆਂ ਜਿੰਨਾ ਬਾਲਿਆ, ਇੱਕ ਬਾਂਦਰ ਚ 10 ਹਜ਼ਾਰ ਹਾਥੀਆਂ ਜਿੰਨਾ ਬਾਲਿਆ। ਮਤਲਬ ਕੱਦ ਕਾਠ ਵੱਡਾ ਹੀ ਹੋਏਗਾ, ਓਡੇ ਵੱਡੇ ਹੋਣਗੇ। ਫਿਰ ਇੱਕ ਆਮ ਬਾਂਦਰ ਤਾਂ ਇੱਕ ਹਾਥੀ ਜਿੰਨਾ ਵੀ ਨਹੀਂ ਹੋ ਸਕਦਾ। ਉਹ ਏਡਾ ਵੱਡਾ ਆਕਾਰ ਕਿੱਥੋਂ ਲੈ ਕੇ ਆਏ ਬਾਂਦਰ? ਤੇ ਕੀ ਉਹ ਏਡੇ ਵੱਡੇ ਆਕਾਰ ਦੇ ਬਾਂਦਰ, ਜੇ 100 ਅਰਬ ਬਾਂਦਰ ਲੰਕਾ 'ਚ ਸਮਾ ਜਾਣਗੇ, ਕੀ ਉਹ ਏਡੇ ਵੱਡੇ ਇੰਨੇ ਬਾਂਦਰ ਦੁਨੀਆ 'ਚ ਉਸ ਟਾਈਮ ਹੋਣਗੇ? ਜੇ ਦੁਨੀਆ 'ਚ ਬਾਂਦਰ ਹੀ ਬਾਂਦਰ ਹੋਣਗੇ, ਫਿਰ ਹੋਰ ਤਾਂ ਕੁਝ ਹੋ ਹੀ ਨਹੀਂ ਸਕਦਾ। ਉਹਨਾਂ ਨੂੰ ਇੱਕ ਆਪਾਂ ਬ੍ਰੇਕ ਲੈਨੇ ਆ ਸਰਬਜੀਤ ਜੀ, ਫਿਰ ਆਪਾਂ ਇਸ ਤੋਂ ਬਾਅਦ ਇਸੇ ਵਿਸ਼ੇ ਤੇ ਗੱਲ ਕਰਦੇ ਹਾਂ। ਅਕਾਲ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ, ਤੇ ਨਾਲ ਸਵਾਗਤ ਹੈ ਸਰਬਜੀਤ ਸਿੰਘ ਓਖਲਾ ਸਾਹਿਬ ਦਾ। ਓਖਲਾ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਵੈਲਕਮ। ਓਖਲਾ ਸਾਹਿਬ ਕੈਨੇਡੀਅਨ ਨਾਗਰਿਕ ਵੀ ਨੇ, ਪੁਰਾਣੇ ਪੱਤਰਕਾਰ ਵੀ ਨੇ, 6 ਕਿਤਾਬਾਂ ਇਹਨਾਂ ਦੀਆਂ ਪਹਿਲਾਂ ਆਈਆਂ ਨੇ, ਤੇ ਹੁਣ ਹਿੰਦੂ ਧਰਮ ਨਾਲ ਸੰਬੰਧਿਤ ਜਿਹੜੇ ਗ੍ਰੰਥ ਨੇ ਉਹਨਾਂ ਤੇ ਖੋਜ ਭਰਪੂਰ ਕੰਮ ਕਰ ਰਹੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਿ ਰਮਾਇਣ ਬੁੱਧੀ ਕੀ ਕਸੌਟੀ 'ਤੇ ਹਿੰਦੀ ਦੇ ਵਿੱਚ ਆਈ ਇਹ ਕਿਤਾਬ ਹੈ, ਜਿਸ ਦੇ ਵਿੱਚ ਰਮਾਇਣ ਦੇ ਵਿੱਚ ਜੋ ਕੁਝ ਲਿਖਿਆ ਉਸ ਦੇ ਬਾਰੇ ਇਹਨਾਂ ਨੇ ਜੋ ਇਹ ਹਾਈਲਾਈਟ ਸਾਹਮਣੇ ਲਿਆਂਦੀਆਂ। ਖਾਸ ਕਰਕੇ ਆਪਣੀ ਗੱਲਬਾਤ ਜਿਸ ਤਰ੍ਹਾਂ ਹੋ ਰਹੀ ਸੀ ਉਸ ਵਕਤ ਦੇ ਸ਼੍ਰੀ ਰਾਮ ਅਤੇ ਲੰਕੇਸ਼ ਰਾਵਣ ਦੇ ਯੁੱਧ ਦੀ, ਹਾਂਜੀ, ਇਹ ਯੁੱਧ ਦੀ ਕੀ ਸਥਿਤੀ ਸੀ, ਜੇ ਕੀ ਉਸ ਵਕਤ ਜਿਵੇਂ ਪੁਸ਼ਪ ਵਿਮਾਨ ਦਾ ਵੀ ਜ਼ਿਕਰ ਆਉਂਦਾ, ਜਹਾਜ਼ ਦਾ ਵੀ ਜ਼ਿਕਰ ਆਉਂਦਾ ਹੈ, ਜਾਂ ਉਸ ਵਕਤ ਦੇ ਕਿਹੜੇ ਰਾਜੇ ਇਸ ਖਿੱਤੇ ਦੇ ਵਿੱਚ ਸੀ, ਉਹਨਾਂ ਰਾਜਿਆਂ ਦਾ ਜ਼ਿਕਰ ਹੈ, ਉਹਨਾਂ ਨਾਵਾਂ ਦਾ ਤੇ ਥਾਵਾਂ ਦਾ, ਉਹ ਘਟਨਾਕ੍ਰਮ ਵੱਖ-ਵੱਖ ਰਮਾਇਣਾਂ ਦੇ ਵਿੱਚ ਕੀ ਤੁਸੀਂ ਵੇਖਿਆ, ਵਾਚਿਆ? ਪੁਸ਼ਪਕ ਵਿਮਾਨ ਦਾ ਜ਼ਿਕਰ ਜਿਹੜਾ ਉਹ ਸਾਰੀ ਰਮਾਇਣਾਂ 'ਚ ਆਉਂਦਾ ਹੈ। ਵਾਲਮੀਕ ਰਮਾਇਣ 'ਚ ਵੀ, ਰਾਮਚਰਿਤਮਾਨਸ 'ਚ ਵੀ ਆਉਂਦਾ ਹੈ, ਕੰਬਾ ਰਮਾਇਣ 'ਚ ਵੀ ਆਉਂਦਾ ਹੈ, ਭਾਵੇਂ ਉਹ ਡਿਫਰੈਂਟ ਪਬਲੀਕੇਸ਼ਨਸ ਦੀਆਂ ਨੇ। ਪਰ ਇਹ ਪੁਸ਼ਪਕ ਵਿਮਾਨ ਨੂੰ ਜਦੋਂ ਅਸੀਂ ਅਲਫ ਲੈਲਾ ਦੇ ਕਿੱਸਿਆਂ ਨਾਲ ਜੋੜਦੇ ਹਾਂ, ਜਦੋਂ ਅਸੀਂ ਇਹ ਦੇਖਦੇ ਹਾਂ, ਉਹ ਅਰੇਬੀਅਨ ਨਾਈਟਸ ਜਿਹੜੀਆਂ ਉੱਥੇ ਦੇਖਦੇ ਹਾਂ ਵੀ ਉਹ ਇੱਕ ਚਟਾਈ ਆ, ਇੱਕ ਗਲੀਚਾ ਜਿਹਦੇ ਤੇ ਉਹ ਬਹਿ ਜਾਂਦੇ ਆ, ਤੇ ਜਿੱਧਰ ਮਰਜੀ ਉਹ ਕਹਿੰਦੇ ਆ ਉੱਡ ਕੇ ਉਹਨਾਂ ਨੂੰ ਲੈ ਜਾਂਦਾ ਉਡਾ ਕੇ। ਫਿਰ ਸਾਨੂੰ ਮੰਨਣਾ ਪਊਗਾ ਵੀ ਉਹ ਇਦਾਂ ਦੇ ਗਲੀਚਾ ਵੀ ਕੋਈ ਸੀ ਜਿਹਦੇ ਤੇ ਬਹਿ ਕੇ ਲੋਕ ਉੱਡ ਜਾਂਦੇ ਸੀ। ਜਦੋਂ ਆਪਾਂ ਪੁਸ਼ਪਕ ਵਿਮਾਨ ਦਾ ਜਿਹੜਾ ਇਹਨਾਂ ਨੇ ਨਕਸ਼ਾ ਦੱਸਿਆ ਹੋਇਆ ਹੈ, ਜੋ ਉਹਦੀ ਸੁੰਦਰਤਾ ਦੱਸੀ ਹੋਈ ਆ, ਪੱਥਰ ਦੇ ਲੱਗੇ ਬਣਿਆ ਤੇ ਉਹ ਸਾਰਾ ਕੁਝ ਬਣਿਆ, ਫਿਰ ਸਾਨੂੰ ਲੱਗਦਾ ਵੀ ਉਹ ਇੱਕ ਉੱਡਣ ਵਾਲਾ ਮਹਿਲ ਆ। ਇਸ ਤਰ੍ਹਾਂ ਦੀ ਕਲਪਨਾ ਕੀਤੀ ਗਈ ਉਸ ਵੇਲੇ ਵੀ ਇੱਕ ਉੱਡਣ ਵਾਲਾ ਘਰ ਹੋਵੇ ਜਿੱਥੇ ਮਰਜੀ ਉਹ ਚਲੇ ਜਾਇਆ ਕਰੇ। ਹੁਣ ਪੁਸ਼ਪਕ ਵਿਮਾਨ ਦੇ ਵਿੱਚ ਉਹ 100 ਅਰਬ ਬਾਂਦਰ ਸੈਨਾ ਬਹਿ ਗਈ, ਨਾਲ ਰਾਮਚੰਦਰ ਸੀਤਾ ਬਹਿ ਗਏ, ਲక్ష్మణ ਬਹਿ ਗਏ, ਤੇ ਉਹਨਾਂ ਦਾ ਜਿਹੜਾ ਸੈਨਿਕ ਤੇ ਉਹਨਾਂ ਦੀਆਂ ਪਤਨੀਆਂ ਵੀ, ਰਾਹ 'ਚ ਉਹਨਾਂ ਨੇ ਬਾਂਦਰ ਸੈਨਿਕਾਂ ਦੀਆਂ ਪਤਨੀਆਂ ਵੀ ਬਿਠਾ ਲੀਆਂ, ਤੇ ਵਿਭੀਸ਼ਣ ਦਾ ਵੀ ਸਾਰਾ ਪਰਿਵਾਰ ਉਹਦੇ ਵਿੱਚ। ਉਹ ਸਾਰੇ ਉਸ ਮੈਦਾਨ ਤੋਂ ਜਾਂ ਲੰਕਾ ਤੋਂ ਅਯੋਧਿਆ ਪਹੁੰਚੇ। ਹੁਣ ਇਹਦੇ 'ਚ ਆਪਾਂ ਸੋਚ ਸਕਦੇ ਹਾਂ ਵੀ ਏਡਾ ਵੱਡਾ ਕਿੱਡਾ ਪੁਸ਼ਪਕ ਕਈ ਹੋ ਸਕਦੇ ਆ, ਜਾਂ ਇੱਕੋ ਦਾ ਜ਼ਿਕਰ ਹੈ? ਇੱਕੋ ਦਾ ਹੀ ਜ਼ਿਕਰ ਹੈ ਪੁਸ਼ਪਕ ਵਿਮਾਨ ਦਾ, ਜਿਹੜਾ ਉਹਦੇ ਰਾਵਣ ਨੇ ਆਪਣੇ ਦੂਜੇ ਭਰਾ ਤੋਂ ਖੋਇਆ ਸੀ, ਤੇ ਮੁੜ ਕੇ ਉਹ ਵਿਭੀਸ਼ਣ ਨੇ ਰਾਮ ਨੂੰ ਗਿਫਟ ਕਰ ਦਿੱਤਾ। ਇਹ ਇਸ ਤਰ੍ਹਾਂ ਹੀ ਇੱਕ ਵਿਮਾਨ, ਮਤਲਬ ਸ਼੍ਰੀ ਰਾਮ ਸੈਨਾ ਕੋਲ ਪੁਸ਼ਪਕ ਨਹੀਂ ਸੀ, ਜਾਂ ਹੋਰ ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਸੀ। ਇੱਕ ਰਮਾਇਣ 'ਚ ਤੁਸੀਂ ਜ਼ਿਕਰ ਕੀਤਾ ਕਿ ਕਿਤਾਬ 'ਚ ਜ਼ਿਕਰ ਕੀਤਾ, ਇਸ 'ਚ ਮੈਂ ਪੜ੍ਹਿਆ ਕਿ ਸੰਜੀਵਨੀ ਬੂਟੀ ਲੈਣ ਵਾਸਤੇ ਵੀ ਹਨੂਮਾਨ ਜੀ ਇੱਕ ਕਿਸੇ ਜਹਾਜ਼ 'ਚ ਗਏ, ਪੁਸ਼ਪਕ 'ਚ ਗਏ? ਨਹੀਂ, ਹਨੂਮਾਨ ਜੀ ਉੱਡ ਕੇ ਹੀ ਜਾਂਦੇ ਆ। ਵਿਮਾਨ ਦਾ ਜ਼ਿਕਰ ਆਉਂਦਾ ਹੈ ਗੋਬਿੰਦ ਰਾਮ ਹਾਸਾਨੰਦ ਪਬਲੀਕੇਸ਼ਨ, ਜਿਹੜੀ ਜਗਦੀਸ਼ ਵਿਦਿਆਰਥੀ ਉਹਨਾਂ ਦੀ ਲਿਖੀ ਹੋਈ ਰਮਾਇਣ ਆ, ਉਹਨਾਂ ਨੇ 6000 ਸ਼ਲੋਕ ਹੀ ਪਾਏ ਆਪਣੀ ਰਮਾਇਣ 'ਚ, 24000 ਨਹੀਂ ਪਾਏ। ਉਹਨਾਂ ਨੇ ਲਿਖਿਆ ਵੀ ਜਦੋਂ ਹਨੂਮਾਨ, ਉਹ ਭਗਵਾਨ ਵਾਲਮੀਕ ਦੀ ਰਮਾਇਣ ਨਾਲ ਮਿਲਦੇ ਨੇ, ਉਹੀ ਰਮਾਇਣ 'ਚੋਂ ਹੀ ਕੱਢੇ ਹੋਏ ਆ, ਓਕੇ, ਸ਼ਾਰਟ ਕੀਤੀ ਹੋਈ ਆ। ਓਕੇ,
ਤੇ ਉਹ ਜਦੋਂ ਉਹ ਕਹਿੰਦੇ ਵੀ ਜਦੋਂ ਹਨੂਮਾਨ ਲੰਕਾ ਗਏ ਸੀਤਾ ਨੂੰ ਲੱਭਣ ਵਾਸਤੇ ਉਹ ਵਿਮਾਨ ਤੇ ਗਏ। ਅੱਛਾ, ਉਦੋਂ ਗਏ। ਹਾਂ, ਉਦੋਂ ਉਹ ਵਿਮਾਨ ਤੇ ਗਏ ਕਿਉਂਕਿ ਉਦੋਂ ਆਰੀਆਂ ਦਾ ਗਿਆਨ ਵਿਗਿਆਨ ਬਹੁਤ ਚੜਿਆ ਹੋਇਆ ਸੀ। ਹੁਣ ਇੱਥੇ ਮੈਂ ਇਹਦੇ ਵਿੱਚ ਜੋ ਟਿੱਪਣੀ ਕੀਤੀ ਆ ਉਹ ਇਹ ਆ ਕਿ ਜੇ ਗਿਆਨ ਵਿਗਿਆਨ ਸੀਗਾ ਤੇ ਉਹ ਇੱਕ ਵਿਮਾਨ ਤੱਕ ਹੀ ਸੀਮਤ ਕਿਉਂ ਸੀ? ਬਹੁਤ ਕੁਝ ਹੋਰ ਹੋਣਾ ਚਾਹੀਦਾ ਸੀ ਸਾਡੇ ਕੋਲ। ਇੱਕ ਵਿਮਾਨ ਨਹੀਂ, ਹਜ਼ਾਰਾਂ ਵਿਮਾਨ ਹੋਣੇ ਚਾਹੀਦੇ ਸੀ। ਜਦੋਂ ਰਾਮਚੰਦਰ ਹੁਣੀ, ਲక్ష్మణ ਹੁਣੀ ਤੇ ਲక్ష్మణ ਦੇ ਨਾਨਕੇ, ਭਰਤ ਹੁਣਾਂ ਦੇ ਨਾਨਕੇ ਸਾਰੇ ਰਾਜੇ ਸੀ। ਕਿੰਨੇ ਮਤਲਬ ਸੀਤਾ ਸਵੰਬਰ ਚ ਕਿੰਨੇ ਰਾਜੇ ਆਉਂਦੇ ਸੀ? ਉਹਨਾਂ ਕੋਲ ਕਿਸੇ ਕੋਲ ਵਿਮਾਨ ਨਹੀਂ ਸੀ। ਉਹ ਇੱਕ ਹਨੂਮਾਨ ਕੋਲ ਵਿਮਾਨ, ਤੇ ਉਹ ਵੀ ਜੰਗਲ 'ਚ। ਉਹ ਕਿੱਥੋਂ ਆ ਗਿਆ? ਅੱਛਾ, ਇੱਕ ਜ਼ਿਕਰ ਇਹ ਵੀ ਆਉਂਦਾ ਕਿ ਜਿਹੜਾ ਸ਼੍ਰੀ ਰਾਮ ਦਾ ਧਨੁਸ਼ ਸੀਗਾ ਕਿ ਉਹਨੂੰ 10,000 ਰਾਜਿਆਂ ਨੇ ਚੁੱਕਣ ਦੀ ਕੋਸ਼ਿਸ਼ ਕਰੀ। ਮਤਲਬ ਉਦੋਂ ਇੰਨੇ ਰਾਜੇ ਸੀਗੇ ਜਾਂ ਉਹ ਰਾਜਿਆਂ ਕੋਲ ਵੀ ਇਸ ਤਰ੍ਹਾਂ ਦੇ ਜਹਾਜ਼ ਸੀਗੇ? ਦੇਖੋ, ਉਹਦੇ 'ਚ ਪੁਸ਼ਪਕ ਵਿਮਾਨ ਤੋਂ ਬਿਨਾਂ ਕਿਸੇ ਵਿਮਾਨ ਦਾ ਜ਼ਿਕਰ ਵਾਲਮੀਕ ਰਾਮਾਇਣ 'ਚ ਨਹੀਂ ਆਉਂਦਾ, ਤੁਲਸੀ ਰਾਮਾਇਣ 'ਚ ਨਹੀਂ ਆਉਂਦਾ। ਵਾਲਮੀਕ ਰਾਮਾਇਣ 'ਚ ਹਾਸਾ ਆਨੰਦ 'ਚ ਉਹਨਾਂ ਨੇ ਟਿੱਪਣੀ 'ਚ ਲਿਖਿਆ ਹੋਇਆ ਹੈ ਕਿ ਹਨੂਮਾਨ ਜੀ ਵਿਮਾਨ ਤੇ ਗਏ ਸੀ। ਰਾਮਾਇਣ ਦੇ ਵਿੱਚ ਨਹੀਂ ਹੈਗਾ। ਇਹਦੇ 'ਚ ਦੋ ਕੁ ਗੱਲਾਂ ਹੋਰ ਵੀ ਆਉਣਗੀਆਂ ਕੰਟਰਾਡਿਕਟਰੀ ਜਿਹੜੀਆਂ। ਤੁਸੀਂ 10,000 ਬੰਦਿਆਂ ਵਾਲੀ ਗੱਲ ਕੀਤੀ ਆ। ਵਾਲਮੀਕ ਰਾਮਾਇਣ 'ਚ ਲਿਖਿਆ ਹੋਇਆ ਹੈ ਵੀ ਜਦੋਂ ਪੰਡਾਲ ਦੇ ਵਿੱਚ ਉਸ ਧਨੁਸ਼ ਨੂੰ ਲੈ ਕੇ ਆਏ ਸੀਤਾ ਸਵੰਬਰ ਦੇ ਵਕਤ, ਹਾਂਜੀ ਸੀਤਾ ਸਵੰਬਰ ਦੇ ਵਕਤ, ਉਹ ਇੱਕ ਲੋਹੇ ਦੀ ਪੇਟੀ 'ਚ ਬੰਦ ਸੀਗਾ। ਲੋਹਾ ਜਿਹੜਾ ਇੰਡੀਆ 'ਚ 9ਵੀਂ ਸ਼ਤਾਬਦੀ BC ਤੋਂ ਬਾਅਦ ਵਿੱਚ ਪੈਦਾ ਹੋਇਆ, ਬਾਅਦ ਵਿੱਚ ਉਹਦੀ ਖੋਜ ਹੋਈ ਆ, ਬਾਅਦ ਵਿੱਚ ਉਹ ਵਰਤਿਆ ਜਾਣ ਲੱਗਿਆ। ਤੇ ਜੇ ਰਾਮਚੰਦਰ 5000 BC 'ਚ ਹੋਇਆ ਤਾਂ ਉਦੋਂ ਉਹ ਲੋਹੇ ਦੀ ਪੇਟੀ ਨਹੀਂ ਹੋ ਸਕਦੀ। ਲੋਹੇ ਦੇ ਹਥਿਆਰਾਂ ਦੀ ਗੱਲ ਕੀਤੀ ਆ, ਉਹ ਨਹੀਂ ਹੋ ਸਕਦੇ। ਦੂਜੀ ਗੱਲ ਇਹ ਆ ਕਿ ਅਯੋਧਿਆ ਕਿੱਡਾ ਕੁ ਵੱਡਾ ਸ਼ਹਿਰ ਸੀ। ਉਹਦੇ ਮੁਤਾਬਕ 5000 ਤਕੜੇ ਬੰਦੇ ਉਸ ਪੇਟੀ ਨੂੰ ਚੁੱਕ ਕੇ ਲੈ ਕੇ ਆਏ, ਰੇੜ ਖੇੜ ਕੇ ਕਿਸੇ ਤਰ੍ਹਾਂ ਔਖੇ ਸੌਖੇ ਲੈ ਕੇ ਆਏ। ਇਹ ਲਿਖਿਆ ਹੋਇਆ। ਉਹ ਕਿੱਡੀਆਂ ਕੁ ਵੱਡੀਆਂ ਗਲੀਆਂ ਹੋਣੀਆਂ, ਉਹ ਪੇਟੀ ਛੋਟੀ ਤਾਂ ਹੋ ਨਹੀਂ ਸਕਦੀ ਜਿਹਨੂੰ 5000 ਬੰਦੇ ਹੱਥ ਪਾ ਲੈਣ। ਉਸ ਤੋਂ ਬਾਅਦ ਤੁਲਸੀਦਾਸ ਜੀ ਲਿਖਦੇ ਆਪਣੀ ਰਾਮਾਇਣ 'ਚ ਕਿ 10,000 ਰਾਜਿਆਂ ਨੇ ਉਸ ਧਨੁਸ਼ ਨੂੰ ਇਕੱਠੇ ਹੋ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਹਿਲਾ ਨਹੀਂ ਸਕੇ। ਜੇ 10,000 ਆਪਾਂ ਗਿਣ ਲਈਏ, 10,000 ਬੰਦੇ ਇੰਜ ਹੋ ਕੇ ਚੁੱਕਣ ਲੱਗਦੇ ਆ, 2-2 3-3 ਫੁੱਟ ਜਗ੍ਹਾ 1 ਮੀਟਰ ਜਗ੍ਹਾ ਇੱਕ ਬੰਦੇ ਨੂੰ ਘੱਟੋ ਘੱਟ ਚਾਹੀਦੀ ਆ। ਤੇ 10,000 ਬੰਦਿਆਂ ਨੂੰ ਜੇ ਸਿੱਧਾ ਲਾਈਏ ਤਾਂ 10 ਕਿਲੋਮੀਟਰ ਚਾਹੀਦੀ ਆ। ਜੋ ਦੋਵੇਂ ਪਾਸੇ ਖਲੋ ਕੇ ਚੁੱਕਣਗੇ ਤੇ 5 ਕਿਲੋਮੀਟਰ। ਇਹਦਾ ਮਤਲਬ ਉਹ ਧਨੁਸ਼ 5 ਕਿਲੋਮੀਟਰ ਲੰਬਾ ਸੀਗਾ। ਤੇ ਕੀ ਇਹ ਪੋਸੀਬਲ ਹੈਗਾ ਕਿ ਇੱਕ 5 ਕਿਲੋਮੀਟਰ ਲੰਬੇ ਧਨੁਸ਼ ਨਾਲ ਕੋਈ ਲੜ ਸਕੇ? 5 ਕਿਲੋਮੀਟਰ ਲੰਬੇ ਧਨੁਸ਼ ਸ਼ੰਕਰ ਭਗਵਾਨ ਦਾ ਸੀ ਨਾ ਉਹ ਧਨੁਸ਼, ਮੇਰੇ ਖਿਆਲ ਨਾਲ ਕਿਆ ਲਿਖਿਆ ਇਹੋ ਹੀ ਗਿਆ ਕਿ ਉਹ ਸ਼ੰਕਰ ਭਗਵਾਨ ਦਾ ਧਨੁਸ਼ ਸੀਗਾ ਜਿਹਨੂੰ ਉਹਨਾਂ ਨੇ ਤੋੜਿਆ, ਤੇ ਉਹਨਾਂ ਨੇ ਸ਼੍ਰੀ ਰਾਮ ਨੇ ਤੋੜਿਆ। ਤੇ ਉਸ ਤੋਂ ਬਾਅਦ ਪਰਸ਼ੂਰਾਮ ਜੀ ਗੁੱਸੇ 'ਚ ਆਏ ਕਿ ਤੂੰ ਇਹ ਧਨੁਸ਼ ਕਿਉਂ ਤੋੜਿਆ। ਹੁਣ ਇਹ ਜਿਹੜਾ ਹੈ, ਜਦੋਂ ਆਪਾਂ ਇਹਨੂੰ ਯਥਾਰਥ ਨਾਲ ਜੋੜ ਕੇ ਵੇਖਦੇ ਹਾਂ ਤਾਂ ਉਦੋਂ ਇਹ ਗੱਲਾਂ ਖਰੀਆਂ ਪੂਰੀਆਂ ਨਹੀਂ ਉਤਰਦੀਆਂ। ਲੱਗਦਾ ਹੈ ਕਿ ਗੱਲਾਂ ਨੂੰ ਹਜ਼ਾਰਾਂ ਗੁਣਾ ਵਧਾ ਕੇ ਲਿਖਿਆ ਗਿਆ ਹੈ। ਅਸਲ 'ਚ ਮੇਰਾ ਮਕਸਦ ਸਿਰਫ ਇਹ ਦੇਖਣ ਦਾ ਹੈ ਕਿ ਅਸਲ ਰਾਮਾਇਣ ਕੀ ਸੀ ਤੇ ਜੋ ਸਾਨੂੰ ਉਪਲਬਧ ਹੈ ਇਸ ਵੇਲੇ ਸਾਡੇ ਸਾਹਮਣੇ ਪਈ ਆ ਉਹ ਕੀ ਹੈ। ਓਰੀਜਨਲ ਰਾਮਾਇਣ ਜੋ ਵਾਲਮੀਕ ਨੇ ਬਹੁਤ ਸਾਲ ਪਹਿਲਾਂ ਲਿਖੀ, ਉਹਦੇ ਵਿੱਚ ਹੌਲੀ ਕਥਾਵਾਂ ਜੋੜ ਕੇ ਉਹਦਾ ਆਕਾਰ ਵੀ ਕਈ ਗੁਣਾ ਵਧਾ ਦਿੱਤਾ ਗਿਆ। ਤੇ ਉਹ ਕਥਾਵਾਂ ਭਗਵਾਨ ਰਾਮ ਤੋਂ ਪਹਿਲਾਂ ਸ਼ਾਇਦ ਵਾਲਮੀਕ ਨੇ ਇਹਨੂੰ ਮਰਿਆਦਾ ਪੁਰਸ਼ੋਤਮੀ ਕਿਹਾ ਜਾਂ ਭਗਵਾਨ ਕਿਹਾ। ਹੁਣ ਇਹ ਡਿਫਰੈਂਟ ਰਾਮਾਇਣਸ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਆ। ਵਾਲਮੀਕ ਰਾਮਾਇਣ ਜਿਹੜੀ ਗੀਤਾ ਪ੍ਰੈਸ ਗੋਰਖਪੁਰ ਦੀ ਆ, ਜਾਂ ਹੈਗੀ ਆ ਚਖੰਬਾ ਸੰਸਕ੍ਰਿਤ ਪ੍ਰਸਥਾਨ ਜਿਹੜਾ ਹੈ ਦਿੱਲੀ ਵਾਲਿਆਂ, ਉਹਨਾਂ ਦੇ ਮੁਤਾਬਕ ਉਸ ਰਾਮਾਇਣ ਦੇ ਵਿੱਚ ਰਾਮ ਨੂੰ ਭਗਵਾਨ ਬਣਾਉਣ ਦਾ ਇੱਕ ਸਿੱਧਾ ਯਤਨ ਆ, ਬਿਲਕੁਲ ਸਜਗ ਕੋਸ਼ਿਸ਼ ਆ। ਜਿਹੜੀ ਗੋਬਿੰਦ ਰਾਮ ਹਾਸਾਨਾਮ ਦੀ ਰਾਮਾਇਣ ਆ ਛਪੀ ਹੋਈ ਤੇ ਜਗਦੀਸ਼ ਵਿਦਿਆਰਥੀ ਦੀ ਲਿਖੀ ਹੋਈ, ਉਹਦੇ ਮੁਤਾਬਕ ਉਹਨਾਂ ਨੇ ਸਪਸ਼ਟ ਲਿਖਿਆ ਕਿ ਰਾਮ ਭਗਵਾਨ ਨਹੀਂ, ਰਾਮ ਮਰਿਆਦਾ ਪੁਰਸ਼ੋਤਮ ਆ। ਤੇ ਤੁਲਸੀਦਾਸ ਨੇ ਸ਼ੁਰੂ ਹੀ ਰਾਮਾਇਣ ਭਗਵਾਨ ਰਾਮ ਨੂੰ ਭਗਵਾਨ ਮੰਨ ਕੇ ਕੀਤੀ ਆ ਉਦੋਂ ਤੱਕ, ਕਿਉਂਕਿ ਰਾਮ ਜੀ ਐਜ਼ ਏ ਭਗਵਾਨ ਐਸਟੈਬਲਿਸ਼ ਹੋ ਚੁੱਕੇ ਸੀ ਜਦੋਂ ਤੁਲਸੀਦਾਸ ਨੇ ਰਾਮਾਇਣ ਲਿਖੀ ਆ। ਪਰ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ। ਜੇ ਜੰਗ ਦਾ ਜ਼ਿਕਰ ਕੀਤਾ ਜਾਵੇ, ਜਿਹੜੀ ਸ਼੍ਰੀ ਰਾਮ ਤੇ ਲੰਕੇਸ਼ ਦੇ ਵਿੱਚ ਜਿਹੜੀ ਜੰਗ ਹੁੰਦੀ ਹੈ, ਉਸ ਜੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੰਨੇ ਸੈਨਿਕ ਸੀਗੇ, ਉਸ ਵਕਤ ਕੀ ਸਾਜੋ ਸਮਾਨ ਉਸ ਲੜਾਈ 'ਚ ਵਰਤਿਆ ਗਿਆ? ਉਸ ਸਾਜੋ ਸਮਾਨ 'ਚ ਆਮ ਤੌਰ ਤੇ ਤਾਂ ਤੀਰ ਕਮਾਨ ਹਥਿਆਰਾਂ ਦੀ ਗੱਲ ਆਉਂਦੀ ਆ ਜਿਹੜੇ ਹੱਥੋਂ-ਹੱਥੀ ਲੜਾਈ 'ਚ ਵਰਤੇ ਜਾਂਦੇ ਆ।
ਪਰ ਕਿਤੇ ਕਿਤੇ ਇਹ ਵੀ ਆਉਂਦਾ ਵੀ ਉਹ ਰਾਕਸ਼ ਜਿਹੜੇ ਸੀ ਉਹ ਹਵਾ 'ਚ ਉੱਡ ਗਏ, ਉਹ ਅਲੋਪ ਹੋ ਗਏ, ਉਹਨਾਂ ਨੇ ਉੱਤੋਂ ਖੂਨ ਵਰਸਾਉਣਾ, ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਬਾਂਦਰ ਜਿਹੜੇ ਉਹਨਾਂ ਨੇ ਰੁੱਖ ਪੁੱਟ ਕੇ ਸੁੱਟੇ ਉਹਨਾਂ ਦੇ ਉੱਤੇ, ਪਹਾੜ ਪੁੱਟ ਕੇ ਦੁਸ਼ਮਣਾਂ ਦੇ ਉੱਤੇ ਸੁੱਟੇ, ਕਿਉਂਕਿ ਬਾਂਦਰਾਂ ਤੋਂ ਹੋਰ ਤਾਂ ਕੋਈ ਹੋ ਨਹੀਂ ਸੀ ਸਕਦਾ। ਕਿ ਕਈ ਥਾਵਾਂ ਤੇ ਆਉਂਦਾ ਵੀ ਬਾਂਦਰ ਨੇ ਘਸੁੰਨ ਮਾਰਿਆ ਤੇ ਉਹ ਕਰਤਾ, ਜਦੋਂ ਕਿ ਬਾਂਦਰ ਜਿਹੜੇ ਆ ਉਹ ਇਸ ਤਰ੍ਹਾਂ ਤੀਰਾਂ ਦੀ ਲੜਾਈ ਸੀ, ਤੀਰ ਦੀ ਲੜਾਈ ਸੀ। ਕਿੰਨੇ ਕੁ ਤੀਰ, ਮਤਲਬ ਜਿਸ ਤਰ੍ਹਾਂ ਕਿ ਆਉਂਦਾ ਵੀ ਸ਼੍ਰੀ ਰਾਮ ਨੇ ਉਹਨਾਂ ਨੇ ਤੁਲਸੀਦਾਸ ਨੇ ਗਿਣਤੀ ਲਿਖੀ ਆ ਵੀ 1 ਲੱਖ ਬਾਣ ਜਿਹੜੇ ਆ ਰਾਮਚੰਦਰ ਨੇ ਆਪਣੇ ਦੁਸ਼ਮਣਾਂ ਦੇ ਉੱਤੇ ਛੱਡੇ। 1 ਲੱਖ ਤੀਰ, 1 ਲੱਖ ਤੀਰ ਛੱਡੇ। ਚਲੋ ਮੰਨ ਲਓ ਵੀ ਉਹਨੂੰ ਕੋਈ ਸਪਲਾਈ ਕਰੀ ਜਾਂਦਾ ਸੀ, ਜਦੋਂ ਕਿ ਹਾਲਾਂਕਿ ਇਹੋ ਜੀ ਕੋਈ ਗੱਲ ਉਹਦੇ ਵਿੱਚ ਲਿਖੀ ਹੋਈ ਨਹੀਂ ਹੈਗੀ ਵੀ ਉਹਨਾਂ ਕੋਲ ਸੀਗੇ, ਉਹ ਤੀਰ ਵਾਪਸ ਮੋੜ ਆਉਂਦੇ ਸੀ। ਹੁਣ ਤੀਰ ਜਾ ਕਿੱਥੇ ਰਹੇ ਆ? ਤੀਰ ਰਾਮ ਉੱਥੋਂ ਚਲਾਏ ਜਾਂਦੇ ਆ ਤੇ ਰਾਮ ਦੇ ਮਹਿਲ ਦੇ ਅੰਦਰ ਬੈਠੇ ਤੀਰ ਉਹਦਾ ਰਾਮ ਦੀ ਬਾਹ ਚੁੱਕਦਾ, ਦੂਜਾ ਤੀਰ ਰਾਮ ਦਾ ਸਿਰ ਚੁੱਕਦਾ, ਉਹ ਉੱਥੇ ਜੇ ਪਹੁੰਚਾ ਦਿੱਤਾ ਜਾਂਦਾ ਜਿੱਥੇ ਉਹ ਮੰਦੋਦਰੀ ਤੇ ਦੂਜੀਆਂ ਰਾਣੀਆਂ ਅੰਦਰ ਬੈਠੀਆਂ ਮਹਿਲ ਦੇ, ਔਰ ਤੀਰ ਉੱਥੇ ਸਿਰ ਨੂੰ ਰੱਖ ਕੇ ਵਾਪਸ ਆ ਜਾਂਦੇ ਆ। ਪਰ ਜਦੋਂ ਕਿ ਵਾਲਮੀਕ ਰਾਮਾਇਣ 'ਚ ਇਹ ਗੱਲ ਨਹੀਂ ਹੈਗੀ, ਉਹਦੇ 'ਚ ਇਹ ਇਸ ਤਰ੍ਹਾਂ ਦੀ ਗੱਲ ਨਹੀਂ, ਉੱਥੇ ਮੌਕੇ ਤੇ ਆਉਂਦੇ ਆ ਉਹ, ਉੱਥੇ ਮੌਕੇ ਤੇ ਆ ਸਾਰਾ ਕੁਝ। ਇਸੇ ਤਰ੍ਹਾਂ ਹੀ ਸ਼ੰਭੂਕ ਦਾ ਜਿਹੜਾ ਸਿਰ ਲਾਇਆ ਜਾਂਦਾ ਹੈ, ਜਿਹੜਾ ਉਹ ਕਿ ਬ੍ਰਾਹਮਣ ਦਾ ਪੁੱਤ ਮਾਰਨ ਤੋਂ ਬਾਅਦ ਫਿਰ ਉਹ ਸ਼੍ਰੀ ਰਾਮ ਨੂੰ ਕਹਿੰਦੇ ਕਿ ਕੋਈ ਦਲਿਤ ਹੈ ਜਿਹੜਾ ਉਹ ਮਤਲਬ ਰਾਮ ਦਾ ਨਾਮ ਲੈ, ਭਗਵਾਨ ਦਾ ਨਾਮ ਲੈ, ਸ਼ੂਦਰ ਸ਼ਬਦ ਵਰਤਿਆ ਉਹਨਾਂ ਨੇ ਕਿ ਸ਼ੂਦਰ ਕੋਈ ਜਿਹੜਾ ਹੈ ਉਹ ਤਪੱਸਿਆ ਕਰ ਰਿਹਾ ਹੈ। ਉਹਦੇ ਵੀ ਅਸ਼ੂਦਰ ਤਪੱਸਿਆ ਕਰ ਨਹੀਂ ਸਕਦਾ, ਕੋਈ ਸ਼ੂਦਰ ਤਪੱਸਿਆ ਕਰ ਰਿਹਾ ਤੇਰੇ ਰਾਜ 'ਚ, ਤੇ ਇਸ ਕਰਕੇ ਬ੍ਰਾਹਮਣ ਦਾ ਪੁੱਤ ਮਰਿਆ ਹੈ। ਹਾਂ, ਇਹ ਡਿਸਕਵਰੀ ਆਫ ਇੰਡੀਆ 'ਚ ਨਹਿਰੂ ਨੇ ਵੀ ਗੱਲ ਲਿਖੀ ਹੈ, ਬਕਾਇਦਾ ਵੀਡੀਓ ਵੀ ਬਣੀ ਹੈ। ਹਾਂ, ਤੇ ਇਹ ਜਦੋਂ ਇਕੱਠੇ ਹੁੰਦੇ ਆ ਸਾਰੇ ਬ੍ਰਾਹਮਣ, ਜਿਹੜੇ ਵਜ਼ੀਰ ਬ੍ਰਾਹਮਣ ਸੀਗੇ, ਉਦੋਂ ਹੀ ਨਾਰਦ ਮੁਨੀ ਆ ਜਾਂਦੇ ਆ। ਨਾਰਦ ਮੁਨੀ ਇਹ ਦੱਸਦੇ ਆ ਵੀ ਇਸ ਕਰਕੇ ਹੋ ਰਿਹਾ ਵੀ ਫਲਾਣੇ ਥਾਂ ਤੇ ਜਾਓ, ਉੱਥੇ ਕੋਈ ਜਿਹੜਾ ਸ਼ੂਦਰ ਤਪੱਸਿਆ ਕਰ ਰਿਹਾ, ਜਦੋਂ ਉਹਨੂੰ ਮਾਰੇਗਾ ਨਹੀਂ ਤੇ ਤੇਰੇ ਰਾਜ 'ਚ ਤਬਾਹੀ ਆਊਗੀ। ਉਹ ਫਿਰ ਰਾਮਚੰਦਰ ਜਾਂਦੇ ਆ, ਤੁਲਸੀ ਰਮਾਇਣ ਮੁਤਾਬਕ ਉਹ ਰੱਥ ਤੇ ਜਾਂਦੇ ਆ ਤੇ ਤੀਰ ਕਮਾਨ ਨਾਲ ਉਹਨੂੰ ਦੂਰੋਂ ਹੀ ਮਾਰ ਦਿੰਦੇ ਆ। ਸ਼ੰਭੂਕ ਜਿਹੜਾ ਪੁੱਠਾ ਲਟਕ ਕੇ ਤਪੱਸਿਆ ਕਰ ਰਿਹਾ ਸੀ। ਵਾਲਮੀਕ ਰਾਮਾਇਣ 'ਚ ਲਿਖਿਆ ਹੈ ਕਿ ਉਹ ਘੋੜੇ ਤੇ ਸਵਾਰ ਹੋ ਕੇ ਰਾਮਚੰਦਰ ਜਾਂਦੇ ਆ, ਉੱਥੇ ਜਾ ਕੇ ਉਹਨੂੰ ਪਹਿਲਾਂ ਪੁੱਛਦੇ ਆ ਤੂੰ ਕੌਣ ਆ ਤੇ ਕਿਉਂ ਇਹ ਤਪੱਸਿਆ ਕਰ ਰਿਹਾ ਹੈ। ਉਹ ਕਹਿੰਦਾ ਵੀ ਮੇਰਾ ਨਾਂ ਸ਼ੰਭੂਕ ਆ, ਮੈਂ ਸ਼ੂਦਰ ਆ ਤੇ ਮੈਂ ਤਪੱਸਿਆ ਇਸ ਕਰਕੇ ਕਰ ਰਿਹਾ ਵੀ ਮੈਨੂੰ ਵੀ ਸਵਰਗ ਮਿਲੇ, ਮੈਂ ਵੀ ਦੇਵਤਿਆਂ ਦੇ ਬਰਾਬਰ ਹੋ ਜਾਵਾਂ। ਤੇ ਇਹ ਸੁਣਦਿਆਂ ਸਾਰ ਕੇ ਇੱਕ ਸ਼ੂਦਰ ਜਿਹੜਾ ਹੈ ਦੇਵਤਿਆਂ ਦੇ ਬਰਾਬਰ ਹੋਣ ਦੀ ਤਪੱਸਿਆ ਕਰ ਰਿਹਾ ਹੈ, ਰਾਮਚੰਦਰ ਆਪਣੀ ਤਲਵਾਰ ਕੱਢਦੇ ਤੇ ਉਹਦਾ ਸਿਰ ਲਾ ਦਿੰਦੇ ਆ। ਦੋਵਾਂ ਰਮਾਇਣਾਂ ਦੇ ਵਿੱਚ ਇਹ ਫਰਕ ਉਹਨਾਂ ਦੀ ਇਸ ਮਤਲਬ ਸ਼ੰਭੂਕ ਦਾ ਕਤਲ ਸ਼੍ਰੀ ਰਾਮ ਦੁਆਰਾ ਹੁੰਦਾ, ਇਹ ਉਹਨਾਂ ਚ ਜ਼ਿਕਰ ਹੈ। ਤੇ ਸਿਰਫ ਇਸ ਬਣਾ ਤੇ ਕੋਈ ਸ਼ੂਦਰ ਹੋ ਕੇ ਭਗਵਾਨ ਦਾ ਨਾਮ। ਹਾਂ, ਦੂਜੀ ਗੱਲ ਮੈਂ ਜ਼ਰੂਰੀ ਐਡ ਕਰਨੀ ਚਾਹੁੰਦਾ, ਹੋ ਸਕਦਾ ਤੁਸੀਂ ਉਹ ਸਵਾਲ ਕਰੋ ਜਾਂ ਨਾ ਕਰੋ, ਰਹਿ ਜਾਵੇ ਕਿਸੇ ਕਾਰਨ। ਰਾਮ ਰਾਜ ਦਾ ਬੜਾ ਰੌਲਾ ਪੈਂਦਾ ਹੈ ਕਿ ਰਾਮ ਰਾਜ ਹੋਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਰਾਮ ਬਾਰੇ ਜਾਣਨ ਦਾ, ਰਾਮ ਰਾਜ ਬਾਰੇ ਜਾਣਨ ਦਾ ਇੱਕੋ ਇੱਕ ਜਰੀਆ ਰਾਮਾਇਣ ਆ, ਵਾਲਮੀਕ ਰਾਮਾਇਣ। ਬਾਕੀ ਸਾਰਾ ਕੁਝ ਉਸ ਤੋਂ ਬਾਅਦ ਲਿਖਿਆ ਗਿਆ। ਵਾਲਮੀਕ ਰਾਮਾਇਣ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਸਟੋਰੀ ਸ਼ੁਰੂ ਹੁੰਦੀ ਆ, ਚੱਲਦੀ ਆ, ਤੇ ਜਦੋਂ ਰਾਮ ਦਾ ਰਾਜ ਤਿਲਕ ਹੁੰਦਾ ਹੈ, ਜਦੋਂ ਰਾਜ ਤਿਲਕ ਹੁੰਦਾ ਤੇ ਸਟੋਰੀ ਉੱਥੇ ਖਤਮ ਹੋ ਜਾਂਦੀ ਆ। ਉਸ ਤੋਂ ਬਾਅਦ ਰਾਮਾਇਣ ਨਹੀਂ ਚੱਲਦੀ। ਰਾਮਚੰਦਰ ਦੇ ਰਾਜ ਕਿੱਦਾਂ ਦਾ ਕੀਤਾ ਕੁਝ ਨਹੀਂ ਹੈਗਾ। ਸ਼੍ਰੀ ਰਾਮ ਦਾ ਅਖੀਰ, ਉਹਨਾਂ ਦੇ ਅੰਤ ਬਾਰੇ ਅੱਗੇ ਆਪਾਂ ਪੂਰੀ ਕਰ ਲਈਏ, ਇੱਕ ਲਾਈਨ ਹੋਰ ਰਹਿ ਗਈ, 1 ਮਿੰਟ ਦਾ, ਅੱਧੇ ਮਿੰਟ ਦੀ ਗੱਲ ਆ। ਉਹਨਾਂ ਨੇ ਕਿਤੇ ਜ਼ਿਕਰ ਨਹੀਂ ਆਉਂਦਾ, ਬਾਅਦ ਵਿੱਚ ਕਾਂਡ ਜੋੜਿਆ ਗਿਆ, ਉੱਤਰਕਾਂਡ ਜਿਹਨੂੰ ਕਹਿੰਦੇ ਆ, ਉਹ ਸਾਰੇ ਇਤਿਹਾਸਕਾਰ ਮੰਨਦੇ ਵੀ ਬਾਅਦ ਚ ਜੋੜਿਆ ਗਿਆ। ਉਹਦੇ ਚ 2 ਸਟੋਰੀਆਂ ਜਿਹੜੀਆਂ ਰਾਮ ਨੇ, ਆਪਾਂ ਕਹਿ ਸਕਦੇ ਹਾਂ ਵੀ ਰਾਜਾ ਬਣਨ ਤੋਂ ਬਾਅਦ ਰਾਮਚੰਦਰ ਨੇ ਜੋ ਫੈਸਲੇ ਕੀਤੇ, ਉਹ 2 ਹੀ ਫੈਸਲਿਆਂ ਦਾ ਜ਼ਿਕਰ ਆ। ਇੱਕ ਫੈਸਲਾ ਸ਼ੰਭੂਕ ਨੂੰ ਮਾਰਨ ਦਾ ਹੈ, ਦੂਜਾ ਫੈਸਲਾ ਇਹ ਹੈ ਕਿ ਇੱਕ ਕੁੱਤਾ ਆਉਂਦਾ ਸ਼ਿਕਾਇਤ ਲੈ ਕੇ ਦਰਬਾਰ ਦੇ ਬਾਹਰ, ਰੋਂਦਾ ਭੌਂਕਦਾ, ਤੇ ਰਾਮ ਉਹਨੂੰ ਲਕਸ਼ਮਣ ਨੂੰ ਭੇਜਦੇ ਆ, ਦੇਖ ਕੇ ਆ ਕੀ ਗੱਲ ਆ। ਉਹ ਕੁੱਤੇ ਨੂੰ, ਕੁੱਤਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ, ਮੈਂ ਤੇ ਰਾਮਚੰਦਰ ਨੂੰ ਦੱਸੂਗਾ। ਉਹ ਦਰਬਾਰ 'ਚ ਬੁਲਾ ਲਿਆ ਜਾਂਦਾ ਕੁੱਤੇ ਨੂੰ। ਕੁੱਤਾ ਕਹਿੰਦਾ ਵੀ ਮੇਰਾ ਸਿਰ ਇੱਕ ਬ੍ਰਾਹਮਣ ਨੇ ਪਾੜ ਦਿੱਤਾ ਹੈ। ਉਹ ਬ੍ਰਾਹਮਣ ਨੂੰ ਬੁਲਾਇਆ ਜਾਂਦਾ ਵੀ ਤੂੰ ਕਿਉਂ ਇਹਦਾ ਸਿਰ ਪਾੜਿਆ? ਉਹ ਕਹਿੰਦਾ ਜੀ ਮੈਨੂੰ ਗੁੱਸਾ ਆ ਗਿਆ ਸੀ ਤੇ ਮੈਂ ਇਹਦਾ ਸਿਰ ਪਾੜਤਾ। ਉਹ ਕਹਿੰਦਾ ਵੀ ਹੁਣ ਤੈਨੂੰ ਸਜ਼ਾ ਦਿੱਤੀ ਜਾਊਗੀ। ਸਾਰੇ ਜਿਹੜੇ ਵਜ਼ੀਰ ਬ੍ਰਾਹਮਣ ਆ ਉਹ ਇਕੱਠੇ ਹੁੰਦੇ ਆ ਤੇ ਉਹ ਸਲਾਹ ਦਿੰਦੇ ਆ ਵੀ ਬ੍ਰਾਹਮਣ ਨੂੰ ਫਿਜ਼ੀਕਲ ਸਜ਼ਾ ਨਹੀਂ ਦਿੱਤੀ ਜਾ ਸਕਦੀ, ਬ੍ਰਾਹਮਣ ਨੂੰ ਵੱਧ ਤੋਂ ਵੱਧ ਦੇਸ਼ ਚੋਂ ਕੱਢਿਆ ਜਾ ਸਕਦਾ ਜੇ ਉਹਨੇ ਬਹੁਤ ਵੱਡਾ ਕੋਈ ਗੁਨਾਹ ਕਰਿਆ ਹੋਵੇ। ਤੇ ਅਜੇ ਇਹਦੇ 'ਚ ਰਾਮਚੰਦਰ ਦੁਚਿਤੀ ਜਾ ਵੀ ਕਰਿਆ ਕੀ ਜਾਵੇ। ਤੇ ਕੁੱਤਾ ਕਹਿੰਦਾ ਜੀ ਮੈਂ ਸਲਾਹ ਦਿੰਦਾ, ਉਹ ਸਜ਼ਾ ਦਿਓ ਇਹਨੂੰ। ਰਾਮਚੰਦਰ ਕਹਿੰਦੇ ਵੀ ਦੱਸ ਕੀ ਸਜ਼ਾ ਦੇਈਏ? ਤੇ ਉਹਨੂੰ ਸਜ਼ਾ ਇਹ ਦਿੱਤੀ, ਕੁੱਤਾ ਕਹਿੰਦਾ ਇਹਨੂੰ ਕਿਸੇ ਮੱਠ ਦਾ ਮਹੰਤ ਬਣਾ ਦਿਓ। ਮੱਠ ਦਾ ਮਹੰਤ ਮਤਲਬ ਇੰਚਾਰਜ ਜਿਹੜਾ ਉੱਥੋਂ ਦਾ ਮੁਖੀ ਹੁੰਦਾ ਹੈ।
ਉਹ ਕਹਿੰਦੇ ਵੀ ਇਹ ਤਾਂ ਬੜੀ ਚੰਗੀ ਪਦਵੀ ਆ, ਕਹਿੰਦਾ ਜੀ ਬਣਾ ਦਿਓ। ਰਾਮਚੰਦਰ ਨੇ ਉਹਨੂੰ ਮੱਠ ਦਾ ਮਹੰਤ ਬਣਾ ਦਿੱਤਾ। ਤੇ ਕੁੱਤੇ ਨੇ ਉਹਦਾ ਇਹ ਜਸਟੀਫਾਈ ਕਰਿਆ, ਉਹਦਾ ਰੀਜ਼ਨ ਇਹ ਦੱਸਿਆ, ਕਹਿੰਦਾ ਮੈਂ ਪਿਛਲੇ ਜਨਮ 'ਚ ਮਹੰਤ ਸੀ, ਮੈਂ ਕੋਈ ਮਾੜਾ ਕੰਮ ਨਹੀਂ ਕਰਿਆ, ਕੋਈ ਬੇਈਮਾਨੀ ਨਹੀਂ ਕਰੀ, ਫਿਰ ਵੀ ਮੈਨੂੰ ਕੁੱਤੇ ਦਾ ਜਨਮ ਮਿਲਿਆ, ਤੇ ਇਹ ਬੇਈਮਾਨੀ ਕਰੂਗਾ, ਇਹ ਨਰਕ 'ਚ ਜਾਊਗਾ, ਕੁੱਤੇ ਨਾਲੋਂ ਵੀ ਭੈੜੀ ਜ਼ੋਨ 'ਚ ਜਾਊਗਾ, ਇਸ ਕਰਕੇ ਇਹਨੂੰ ਮਹੰਤ ਬਣਾਇਆ। ਇਹ ਸ਼੍ਰੀ ਵਾਲਮੀਕੀ ਰਮਾਇਣ ਚਾਹੁੰਦਾ ਜਾਂ ਦੋਨਾਂ ਚਾਹੁੰਦਾ? ਵਾਲਮੀਕੀ ਰਮਾਇਣ ਚਾਹੁੰਦਾ, ਦੂਜੀ 'ਚ ਵੀ ਆਉਂਦਾ। ਅੱਛਾ, ਇਹ ਘਟਨਾ ਦੋਨਾਂ ਚਾਹੁੰਦੀ। ਹੁਣ ਤੁਸੀਂ ਦੱਸੋ ਵੀ ਦੋ ਹੀ ਫੈਸਲੇ ਰਮਾਇਣ 'ਚੋਂ ਆਪਾਂ ਨੂੰ ਮਿਲਦੇ ਆ, ਰਾਜਾ ਬਣਨ ਤੋਂ ਬਾਅਦ ਰਾਮਚੰਦਰ ਨੇ ਕੀਤੇ, ਸ਼ੰਭੁਕ ਨੂੰ ਮਾਰਨ ਦਾ ਤੇ ਇੱਕ ਕੁੱਤੇ ਦੇ ਕਹੇ ਤੇ ਪੰਡਤ ਨੂੰ ਮਹੰਤ ਬਣਾਉਣ ਦਾ। ਤੇ ਅਸੀਂ ਰਾਮ ਰਾਜ ਦੀ ਗੱਲ ਕਰੀਏ ਤਾਂ ਕਿਹੜੇ ਬੇਸ ਤੇ ਕਰੀਏ? ਅਸੀਂ ਰਾਜਿਆਂ ਦਾ ਰਾਜ ਵੇਖਦੇ ਹਾਂ ਵੀ ਉੱਥੇ ਟੈਕਸ ਪ੍ਰਣਾਲੀ ਕਿਹੋ ਜਿਹੀ ਸੀ, ਫੌਜ ਸਿਸਟਮ ਕਿਹੋ ਜਿਹਾ ਸੀ, ਐਜੂਕੇਸ਼ਨ ਕਿਹੋ ਜਿਹੀ ਸੀ, ਨਿਆਂ ਸਿਸਟਮ ਹੋਰ ਕਿਹੋ ਜਿਹਾ, ਹਰ ਚੀਜ਼ ਵੇਖਦੇ ਹਾਂ। ਉਹਦੇ ਬਾਰੇ ਤਾਂ ਸਾਡੇ ਕੋਲ ਕੁਝ ਹੈ ਹੀ ਨਹੀਂ, ਅਸੀਂ ਉਹਨੂੰ ਚੰਗਾ ਜਾਂ ਮਾੜਾ ਕਹਿ ਹੀ ਨਹੀਂ ਸਕਦੇ ਕੁਝ। ਉਖਲਾ ਸਾਹਿਬ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਸੋ ਆਪਣੀ ਗੱਲਬਾਤ ਹੋ ਰਹੀ ਹੈ ਪੰਜਾਬ ਤੋਂ, ਲੇਖਕ ਨੇ, ਕੈਨੇਡੀਅਨ ਸਿਟੀਜ਼ਨ ਨੇ, ਪੁਰਾਣੇ ਪੱਤਰਕਾਰ ਵੀ ਨੇ, 15-20 ਸਾਲ ਪੱਤਰਕਾਰੀ ਵੀ ਕੀਤੀ ਹੈ, ਸਰਬਜੀਤ ਉਖਲਾ ਸਮਾਜ ਸੇਵਕ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਤਰਕਸ਼ੀਲ ਵੀ ਨੇ, ਜਿਨ੍ਹਾਂ ਨੇ ਰਮਾਇਣ ਬੁੱਧੀ ਕੀ ਕਸੌਟੀ 'ਤੇ ਹਿੰਦੀ ਦੇ ਵਿੱਚ ਇਹਨਾਂ ਦੀਆਂ 9 ਕਿਤਾਬਾਂ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚ 2-3 ਛਪ ਚੁੱਕੀਆਂ ਨੇ। ਇਸ ਬਾਰੇ ਆਪਾਂ ਚਰਚਾ ਕਰਾਂਗੇ ਸਰਬਜੀਤ ਉਖਲਾ ਨਾਲ ਇਸ ਬ੍ਰੇਕ ਤੋਂ ਬਾਅਦ। ਅਕਾਲ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ, ਤੇ ਨਾਲ ਸਵਾਗਤ ਹੈ ਲੇਖਕ, ਤਰਕਸ਼ੀਲ, ਵਾਤਾਵਰਨ ਦੀ ਗੱਲ ਕਰਨ ਵਾਲੇ ਸਰਬਜੀਤ ਉਖਲਾ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ, ਜਿਹੜੇ ਆਪਣੀਆਂ 6 ਕਿਤਾਬਾਂ ਤੋਂ ਬਾਅਦ ਇਹਨਾਂ ਦੇ 9 ਕਿਤਾਬਾਂ ਵੱਖ-ਵੱਖ ਚੈਪਟਰ ਆ ਰਹੇ ਨੇ, ਜਿਸ ਦੇ ਵਿੱਚ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਬੁੱਧੀ ਕੀ ਕਸੌਟੀ 'ਤੇ ਰਮਾਇਣ ਦੇ ਵਿੱਚ ਜੋ ਇਤਿਹਾਸਕ ਨਾਵਾਂ ਤੇ ਥਾਵਾਂ ਦਾ ਜ਼ਿਕਰ ਕੀਤਾ ਗਿਆ, ਉਸ 'ਤੇ ਚਰਚਾ ਹੋ ਰਹੀ ਹੈ। ਉਖਲਾ ਸਾਹਿਬ, ਬਹੁਤ ਸਾਰੇ ਦੁਨੀਆ ਦੇ ਵਿੱਚ ਜਿਹੜੇ ਗ੍ਰੰਥ ਨੇ, ਧਰਮ ਗ੍ਰੰਥ ਨੇ, ਉਹਨਾਂ 'ਤੇ ਚਰਚਾਵਾਂ ਚੱਲ ਰਹੀਆਂ ਨੇ, ਵਾਦ ਵਿਵਾਦ ਵੀ ਨੇ, ਸਿੱਖੀ ਦੇ ਵਿੱਚ ਵੀ ਕੁਝ ਹੈਗੇ ਨੇ, ਪੁਰਾਣੇ ਧਰਮ ਨੇ ਉਹਨਾਂ 'ਚ ਜ਼ਿਆਦਾ ਨੇ। ਜੇ ਤੁਸੀਂ ਇਸਲਾਮ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਰਸ਼ਦੀ ਦਾ ਨਾਮ ਆਉਂਦਾ, ਜਿਸ ਨੇ ਸੈਨੇਟਿਕ ਵਰਸਸ ਲਿਖੀ ਸੀ, ਤਸਲੀਮਾ ਨਸਰੀਨ ਦਾ ਜ਼ਿਕਰ ਆਉਂਦਾ ਹੈ, ਤੇ ਪੇਰੀਅਰ ਦਾ ਜ਼ਿਕਰ ਆਉਂਦਾ ਹੈ ਇੰਡੀਆ ਦੇ ਵਿੱਚ, ਜਿਹਨੇ ਰਮਾਇਣ ਬਾਰੇ ਕੁਝ ਤੱਥ ਲਿਖੇ ਸੀ। ਸੱਚੀ ਰਮਾਇਣ ਪੇਰੀਅਰ ਨੇ ਲਿਖੀ ਸੀ, ਉਹ ਬੈਨ ਹੋ ਗਈ ਨਾ, ਬੈਨ ਹੋ ਗਈ। ਤਸਲੀਮਾ ਨਸਰੀਨ ਦਾ ਜ਼ਿਕਰ ਆਉਂਦਾ ਹੈ, ਕਿਉਂਕਿ ਧਰਮ ਇੱਕ ਆਸਥਾ ਦਾ ਵਿਸ਼ਾ, ਵਿਗਿਆਨਕ ਕਸੌਟੀ ਤੇ ਧਰਮ ਨੂੰ ਪਰਖਿਆ ਨਹੀਂ ਜਾ ਸਕਦਾ। ਜਿਹੜਾ ਅਯੁੱਧਿਆ ਦਾ ਫੈਸਲਾ ਸੀ, ਉਹ ਵੀ ਆਰਕੋਲੋਜੀਕਲ ਸਰਵੇ ਜਾਂ ਸਾਰਾ ਕੁਝ, ਚਲੋ ਆਪਾਂ ਨੂੰ ਪਤਾ ਹੀ ਹੈ। ਤੁਸੀਂ ਇਸ ਪਾਸੇ ਕਿਉਂ ਪਏ? ਮੈਂ ਇਸ ਪਾਸੇ ਤਾਂ ਇੰਡੀਆ ਦੀ ਫਿਲਾਸਫੀ ਨੂੰ ਫਰੋਲਣ ਵਾਸਤੇ ਹੀ ਪਿਆ ਕਿ ਸਾਡੇ ਸਮਾਜ ਦੀ ਮਾਨਸਿਕਤਾ ਨੂੰ ਗੁਲਾਮ ਬਣਾਉਣ ਵਾਲਾ ਹੀ ਕਿਹੜੀ ਫਿਲਾਸਫੀ ਸੀ, ਸਾਡੀ ਫਿਲਾਸਫੀ 'ਚ ਕਸਰ ਕੀ ਸੀ, ਜਿਹਦੇ ਕਰਕੇ ਸਾਡੇ ਸਾਰੇ ਸਮਾਜ ਦੀ ਮਾਨਸਿਕਤਾ ਗੁਲਾਮ ਹੋ ਗਈ। ਉਹਨੂੰ ਫੋਲਦਿਆਂ ਮੈਂ ਉੱਪਰ ਨੂੰ ਚੜ੍ਹਦਾ ਆ ਰਿਹਾ। ਤੇ ਮੈਂ ਹਿਸਟੋਰੀਕਲੀ ਜਿਵੇਂ ਪੀੜ ਹੈ, ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਉਤਪਤੀ, ਫਿਰ ਵੇਦ, ਉਪਨਿਸ਼ਦ ਤੇ ਰਮਾਇਣ, ਫਿਰ ਉਸ ਤੋਂ ਬਾਅਦ ਪੁਰਾਣਾਂ ਦੀ ਵਾਰੀ ਆ ਗਈ ਹੈ, ਭਗਵਤ ਪੁਰਾਣ 'ਤੇ ਸਟੱਡੀ ਚੱਲ ਰਹੀ ਆ ਮੇਰੀ। ਉਸ ਤੋਂ ਬਾਅਦ ਅੱਗੇ ਆਉਣਗੇ ਬਾਈਬਲ, ਕੁਰਾਨ ਸ਼ਰੀਫ, ਗੁਰੂ ਗ੍ਰੰਥ ਸਾਹਿਬ। ਮਤਲਬ ਜਿਸ ਸੀਕੁਐਂਸ 'ਚ ਉਹ ਘਟਨਾ ਵਾਪਰੀਆਂ ਲਿਖੇ ਗਏ, ਉਸੇ ਸੀਕੁਐਂਸ 'ਚ ਮੈਂ ਇਹਨਾਂ ਦੀ ਸਟੱਡੀ ਦਾ ਐਨਾਲਿਸਿਸ ਕਰ ਰਿਹਾ ਹਾਂ ਜੀ। ਜਦੋਂ ਆਪਾਂ ਰਮਾਇਣ ਦੀ ਇਤਿਹਾਸਿਕਤਾ ਤੇ ਨਜ਼ਰ ਮਾਰਦੇ ਹਾਂ, ਪਤਾ ਵੀ ਰਮਾਇਣ ਦੇ ਵਿੱਚ ਕੀ ਕੁਝ ਇਤਿਹਾਸਿਕ ਆ, ਕੀ ਕੁਝ ਨਹੀਂ। ਰਾਮਚੰਦਰ ਹੋਏ ਜਾਂ ਨਹੀਂ ਹੋਏ, ਕਿਸੇ ਵੀ ਰਮਾਇਣ ਤੋਂ ਇਹ ਪ੍ਰੂਵ ਨਹੀਂ ਹੁੰਦਾ ਕਿ ਉਹ ਹੋਏ, ਤੇ ਇਹ ਵੀ ਪ੍ਰੂਵ ਨਹੀਂ ਹੁੰਦਾ ਕਿ ਨਹੀਂ ਹੋਏ। ਮਤਲਬ ਕੋਈ ਇੱਕ ਬੰਦਾ ਉਹ ਘਟਨਾ ਬਿਲਕੁਲ ਕਾਲਪਨਿਕ ਵੀ ਹੋ ਸਕਦੀ ਆ, ਜਾਂ ਕੋਈ ਛੋਟੇ ਮੋਟੇ, ਜਿਵੇਂ ਉਸ ਟਾਈਮ 'ਚ ਜਿਵੇਂ ਜਨਪਦ ਗਿਣੇ ਜਾਂਦੇ ਸੀ, ਜਨਪਦ ਤੇ ਮਹਾਜਨਪਦ, ਛੋਟੀਆਂ ਰਿਆਸਤਾਂ, 10-10, 20-20 ਪਿੰਡਾਂ ਦੀਆਂ, 50 ਪਿੰਡਾਂ ਦੀਆਂ, ਉਸ ਤਰ੍ਹਾਂ ਦੇ ਕਿਸੇ ਛੋਟੀ ਰਿਆਸਤ ਦਾ ਕੋਈ ਰਾਜਕੁਮਾਰ ਹੋ ਸਕਦਾ ਹੈ। ਨਹੀਂ, ਇਹ ਤਾਂ ਦੇਖੋ, ਵੈਸੇ ਤਾਂ ਹਰ ਧਰਮ ਦੇ ਨਾਲ ਇਸ ਤਰ੍ਹਾਂ ਦੇ ਕੁਝ ਅਕੀਦੇ ਜੁੜ ਜਾਂਦੇ ਨੇ, ਕੁਝ ਮਿੱਥਾਂ ਜੁੜ ਜਾਂਦੀਆਂ ਨੇ। ਹੁਣ ਤੁਸੀਂ ਸਤਰੰਗੀ ਪੀਂਘ ਨੂੰ ਲੈ ਲਓ, ਹੈ ਨਾ, ਰੇਨਬੋ ਹੈ, ਉਹ ਤੇ ਪੂਰੀ ਦੁਨੀਆ ਦੀ ਸਾਂਝੀ ਹੈ, ਪਰ ਸਾਡੇ ਉਹਨੂੰ ਇੰਦਰਧਨੁਸ਼ ਕਿਹਾ ਜਾਂਦਾ। ਉਹ ਇਸ ਕਰਕੇ ਵੀ ਉਸ ਵੇਲੇ ਸਾਨੂੰ ਪਤਾ ਨਹੀਂ ਸੀ ਉਹ ਕੀ ਹੈ, ਉਸ ਕਰਕੇ ਉਦਾਂ ਦੇ ਨਾਂ ਦੇ ਦਿੱਤੇ ਗਏ। ਮਤਲਬ ਖਿੱਤੇ ਦੇ ਵਿੱਚ ਉਸ ਚੀਜ਼ ਨੂੰ ਆਪਣੇ ਮੁਤਾਬਕ, ਕਿਉਂਕਿ ਹਿੰਦੂ ਧਰਮ ਬਿੱਥ ਮੁਤਾਬਕ। ਤੁਸੀਂ ਹੋਰ ਵੇਖੋ ਕਿ ਜਦੋਂ 1906 ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ, ਤਾਂ ਕੁਝ ਲੋਕ, ਕਿਉਂਕਿ ਧਰਤੀ ਨੂੰ ਮਾਂ ਮੰਨਿਆ ਜਾਂਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਧਰਤੀ ਨੂੰ ਮਾਂ ਮੰਨਦਾ। ਗੁਰੂ ਨਾਨਕ ਸਾਹਿਬ ਦਾ ਜੋ ਵਾਕ ਹੈ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਬਿਲਕੁਲ। ਤੇ ਭਾਰਤੀਆਂ ਨੇ ਆਖਿਆ ਕਿ ਭਾਰਤ ਦੀ ਮਾਂ ਹੈ, ਕਿਉਂਕਿ ਧਰਤੀ ਨੂੰ ਅਸੀਂ ਮਾਂ ਮੰਨਦੇ ਹਾਂ, ਤੇ ਇਸ ਦੌਰਾਨ ਮਾਂ ਬੋਲੀ ਨੂੰ ਵੀ ਮਾਂ ਮੰਨਦੇ ਹਾਂ। ਹਾਂਜੀ, ਇੱਕ ਸਾਡੀ ਮਾਂ ਹੈ ਜਿਹੜੀ ਸਾਨੂੰ ਜਾਣਦੀ ਹੈ। ਪਰ ਉਸ ਵਕਤ ਇੱਕ ਬੰਗਾਲੀ ਆਰਟਿਸਟ ਨੇ ਇੱਕ ਤਸਵੀਰ ਬਣਾਈ, ਜਿਹਦੇ ਵਿੱਚ ਉਹਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਔਰਤ ਦੇ ਰੂਪ ਦੇ ਵਿੱਚ
ਕਿਉਂਕਿ ਧਰਤੀ ਨੂੰ ਫੀਮੇਲ ਦੇ ਤੌਰ ਤੇ ਅਸੀਂ ਲੈਂਦੇ ਹਾਂ। ਹਾਂਜੀ ਉਹਨਾਂ ਨੇ ਇੱਕ ਔਰਤ ਦੀ ਤਸਵੀਰ ਬਣਾ ਦਿੱਤੀ, ਉਹਦਾ ਚਿੱਤਰ ਬਣਾ ਦਿੱਤਾ, ਤੇ ਹੌਲੀ ਹੌਲੀ ਉਹ ਜਿਹੜੀ ਭਾਰਤ ਮਾਤਾ ਬਣ ਗਈ, ਜਿਸ ਤੇ ਹਿੰਦੂ ਧਰਮ ਨੇ ਆਪਣਾ ਕਬਜ਼ਾ ਕਰ ਲਿਆ। ਅੱਜ ਇਸਲਾਮ ਵਾਲੇ ਜਿਹੜੇ ਨੇ ਉਹ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ, ਸਿੱਖ ਨਹੀਂ ਕਹਿੰਦੇ, ਉਹ ਮਤਲਬ ਹਿੰਦੂ ਦੇਵੀ ਦੇ ਤੌਰ ਤੇ ਉਹਨੂੰ ਮਾਨਤਾ ਮਿਲ ਗਈ ਭਾਰਤ ਮਾਤਾ। ਇਹ ਹਿੰਦੂ ਧਰਮ ਦੀ ਫਿਤਰਤ ਹੈ ਕਿ ਉਹ ਹਰ ਚੀਜ਼ ਦਾ ਮਤਲਬ ਦੈਵੀਕਰਨ ਕਰ ਦਿੰਦਾ। ਬਿਲਕੁਲ। ਇਸ ਦੌਰਾਨ ਪੇਰੀਅਰ ਦੀ ਜਿਹੜੀ ਲਿਖੀ ਕਿਤਾਬ ਸੀ ਰਮਾਇਣ ਦੇ ਬਾਰੇ, ਉਹ ਬੈਨ ਹੋ ਗਈ। ਹਾਂਜੀ ਪੰਡਤ ਨਹਿਰੂ ਨੇ ਡਿਸਕਵਰੀ ਆਫ ਇੰਡੀਆ ਲਿਖਿਆ, ਬਹੁਤ ਸਾਰੇ ਜਿਹੜੀਆਂ ਤੁਸੀਂ ਚੀਜ਼ਾਂ ਦਾ ਜ਼ਿਕਰ ਕੀਤਾ ਇਹੀ ਉਹਨਾਂ ਨੇ ਕੀਤਾ, ਪਰ ਉਹ ਪਾਵਰਫੁਲ ਸੀ, ਉਹ ਬੈਨ ਨਹੀਂ ਹੋਇਆ। ਆਪਣੇ ਵੀ ਉਹ ਕੁਬਰ ਦੀ ਕਿਤਾਬ ਸੀ, ਦੇਵਪੁਰਸ਼ ਹਾਰ ਗਏ, ਮੈਨੂੰ ਯਾਦ ਹੈ ਸਰਜੀਤ ਕੁਮਾਰ ਜਾਣੀ ਉਹਨਾਂ ਨੇ ਬਾਦਲ ਸਾਹਿਬ ਤੋਂ ਕਹਿ ਕੇ ਪਾਬੰਦੀ ਲਾਈ, ਬਰਬਲੀ ਲੱਗੀ, ਉਹ ਅੱਜ ਵੀ ਵਿਕ ਰਹੀ ਹੈ। ਇਹ ਤਰਕ ਦਾ, ਧਰਮ ਦਾ, ਇਤਿਹਾਸ ਦਾ, ਵਿਗਿਆਨ ਦਾ ਵਖੇੜਾ ਬਹੁਤ ਲੰਮਾ ਹੈ। ਪਰ ਇਸ ਦੌਰਾਨ ਜੇ ਇਤਿਹਾਸਿਕ ਘਟਨਾਵਾਂ ਪਰ ਰਮਾਇਣ ਤੱਕ ਸੀਮਤ ਰਹੀਏ, ਕੀ ਇਸ ਦੇ ਵਿੱਚ ਤੁਸੀਂ ਹੋਰ ਵਾਚਿਆ? ਮੈਂ ਤੁਹਾਨੂੰ ਰਾਮਚੰਦਰ ਦੇ ਜਨਮ ਤੋਂ ਲੈ ਕੇ ਗੱਲ ਪਹਿਲਾਂ ਛੇੜੀ ਸੀ ਆਪਾਂ ਕਿ ਉਸ ਵੇਲੇ ਲੰਕਾ ਟਾਪੂ ਰੂਪ ਵਿੱਚ ਨਹੀਂ ਸੀ। ਉਸ ਤੋਂ ਅੱਗੇ ਆਪਾਂ ਆਉਂਦੇ ਹਾਂ ਤੇ ਅਯੋਧਿਆ ਸ਼ਹਿਰ ਦੀ ਐਗਜ਼ਿਸਟੈਂਸ ਨਹੀਂ ਸੀ। ਅਯੋਧਿਆ ਰਾਮਚੰਦਰ ਜੀ ਦੇ 4000 ਸਾਲ ਮਗਰੋਂ ਵਸਣਾ ਸ਼ੁਰੂ ਹੋਇਆ। ਇਹਦਾ ਕੜਾਮ ਦਾ ਸੌਰੀ ਕਿਤੇ ਜ਼ਿਕਰ ਆਉਂਦਾ ਵੀ ਇਹ ਇਹਦਾ ਨਾਨਕਾ ਘਰ? ਕੜਾਮ ਨਹੀਂ ਜ਼ਿਕਰ ਆਉਂਦਾ, ਇੱਕ ਗਰਹਾਮ ਨਾਂ ਦਾ ਸ਼ਹਿਰ ਦੱਸਿਆ ਗਿਆ ਉਹਦੇ ਵਿੱਚ। ਉਹਦੀ ਲੋਕੇਸ਼ਨ ਪੰਜਾਬ ਨਹੀਂ, ਉਹਦੀ ਕੋਈ ਲੋਕੇਸ਼ਨ ਨਹੀਂ ਦੱਸੀ। ਗਰਹਾਮ ਨਹੀਂ, ਉਧਰ ਉਸੇ ਸਾਈਡ ਤੇ ਸਾਰਾ ਕੁਝ, ਕੋਈ ਇਸ ਤਰ੍ਹਾਂ ਦਾ ਮਤਲਬ ਕੜਾਮ ਦਾ ਜਿਹੜਾ ਪੁਰਾਣਾ ਕਿਲਾ ਜਿਹਨੂੰ ਕਹਿੰਦੇ ਇੱਥੇ ਜਨਮ ਹੋਇਆ, ਉਹ ਨਹੀਂ ਆਉਂਦਾ ਉਹਦੇ? ਨਹੀਂ, ਇਸ ਤਰ੍ਹਾਂ ਦਾ ਕੋਈ ਕਿਸੇ ਰਮਾਇਣ 'ਚ ਕੋਈ ਜ਼ਿਕਰ, ਕਿਸੇ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ ਉਹਦੇ 'ਚ। ਤੇ ਜਦੋਂ ਆਪਾਂ ਦੂਜੇ ਤਰ੍ਹਾਂ ਦੇਖਦੇ ਹਾਂ ਇਹਨੂੰ, ਥਾਵਾਂ ਤੋਂ ਬਾਹਰ ਨਿਕਲਦੇ ਹਾਂ, ਤੇ ਰਮਾਇਣ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਰਾਮਚੰਦਰ ਜੀ ਨੇ ਹਜ਼ਾਰਾਂ ਜੱਗ ਕਰਾਏ। ਇੱਕ ਜੱਗ 'ਚ ਉਹਨਾਂ ਨੂੰ ਬ੍ਰਾਹਮਣਾਂ ਨੂੰ 10,000 ਸਵਰਨ ਮੁਦਰਾ ਦਾਨ ਕੀਤੀਆਂ। ਮੁਦਰਾ ਲਿਖਿਆ ਗਿਆ, ਸਵਰਨ ਮੁਦਰਾ ਦਾ ਲਿਖਿਆ ਗਿਆ ਬਕਾਇਦਾ। ਸਵਰਨ ਮੁਦਰਾ ਜਿਹੜੀ ਆ 150 ਤੋਂ 165 ਤੋਂ 150 BC ਦੇ ਦਰਮਿਆਨ ਇੱਕ ਮਿਲਿੰਡਰ ਨਾਂ ਦਾ, ਮਿਲਿੰਦ ਵੀ ਜਿਹਨੂੰ ਕਹਿੰਦੇ ਮਿਲਿੰਦ ਜਾਂ ਮਨੇਂਡਰ ਨਾਂ ਦਾ ਰਾਜਾ ਹੋਇਆ ਕੰਧਾਰ ਦੇ ਨੇੜੇ, ਕਾਬਲ ਕੰਧਾਰ। ਹਾਂਜੀ, ਉਸ ਰਾਜੇ ਨੇ ਉਹ ਸਵਰਨ ਮੁਦਰਾ 150 BC ਦੇ ਆਸ-ਪਾਸ ਜਾਰੀ ਕੀਤੀ। ਉਦੋਂ ਪਹਿਲਾਂ ਸਵਰਨ ਮੁਦਰਾ ਨਹੀਂ ਸੀ, ਸੋਨੇ ਦੀ ਕਰੰਸੀ ਨਹੀਂ ਸੀ। ਤੇ ਜੇ ਸੋਨੇ ਦੀ ਕਰੰਸੀ ਨਹੀਂ ਸੀ ਤੇ ਰਾਮਚੰਦਰ ਉਸ ਤੋਂ ਬਹੁਤ ਸਾਲ ਪਹਿਲਾਂ 10,000 ਸੋਨੇ ਦੀਆਂ ਜਿਹੜੀਆਂ ਮੋਹਰਾਂ ਸੀ ਉਹ ਦਾਨ ਕਿਵੇਂ ਕਰ ਗਏ? ਉਸ ਤੋਂ ਬਾਅਦ ਅਗਲਾ ਸਟੈਪ ਆਉਂਦਾ ਹੈ ਕਿ ਇੱਕ ਥਾਂ ਤੇ ਲਿਖਿਆ ਹੋਇਆ ਕਿ ਜਦੋਂ ਰਾਮਚੰਦਰ ਜੀ ਦਾ ਰਾਜ ਤਿਲਕ ਹੋਇਆ, ਤਿਲਕ ਅਭਿਸ਼ੇਕ ਵਰਡ ਵਰਤਿਆ ਹੋਇਆ, ਤਿਲਕ ਅਭਿਸ਼ੇਕ ਹੁੰਦਾ ਹੈ, ਤਾਂ ਉਹ 30 ਕਰੋੜ ਅਸ਼ਰਫੀਆਂ 30 ਕਰੋੜ ਅਸ਼ਰਫੀਆਂ ਬ੍ਰਾਹਮਣਾਂ ਨੂੰ ਦਾਨ ਕੀਤੀਆਂ। ਕਿੰਨੀ ਕਾਸਟ ਹੈ ਅਸ਼ਰਫੀ? ਤਾਂ ਮੇਰੇ ਖਿਆਲ ਮੁਸਲਮ ਕਰੰਸੀ ਹੈ। ਅਸ਼ਰਫੀ ਮੁਸਲਮ ਕਰੰਸੀ ਆ, ਤੇ ਇੱਕ ਅਸ਼ਰਫੀ ਜਿਹੜੀ ਆ 3 ਅਸ਼ਰਫੀਆਂ 1 ਤੋਲੇ ਦੇ ਬਰਾਬਰ ਹੁੰਦੀਆਂ, 10 ਗ੍ਰਾਮ ਦੀਆਂ। ਅੱਜ ਦੇ ਹਿਸਾਬ ਨਾਲ ਜੇ ਲਾਈਏ 3 ਅਸ਼ਰਫੀਆਂ 10 ਗ੍ਰਾਮ ਦੀਆਂ ਹੁੰਦੀਆਂ, ਤੇ 30 ਕਰੋੜ ਅਸ਼ਰਫੀਆਂ ਦਾ ਭਾਰ 9,000 ਕੁਇੰਟਲ ਸੋਨਾ ਬਣਦਾ ਹੈ। ਉਹ ਇੰਨੇ ਛੋਟੇ ਰਾਜੇ ਕੋਲ 9,000 ਕੁਇੰਟਲ ਸੋਨਾ ਮੁਮਕਿਨ ਨਹੀਂ ਹੁੰਦਾ। ਮੰਨ ਲਓ ਮਿੱਟੀ ਦਾ ਸੋਨਾ ਬਣਾ ਕੇ ਦੇਤਾ। ਪਰ ਦੂਜੇ ਪਾਸੇ ਜਦੋਂ ਇਤਿਹਾਸਿਕ ਤੌਰ ਤੇ ਦੇਖਦੇ ਆ ਤਾਂ ਰਾਮਚੰਦਰ ਤਾਂ ਕਈ ਹਜ਼ਾਰ ਸਾਲ ਪਹਿਲਾਂ ਹੋਏ ਦੱਸੇ ਜਾਂਦੇ ਆ। ਅਸ਼ਰਫੀ ਮੁਸਲਮਾਨ ਸਿੱਖ ਹੈ, ਤੇ ਮੁਸਲਮਾਨ ਜਿਹੜੇ ਆ ਹਜ਼ਰਤ ਮੁਹੰਮਦ ਦਾ ਜਨਮ ਜਿਹੜਾ 570 ਈਸਵੀ ਸਨ ਚ ਹੁੰਦਾ ਹੈ। ਉਹ 8ਵੀਂ 9ਵੀਂ ਸਦੀ ਚ ਅਸ਼ਰਫੀਆਂ ਹੁੰਦੀਆਂ। 40 ਸਾਲ ਦੀ ਉਮਰ ਚ ਉਹਨਾਂ ਨੂੰ ਇਲਹਾਮ ਹੁੰਦਾ ਹੈ, ਯਾਨੀ ਕਿ 610 ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਪ੍ਰਚਾਰ ਸ਼ੁਰੂ ਕਰਦੇ ਆ। ਇਹ 7ਵੀਂ ਸਦੀ ਦੇ ਅੱਧ ਚ ਆ ਕੇ ਕਿਤੇ 650-60 ਤੋਂ ਬਾਅਦ ਕੋਈ ਮੁਸਲਮਾਨ ਰਾਜੇ ਬਣੇ ਹੋਣਗੇ, ਫਿਰ ਆਪਾਂ ਕਹਿ ਸਕਦੇ ਹਾਂ ਅਸ਼ਰਫੀਆਂ ਬਣੀਆਂ। ਤੇ ਰਾਮਚੰਦਰ ਉਹ 5000 ਸਾਲ ਪਹਿਲਾਂ ਹੀ ਦਾਨ ਕਿਵੇਂ ਕਰ ਗਏ? ਇਹ ਚੀਜ਼ਾਂ ਪ੍ਰੂਵ ਕਰਦੀਆਂ ਵੀ ਅਸਲ ਰਮਾਇਣ ਅਸ਼ਰਫੀ ਵਾਲਮੀਕ ਰਮਾਇਣ ਚ ਵੀ ਆਉਂਦਾ, ਤੁਲਸੀ ਚ ਵੀ ਆਉਂਦਾ, ਦੋਨਾਂ ਚ ਆਉਂਦਾ। ਇਹ ਚੀਜ਼ਾਂ ਪ੍ਰੂਵ ਕਰਦੀਆਂ ਵੀ ਅਸਲ ਰਮਾਇਣ ਨੂੰ ਵਿਗਾੜਿਆ ਗਿਆ, ਉਹਦੇ ਚ ਬਹੁਤ ਸਾਰੀਆਂ ਹੋਰ ਗੱਲਾਂ ਪਾਈਆਂ ਗਈਆਂ, ਉਹਨਾਂ ਨੂੰ ਗਲੋਰੀਫਾਈ ਕੀਤਾ। ਪੁਰੋਹਿਤਵਾਦ ਨੇ ਆਪਣੇ ਮਤਲਬ ਲਈ ਵਰਤਣ ਵਾਸਤੇ ਇੰਨਾ ਦਾਨ, ਥਾਂ ਤੇ ਦਾਨ ਬ੍ਰਾਹਮਣਾਂ ਨੂੰ ਦਿੱਤਾ ਗਿਆ, ਜਿਹੜਾ ਇਕੱਲੇ ਬ੍ਰਾਹਮਣਾਂ ਨੂੰ ਦਿੱਤਾ ਗਿਆ। ਮਤਲਬ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਬ੍ਰਾਹਮਣਾਂ ਨੂੰ ਦਾਨ ਦਿਓ। ਇਹਦੇ ਨਾਲ ਇਹ ਵੀ ਹੈ ਕਿ ਹਰ ਥਾਂ ਤੇ, ਸੈਂਕੜੇ ਥਾਵਾਂ ਤੇ ਰਾਮਚੰਦਰ ਦੇ ਮੂੰਹੋਂ ਕਹਾਇਆ ਗਿਆ ਵੀ ਮੈਂ ਬ੍ਰਾਹਮਣਾਂ ਦਾ ਦਾਸ ਆ, ਮੇਰਾ ਸਭ ਕੁਝ ਬ੍ਰਾਹਮਣਾਂ ਵਾਸਤੇ ਆ, ਬ੍ਰਾਹਮਣ ਮੇਰੇ, ਮੈਂ ਉਹਨਾਂ ਦੇ ਪੈਰਾਂ ਦੇ ਬਰਾਬਰ। ਮਤਲਬ ਕਈ ਥਾਵਾਂ ਤੇ ਇਹ ਗੱਲਾਂ ਹੈਗੀਆਂ। ਇਹ ਕਹਾਇਆ ਗਿਆ ਵੀ ਜਦੋਂ, ਮਤਲਬ ਇਹ ਰਾਮ ਨਹੀਂ ਕਹਿ ਰਿਹਾ, ਰਾਮ ਕੋਲ ਇੱਕ ਰਾਈਟਰ ਜਿਹੜਾ ਉਹਦੇ 'ਚ ਪ੍ਰਖੇਪਣ ਕਰ ਰਿਹਾ, ਜਿਹੜਾ ਮਿਲਾਵਟ ਕਰ ਰਿਹਾ, ਉਹ ਕਹਾ ਰਿਹਾ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਜੇ ਇੱਕ ਰਾਜਾ, ਐਡਾ ਵੱਡਾ ਰਾਜਾ ਭਗਵਾਨ ਦੇ ਬਰਾਬਰ ਜਿਹਨੂੰ ਮੰਨਿਆ ਜਾ ਰਿਹਾ, ਉਹ ਬ੍ਰਾਹਮਣ ਦੇ ਪੈਰਾਂ 'ਚ ਆ, ਤਾਂ ਅਸੀਂ ਤਾਂ ਚੀਜ਼ ਹੀ ਕੁਝ ਨਹੀਂ ਹੈਗੇ। ਸਿਰਫ ਇਹ ਬ੍ਰਾਹਮਣਾਂ ਦੀ ਸੁਪਰਮੇਸੀ ਸਾਬਤ ਕਰਨ ਵਾਸਤੇ ਤੇ ਹਰ ਚੀਜ਼ ਤੇ ਉਹਨਾਂ ਦੇ ਅਧਿਕਾਰ ਸਾਬਤ ਕਰਨ ਵਾਸਤੇ, ਦਾਨ ਦਕਸ਼ਣਾ ਲੈਣ ਵਾਸਤੇ ਪੁਜਾਰੀਵਾਦ ਨੇ ਇਹ ਰੂਪ ਦਿੱਤਾ ਹੈ। ਹੋਰ ਕੀ ਸਟੱਡੀਜ਼ ਇਸ ਦੇ ਵਿੱਚ ਆਈਆਂ? ਕਿਉਂਕਿ ਅਸੀਂ ਐਕਚੁਅਲੀ ਸਟੱਡੀ ਨਹੀਂ ਕਰ ਪਾਉਂਦੇ ਹਰ ਧਰਮ ਵਾਲੇ,
ਅਸੀਂ ਪੁਜਾਰੀ ਤੋਂ ਹੀ ਪਾਠ ਕਰਾਉਣੇ ਆ, ਆਪ ਨਹੀਂ ਪੜ੍ਹਦੇ। ਬਿਲਕੁਲ, ਮੈਨੂੰ ਇਹਦੇ 'ਚ ਜਿਹੜੀ ਸਭ ਤੋਂ ਸਟੱਡੀ ਵਾਲੀ ਗੱਲ ਲੱਗੀ ਆ, ਮੈਂ ਘੱਟੋ ਘੱਟ 5 ਸ਼ਾਸਤਰੀਆਂ ਨਾਲ ਡਿਸਕਸ਼ਨ ਕੀਤੀ ਇਹਦੇ ਤੇ, ਕਰਮਕਾਂਡ ਕਰਨ ਵਾਲੇ ਬ੍ਰਾਹਮਣਾਂ ਨਾਲ ਵੀ ਕੀਤੀ, ਤੇ ਉਹ ਹੈਰਾਨ ਮੈਨੂੰ ਉਦੋਂ ਹੋਣਾ ਪਿਆ ਜਦੋਂ ਵੇਖਿਆ ਉਹਨਾਂ ਨੇ ਰਮਾਇਣ ਪੜ੍ਹੀ ਨਹੀਂ। ਉਹ ਕਹਿੰਦੇ ਜੀ ਜਿਹੜੇ ਸ਼ਾਸਤਰੀ, ਉਹ ਕਹਿੰਦੇ ਅਸੀਂ ਤਾਂ ਜਿਹੜੇ ਚੈਪਟਰ ਸਾਨੂੰ ਲੱਗੇ ਸੀ ਉਹੀ ਚੈਪਟਰ ਪੜ੍ਹੇ ਆ। ਜਦੋਂ ਮੈਂ ਉਹਨਾਂ ਦੇ ਅੱਗੇ ਰੱਖੀ ਤੇ ਉਹ ਕਹਿੰਦੇ ਜੀ ਇੰਨੇ ਸਵਾਲ ਉਠਾ ਦਿੱਤੇ ਤੁਸੀਂ, ਸਾਡੇ ਕੋਲ ਜਵਾਬ ਨਹੀਂ ਹੈਗਾ। ਮੈਂ ਕਹਿੰਦਾ ਵੀ ਤੁਸੀਂ ਰਮਾਇਣ ਪੜ੍ਹੀ ਆ? ਉਹ ਕਹਿੰਦੇ ਜੀ ਇਹ ਚੀਜ਼ਾਂ ਤਾਂ ਉਹਦੇ 'ਚ ਹੈ ਨਹੀਂ, ਅਸੀਂ ਤਾਂ ਫਲਾਣੀ ਕਿਤਾਬ ਪੜ੍ਹੀ ਆ। ਮੈਂ ਲਿਆ ਕੇ ਉਹਨਾਂ ਦੇ ਫਲਾਣੀ ਅੱਗੇ ਰੱਖਤੀ ਵੀ ਮੇਰੇ ਕੋਲ ਤਾਂ ਸਾਰੀਆਂ ਪਈਆਂ, ਤੁਸੀਂ ਇਹਦੇ 'ਚੋਂ ਲੱਭ ਲਓ, ਉਹ ਵੇਖ ਲਓ ਵੀ ਹੈਗੀ ਆ। ਫਿਰ ਉਹਨਾਂ ਕੋਲ ਇਹ ਜਵਾਬ ਨਹੀਂ। ਤੁਹਾਡੀ ਇਹ ਗੱਲ ਜਿਹੜੀ ਵੀ ਨਹੀਂ ਪੜ੍ਹੀ, ਇਹ ਗੱਲ ਜਿਹੜੀ ਆ ਸੱਚੀ ਮੁੱਚੀ ਆ ਕਿ ਪੂਰੀ ਤਰ੍ਹਾਂ ਰਮਾਇਣ ਨਹੀਂ ਪੜ੍ਹੀ। ਜਿਹੜੇ ਪ੍ਰੋਫੈਸਰਾਂ ਨੇ ਪੜ੍ਹੀ, ਮੈਂ ਸੋਲਨ ਗਿਆ ਸੀ, ਸੋਲਨ ਸੰਸਕ੍ਰਿਤ ਕਾਲਜ ਪ੍ਰੋਫੈਸਰਾਂ ਨੂੰ ਮਿਲਿਆ, ਸੰਸਕ੍ਰਿਤ ਕਾਲਜ ਹੁਸ਼ਿਆਰਪੁਰ 'ਚ ਮਿਲਿਆ। ਉਹਨਾਂ ਨੇ ਇਹ ਗੱਲ ਤਾਂ ਮੰਨੀ ਕਿ ਇਹ ਸਾਰਾ ਕੁਝ ਬਾਅਦ 'ਚ ਮਿਲਾਵਟ ਆ। ਜਦੋਂ ਮੈਂ ਉਹਨਾਂ ਨੂੰ ਇਹ ਕਹਿਣਾ ਹੈ ਤੁਸੀਂ, ਤੁਹਾਨੂੰ ਪਤਾ ਹੈ ਵੀ ਬਾਅਦ 'ਚ ਮਿਲਾਇਆ ਗਿਆ, ਇਹ ਗਲਤ ਆ, ਫਿਰ ਪਾਠ ਹਿੱਸੇ ਦਾ ਹੋ ਰਿਹਾ ਹੈ, ਸਕੂਲਾਂ ਕਾਲਜਾਂ 'ਚ ਤੁਸੀਂ ਇਹੋ ਹੀ ਪੜ੍ਹਾ ਰਹੇ ਹੋ, ਤਾਂ ਤੁਸੀਂ ਉਹਨੂੰ ਸੋਧਦੇ ਕਿਉਂ ਨਹੀਂ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਹ ਗਲਤ ਆ ਜੀ, ਹਟਾਇਆ ਜਾਵੇ? ਕਹਿੰਦੇ ਜੀ ਇਹ ਸਾਡੇ ਵੱਸ ਦਾ ਰੋਗ ਨਹੀਂ ਹੈਗਾ, ਧਰਮ ਦਾ, ਆਸਥਾ ਦਾ ਮਾਮਲਾ, ਇਹ ਆਸਥਾ ਦਾ ਮਾਮਲਾ ਹੈ, ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਗਲਤ ਆ, ਹਾਲਾਂਕਿ ਪਤਾ ਉਹਨਾਂ ਨੂੰ। ਹੋਰ ਕੀ ਕੀ ਸਟੱਡੀਜ਼ ਇਸ ਦੇ ਵਿੱਚ ਚੈਪਟਰ ਵਾਈਜ਼? ਹੋਰ ਇਹਦੇ ਵਿੱਚ ਜਦੋਂ ਆਪਾਂ ਇਹਦੇ ਬਹੁਤ ਸਾਰੇ, ਜਿਸ ਤਰ੍ਹਾਂ ਇੰਡੀਅਨ, ਹਾਲਾਂਕਿ ਹਿੰਦੂ ਧਰਮ ਦੀ ਬਹੁਤ ਸਾਰੇ ਹਿਸਟੋਰੀਅਨ ਨੇ, ਉਹਨਾਂ ਨੇ ਵੀ ਕਈ ਕਿੰਤੂ ਕੀਤੇ ਨੇ, ਰੋਮੀਲਾ ਥਾਪਰ ਹੈ ਜਾਂ ਉਹਨਾਂ ਦੇ ਵਿੱਚ ਵਿਚਾ ਤੁਸੀਂ ਵਿੱਚ ਇੱਕ ਇਹਦੇ 'ਚ ਗੱਲ ਜਿਹੜੀ ਆ, ਰਮਾਇਣ ਦੇ ਵਿੱਚ ਰਿਸ਼ੀ ਦੱਸੇ ਗਏ ਆ 5,000 ਸਾਲ ਤਪੱਸਿਆ ਕਰ ਰਹੇ ਆ। ਬਹੁਤ ਸਾਰੇ ਰਾਖਸ਼ਾਂ ਦੀ ਗੱਲ ਆ ਜਿਹੜੇ ਕਿ ਰਾਖਸ਼ ਕਦੇ ਇਸ ਦੁਨੀਆ 'ਚ ਹੋਏ ਹੀ ਨਹੀਂ, ਕੋਈ ਅਪਸਰਾ ਨਹੀਂ ਹੋਈਆਂ, ਕੋਈ ਉਹ ਦੂਸਰੇ ਯਕਸ਼ ਵਗੈਰਾ ਨਹੀਂ ਹੋਏ, ਪਰ ਉਹਨਾਂ ਦੇ ਬਹੁਤ ਸਾਰੇ ਥਾਵਾਂ ਤੇ ਉਹਨਾਂ ਦਾ ਮੁਕਾਬਲਾ ਹੋ ਰਿਹਾ ਹੈ ਰਾਮਚੰਦਰ ਨਾਲ। ਦੂਜੀ ਗੱਲ ਆ ਉਮਰ ਦੀ, 5,000 ਸਾਲ ਦੀ ਉਮਰ ਦੱਸੀ ਆ। ਉਹੀ ਜਿਹੜੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਜੇ, ਜਿਹੜੇ ਵੇਦਾਂ ਦੇ ਵਿੱਚ ਉਹੀ ਰਿਸ਼ੀ ਜਿਹੜੇ ਆ, ਉਹ ਪ੍ਰਮਾਤਮਾ ਕੋਲ, ਇੰਦਰ ਦੇਵਤਾ ਕੋਲ, ਅਗਨੀ ਦੇਵਤਾ ਕੋਲ ਤਪੱਸਿਆ ਕਰ ਰਹੇ ਆ, ਆਰਾਧਨਾ ਕਰ ਰਹੇ ਆ, ਪੂਜਾ ਕਰ ਰਹੇ ਆ, ਜਾਂ ਹਵਨ ਕਰਦੇ ਹੋਏ ਮੰਗ ਕਰ ਰਹੇ ਆ ਕਿ ਸਾਨੂੰ ਸਿਹਤਮੰਦ ਉਮਰ ਦੇ ਦੇ, 100 ਸਾਲ ਦੀ ਉਮਰ ਦੇ ਦੇ। ਪਰ ਉਹ 100 ਸਾਲ ਦੀ ਉਮਰ ਮੰਗ ਰਹੇ ਆ ਆਪਣੇ ਵਾਸਤੇ, ਆਪਣੇ ਜਜਮਾਨ ਵਾਸਤੇ, ਤੇ ਉਹੀ ਰਿਸ਼ੀ ਜਦੋਂ ਰਮਾਇਣ 'ਚ ਪਹੁੰਚਦੇ ਆ ਤੇ ਉਹਨਾਂ ਦੀ ਉਮਰ 5,000 ਸਾਲ ਦਿਖਾਈ ਜਾਂਦੀ। ਜਿਸ ਤਰ੍ਹਾਂ ਸ਼ੰਭੂਕ ਦਾ ਕਤਲ ਹੁੰਦਾ ਹੈ, ਕਿਉਂਕਿ ਉਸ ਵਕਤ ਜਿਹੜੇ ਸ਼ੂਦਰ ਸੀਗੇ, ਜਿਹੜੇ ਹੇਠਲਾ ਵਰਗ ਸੀ, ਵਰਕਰ ਵਰਗ ਸੀ, ਉਹਨਾਂ ਨੂੰ ਬਹੁਤ ਸਾਰੇ ਜਿਹੜੇ ਨੇ ਅਧਿਕਾਰ ਨਹੀਂ ਸੀ, ਪਰ ਇਹਦੇ 'ਚ ਉਹ ਭੀਲਣੀ ਦੇ ਬੇਰਾਂ ਦਾ ਵੀ ਜ਼ਿਕਰ ਆਉਂਦਾ। ਹੋਰ ਵੀ ਕਈ ਅੱਛੀਆਂ ਘਟਨਾਵਾਂ ਨੇ ਕਿ ਸ਼੍ਰੀ ਰਾਮ ਉਹਨਾਂ ਨੂੰ ਵੀ ਮਾਨਤਾ ਦਿੰਦੇ ਆ। ਇਹਦੇ ਵਿੱਚ ਕਿਤੇ ਨਹੀਂ, ਇਹ ਜਿਹੜੀਆਂ ਰਮਾਇਣਾਂ ਉਹ ਬਾਅਦ ਜਿਹੜੀਆਂ ਹੋਰ ਰਮਾਇਣਾਂ 'ਚ ਕਥਾਵਾਂ ਜੋੜੀਆਂ ਜਾਂਦੀਆਂ ਨਾ, ਉਹਦੇ 'ਚ ਭੀਲਣੀ ਦਾ ਕੀ ਨਾਂ ਦੱਸਿਆ ਤੁਸੀਂ, ਮੈਨੂੰ ਨਾਮ ਦਿਮਾਗ 'ਚੋਂ ਨਿਕਲ ਗਿਆ, ਭੀਲਣੀ ਜਿਹੜੀ ਆ ਉਹਦਾ ਨਾਮ ਹੀ ਹੈਗਾ ਇਹਦੇ 'ਚ। ਉਹਨੇ ਜਦੋਂ ਉਹਨਾਂ ਨੂੰ ਬੇਰ ਖਵਾਏ ਆ, ਬੇਰਾਂ ਦਾ ਜ਼ਿਕਰ ਨਹੀਂ ਆਉਂਦਾ ਰਮਾਇਣ 'ਚ। ਮੈਂ ਰਾਮਲੀਲਾ 'ਚ ਵੇਖਿਆ ਬਚਪਨ 'ਚ, ਉਹ ਕਿਸੇ ਹੋਰ ਕਥਾ ਦੇ ਤੌਰ ਤੇ ਵਿੱਚ ਸ਼ਾਮਲ ਹੁੰਦਾ ਹੈ। ਉਹ ਦੋਨਾਂ ਰਮਾਇਣਾਂ ਜਿਹੜੀਆਂ ਪ੍ਰਮੁੱਖ ਨੇ ਉਹਨਾਂ 'ਚ ਭੀਲਣੀ ਦੇ ਜ਼ਿਕਰ ਨਹੀਂ ਆਉਂਦਾ। ਉਹਨਾਂ 'ਚ ਭੀਲਣੀ ਦਾ ਜ਼ਿਕਰ ਹੈਗਾ ਹੈ, ਪਰ ਉਹਦੇ ਵੱਲੋਂ ਝੂਠੇ ਬੇਰ ਖਵਾਏ ਜਾਣ ਦਾ ਜ਼ਿਕਰ ਨਹੀਂ ਆਉਂਦਾ। ਉਹਦੇ 'ਚ ਇਹ ਆਉਂਦਾ ਵੀ ਭੀਲ ਵੀ ਜੰਗਲੀ ਲੋਕ ਨੇ, ਉਹਨਾਂ ਨੂੰ ਵੀ ਸ਼ੂਦਰਾਂ ਵਾਂਗ ਟ੍ਰੀਟ ਕੀਤਾ ਜਾਂਦਾ, ਪਰ ਉਹਨਾਂ ਨੇ ਇਹ ਉਹਦੇ 'ਚ ਭੀਲਣੀ ਦੇ ਤੌਰ ਤੇ ਨਹੀਂ ਹੈਗਾ। ਇਹ ਲਿਖਿਆ ਹੋਇਆ ਸਿਰਫ ਕੀ ਪ੍ਰਸੰਗ ਆਇਆ ਭੀਲਣੀ ਦਾ, ਉਹ ਪ੍ਰਸੰਗ ਜਿਹੜਾ, ਉਸ ਪ੍ਰਸੰਗ 'ਚ ਇਹ ਆ ਵੀ ਉਹਨੂੰ ਭਾਵੇਂ ਤਪੱਸਿਆ ਕਰਨ ਦਾ ਅਧਿਕਾਰ ਨਹੀਂ ਸੀ, ਉਹਦੇ ਵਰਗ ਨੂੰ, ਉਹਦੇ ਵਰਣ ਨੂੰ ਅਧਿਕਾਰ ਨਹੀਂ ਸੀ, ਪਰ ਕਿਉਂਕਿ ਉਹ ਰਾਮ ਨੂੰ ਜ਼ਿਆਦਾ ਪਿਆਰ ਕਰਦੀ ਸੀ, ਰਾਮ ਨੂੰ ਚਾਹੁੰਦੀ ਸੀ, ਉਹ ਬਜ਼ੁਰਗ ਸੀ, ਬਜ਼ੁਰਗ ਦਿਖਾਈ ਇਹਦੇ ਵਿੱਚ, ਉਹ ਬਜ਼ੁਰਗ ਔਰਤ ਸੀ ਜਿਹੜੀ ਪ੍ਰਮਾਤਮਾ ਨਾਲ ਜੁੜੀ ਹੋਈ ਸੀ, ਉਹਦਾ ਕਰਕੇ ਉਹਨੂੰ ਮਨਾਈ ਨਹੀਂ ਸੀ, ਤੇ ਰਾਮ ਨੇ ਉਹਦੇ ਕਰਕੇ ਉਹਨੂੰ ਦਰਸ਼ਨ ਦਿੱਤੇ ਤੇ ਉਹਦਾ ਉਧਾਰ ਕੀਤਾ। ਜਦੋਂ ਕਿ ਉਹ ਆਪਣੇ ਕਿਸੇ ਗੁਰੂ ਦੀ ਪਹਿਲਾਂ ਸੇਵਾ 'ਚ ਸੀਗੀ ਤੇ ਉਹ ਉਡੀਕ ਰਹੀ ਸੀ ਵੀ ਰਾਮਚੰਦਰ ਆਉਣਗੇ ਤੇ ਮੇਰਾ ਉਧਾਰ ਆਉਣਾ ਹੈ। ਤੇ ਹੈਰਾਨੀ ਦੀ ਗੱਲ ਇਹ ਆ ਵੀ ਉਹ ਆਉਂਦੇ ਆ ਤੇ ਉਹ ਅਸਮਾਨ ਨੂੰ ਉੱਡ ਜਾਂਦੀ ਆ, ਸਿੱਧੀ ਸੁਰਗ ਨੂੰ ਚਲੇ ਜਾਂਦੀ ਆ। ਅੱਛਾ, ਉਹਦੇ 'ਚ ਜਿਸ ਤਰ੍ਹਾਂ ਮਤਲਬ ਦਸ਼ਰਥ ਦਾ ਵੀ ਜ਼ਿਕਰ ਆਉਂਦਾ ਹੈ ਕਿ ਦਸ਼ਰਥ ਵੀ ਉਸ ਜੱਗ ਦੇ ਵਿੱਚ, ਜਹਾਜ਼ ਦੇ ਵਿੱਚ, ਪੁਸ਼ਪਕ ਦੇ ਵਿੱਚ ਆਏ। ਨਹੀਂ, ਦਸ਼ਰਥ ਜੱਗ 'ਚ ਪੁਸ਼ਪਕ ਵਿਮਾਨ 'ਚ ਨਹੀਂ ਆਉਂਦੇ। ਪੁਸ਼ਪਕ ਵਿਮਾਨ ਤਾਂ ਜਦੋਂ ਉਹਨਾਂ ਦੇ ਸ਼ਰਾਧ ਕਰ ਦਿੱਤੇ ਤੇ ਫਿਰ ਉਹ ਕਿਸ ਰੂਪ 'ਚ ਦੁਬਾਰਾ? ਪੁਸ਼ਪਕ ਵਿਮਾਨ ਰਾਵਣ ਕੋਲ ਸੀਗਾ, ਉਹ ਬਾਅਦ 'ਚ ਦੂਜੇ ਵਿਮਾਨ ਸਵਰਗ ਤੋਂ ਆਏ ਕਿਸੇ, ਉਹ ਸਵਰਗ ਤੋਂ ਆਪਣੇ ਵਿਮਾਨਾਂ 'ਚ ਆਉਂਦੇ ਆ ਜਦੋਂ ਲੰਕਾ ਦਾ ਜੰਗ ਜਿੱਤਿਆ ਜਾਂਦਾ ਹੈ। ਹੁਣ ਉਹ ਜਿਹੜੇ ਆਪਾਂ ਸਰੀਰਕ ਤੌਰ ਤੇ ਸਾਡੇ ਵਿੱਚ ਰਹੇ ਨਹੀਂ, ਅੰਤਮ ਸੰਸਕਾਰ ਹੋ ਚੁੱਕਿਆ ਹੈ, ਉਹ ਮੁੜ ਕੇ ਉੱਥੇ ਕਿਸ ਤਰ੍ਹਾਂ ਆ ਗਏ? ਇਸ ਤੋਂ ਪਹਿਲਾਂ ਆਪਾਂ ਚਲੇ ਜਾਂਦੇ ਹਾਂ ਉਹਨਾਂ ਦੇ ਜਨਮ ਤੇ।
ਜਦੋਂ ਕਿ ਜਨਮ ਵਾਸਤੇ ਜਿਹੜਾ ਯੱਗ ਕੀਤਾ ਜਾਂਦਾ ਹੈ, ਜਦੋਂ ਰਾਜਿਆਂ ਦੇ ਦਸ਼ਰਥ ਦੇ ਕਿਸੇ ਵੀ ਰਾਣੀ ਦੇ ਔਲਾਦ ਨਹੀਂ ਹੁੰਦੀ ਤਾਂ ਫਿਰ ਬ੍ਰਾਹਮਣ ਕਹਿੰਦੇ ਆ ਵੀ ਤੁਹਾਨੂੰ ਜੱਗ ਕਰਨਾ ਪਊਗਾ। ਇਹ ਵੀ ਕਥਾ ਬਾਅਦ ਚ ਜੋੜੀ ਗਈ ਆ। ਮੈਂ ਅਸ਼ਵਮੇਧ ਜੱਗ ਜਾਣੀ ਕਿ ਘੋੜੇ ਦਾ ਅਸ਼ਵਮੇਧ ਜੱਗ ਕਰਨਾ ਪਊ, ਘੋੜੇ ਦੀ ਬਲੀ ਦਿੱਤੀ ਜਾਊਗੀ। ਤੇ ਇਹਦੇ ਚ ਪਸ਼ੂ ਬਲੀ ਦੀ ਗੱਲ ਆਪਾਂ ਕਰਨੀ ਭੁੱਲ ਗਏ। ਅਸ਼ਵਮੇਧ ਜੱਗ ਦੇ ਉਹ ਜਦੋਂ ਜੱਗ ਕੀਤਾ ਜਾਂਦਾ ਤੇ ਹਵਨ ਕੁੰਡ ਚੋਂ, ਅਗਨੀ ਕੁੰਡ ਚੋਂ ਇੱਕ ਬੰਦਾ ਪ੍ਰਗਟ ਹੁੰਦਾ, ਇੱਕ ਜਿਹਦੇ ਹੱਥ 'ਚ ਸੋਨੇ ਦੀ ਪਰਾਤ ਆ, ਪਰਾਤ ਦੇ ਵਿੱਚ ਖੀਰ ਆ ਜਿਹੜੀ ਚਾਂਦੀ ਦੇ ਥਾਲ ਨਾਲ ਢੱਕੀ ਹੋਈ ਆ। ਉਹ ਆ ਕੇ ਦਸ਼ਰਥ ਨੂੰ ਕਹਿੰਦਾ ਵੀ ਇਹ ਖੀਰ ਆਪਣੀਆਂ ਰਾਣੀਆਂ ਨੂੰ ਖਵਾ ਦੇ ਤੇ ਉਹਨਾਂ ਦੇ ਪੁੱਤ ਹੋ ਜਾਣਗੇ। ਚਲੋ ਅੱਗੇ ਕਿੱਦਾਂ ਖਵਾਈ ਉਹ ਥੋੜੀ ਕੁ ਲੰਮੀ ਡਿਟੇਲ ਆਪਾਂ ਨਹੀਂ ਕਰਦੇ। ਉਹ ਖਵਾ ਦਿੰਦੇ ਆ ਤੇ ਤਿੰਨਾਂ ਹੀ ਰਾਣੀਆਂ ਦੇ ਪੁੱਤ ਹੋ ਜਾਂਦੇ ਆ। ਇੱਥੇ ਥੋੜਾ ਮੈਡੀਕਲੀ ਆਪਾਂ ਗੱਲ ਕਰੀਏ ਵੀ ਤਿੰਨਾਂ ਹੀ ਰਾਣੀਆਂ ਦੇ ਔਲਾਦ ਨਹੀਂ ਸੀ। ਇਹਦਾ ਮਤਲਬ ਕਿ ਰਾਣੀਆਂ 'ਚ ਕਸੂਰ ਨਹੀਂ ਸੀ। ਇਹਦਾ ਕਸੂਰ ਜੇ ਨਹੀਂ ਸੀ ਔਲਾਦ ਤੇ ਰਾਜੇ 'ਚ ਸੀ, ਪਰ ਖੀਰ ਖਵਾਈ ਜਾਂਦੀ ਆ ਰਾਣੀਆਂ ਨੂੰ। ਜਾਂ ਤਾਂ ਰਾਜੇ ਨੂੰ ਖੀਰ ਖਵਾਈ ਜਾਵੇ ਤੇ ਉਹਦੇ 'ਚ ਕੋਈ ਦਵਾਈ ਹੋਵੇ। ਬਹੁਤ ਸਾਰੇ ਲੋਕ ਸੇਬ ਔਰਤ ਹੀ ਖਾਂਦੀ ਹੈ, ਬੰਦਾ ਨਹੀਂ ਨਾ ਖਾਂਦਾ। ਇਹ ਤਾਂ ਹੁਣ ਵੀ ਹੋ ਰਿਹਾ। ਚਲੋ ਦੂਜੀ ਗੱਲ, ਅਗਨੀ ਕੁੰਡ 'ਚੋਂ ਕਦੇ ਕੋਈ ਇਸ ਤਰ੍ਹਾਂ ਲੈ ਕੇ ਪੈਦਾ ਨਹੀਂ ਹੁੰਦਾ, ਪਰ ਉਹ ਆਸਥਾ ਨਾ ਧਰਮ ਦੇ ਵਿੱਚ ਆਸਥਾ ਦਾ। ਦੂਜੀ ਗੱਲ ਆ ਅਸ਼ਵਬਲੀ ਦੀ। ਅਸ਼ਵਮੇਧ ਜੱਗ ਕਰਿਆ, ਅਸ਼ਵਬਲੀ ਕੀਤੀ। ਗੀਤਾ ਪ੍ਰੈਸ ਗੋਰਖਪੁਰ ਵਾਲਿਆਂ ਨੇ ਇਸ ਗੱਲ ਨੂੰ ਗੋਲ ਕਰ ਦਿੱਤਾ ਹੈ। ਅਸ਼ਵ ਨੂੰ ਬਲੀ ਡਾਇਰੈਕਟ ਦਿੰਦੇ ਹੋਏ ਨਹੀਂ ਦਿਖਾਇਆ। ਉਹਦੀ ਟ੍ਰਾਂਸਲੇਸ਼ਨ 'ਚ ਉਹਨਾਂ ਨੇ ਗੋਲ-ਮੋਲ ਕਰਿਆ ਹੈ। ਟ੍ਰਾਂਸਲੇਸ਼ਨ 'ਚ ਵੀ ਬਹੁਤ ਸਾਰੀ ਗੜਬੜ ਕੀਤੀ ਗਈ। 4 ਤਰ੍ਹਾਂ ਦੀ ਇਹਦੇ 'ਚ ਮਿਲਾਵਟ ਆ, ਉਹ ਆਪਾਂ ਬਾਅਦ 'ਚ ਡਿਸਕਸ ਕਰ ਲੈਂਦੇ ਆ। ਤੇ ਜਦੋਂ ਕਿ ਜਿਹੜੀ ਦੂਸਰੀ ਰਮਾਇਣ ਆ ਉਹਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਆਪਣੀ ਇੱਕ ਸੰਸਕ੍ਰਿਤ ਪ੍ਰਸਟਾਨ ਉਹਨਾਂ ਦੀ ਚਖੰਬਾ ਸੰਸਕ੍ਰਿਤ ਪ੍ਰਸਟਾਨ ਵਾਲਿਆਂ ਦੀ ਆ, ਉਹਦੇ 'ਚ ਸਪਸ਼ਟ ਲਿਖਿਆ ਹੋਇਆ ਬਲੀ ਦਿੱਤੀ ਗਈ। ਸੋ ਉਖਲਾ ਸਾਹਿਬ, ਇਸ ਦੌਰਾਨ ਜਿਹੜਾ ਕੀ ਤੁਹਾਡੇ ਤਜਰਬੇ ਰਹੇ? ਤੁਸੀਂ ਲੰਮਾ ਸਮਾਂ ਹਿਮਾਚਲ ਦੇ ਵਿੱਚ ਇਕਾਂਤ 'ਚ ਰਹਿ ਕੇ ਇਹ ਸਾਰਾ ਕੁਝ ਸਟੱਡੀ ਕੀਤਾ, ਬਹੁਤ ਸਾਰੇ ਜਿਹੜੇ ਵਿਦਵਾਨ ਸੀ ਉਹਨਾਂ ਦੇ ਨਾਲ ਸਾਂਝ ਪਾਈ। ਧਰਮ ਦਾ ਜਦੋਂ ਮਸਲਾ ਹੁੰਦਾ ਬਹੁਤ ਸਾਰੀਆਂ ਚੁਣੌਤੀਆਂ ਵੀ ਨਜ਼ਰ ਆਉਂਦੀਆਂ ਨੇ। ਮੈਂ ਸਲਮਾਨ ਰਸ਼ਦੀ ਦਾ ਜਾਂ ਹੋਰਾਂ ਦਾ ਜ਼ਿਕਰ ਕਰਦਾ। ਕੀ ਮਹਿਸੂਸ ਕਰਦੇ ਹੋ ਇਸ ਸਾਰੇ ਘਟਨਾਕ੍ਰਮ ਤੋਂ, ਜਾਂ ਭਵਿੱਖ ਤੁਸੀਂ ਕੀ ਵੇਖਦੇ ਹੋ? ਕਿਉਂਕਿ ਕਈ ਚੀਜ਼ਾਂ ਦਾ ਵਿਵਾਦ ਹੈ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਤੇ ਫਿਰ ਉਹਨੂੰ ਵਿਗਿਆਨਕ ਨਜ਼ਰੀਏ ਤੋਂ ਜਦੋਂ ਵੇਖਦੇ ਹਾਂ ਤੇ ਆਸਥਾ ਤੇ ਸਵਾਲ ਨਹੀਂ ਚੁੱਕੇ ਜਾ ਸਕਦੇ। ਕਾਨੂੰਨ ਵੀ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਨਹੀਂ, ਕਾਨੂੰਨ ਆਸਥਾ ਤੇ ਸਵਾਲ ਚੁੱਕਣ ਤੋਂ ਨਹੀਂ ਰੋਕਦਾ। ਮੇਰਾ ਮਕਸਦ ਨਾ ਆਸਥਾ ਤੇ ਸਵਾਲ ਚੁੱਕਣ ਤੇ, ਨਾ ਧਾਰਮਿਕ ਪਰਸਨੈਲਿਟੀਜ਼ ਤੇ ਨਾ ਹੀ ਜਿਹੜੇ ਪੂਜਣਯੋਗ ਗ੍ਰੰਥ ਆ ਉਹਨਾਂ ਤੇ। ਮੇਰਾ ਸਵਾਲ ਸੀਗਾ ਵੀ ਫਿਲਾਸਫੀ ਜਿਹੜੀ ਆ ਉਹਨੇ ਜਿਹੜੀ ਗਲਤ ਫਿਲਾਸਫੀ ਸਾਡੇ 'ਚ ਪ੍ਰਚਾਰੀ ਗਈ, ਉਹਨੇ ਨੁਕਸਾਨ ਕੀ ਕਰਿਆ? ਸਾਡਾ ਮਤਲਬ ਭਾਰਤੀਆਂ ਦੀ ਮਾਨਸਿਕਤਾ ਤੇ ਕੀ ਅਸਰ ਪਿਆ? ਹਾਂ, ਉਹਦਾ ਭਾਰਤ ਦੀ ਮਾਨਸਿਕਤਾ ਕੇ ਇਹ ਅਸਰ ਪਿਆ। ਇਹ ਸਾਰੇ ਕੁਝ ਦਾ ਅਸਰ ਇਹ ਪਿਆ ਵੀ ਜਿਹਨੂੰ ਬ੍ਰਾਹਮਣਵਾਦ ਵਿੱਚ ਰਮਾਇਣ 'ਚ ਲਿਖਿਆ ਵੀ ਬ੍ਰਾਹਮਣ ਤੋਂ ਮਤਲਬ ਮੇਰਾ ਜਾਤ ਤੋਂ ਨਹੀਂ, ਉਹ ਕਰਮਕਾਂਡੀ ਪੁਜਾਰੀਵਾਦ ਤੋਂ ਆ, ਪੁਰੋਹਿਤਵਾਦ ਤੋਂ ਆ। ਉਹ ਜਿਹੜਾ ਬ੍ਰਾਹਮਣਵਾਦ ਸੀ ਇਸ ਹੱਦ ਤੱਕ ਭਾਰੂ ਹੋ ਗਿਆ ਕਿ ਹਰ ਫੈਸਲਾ ਉਹਨਾਂ ਦੀ ਮਰਜ਼ੀ ਮੁਤਾਬਕ ਤੇ ਉਹਨਾਂ ਦੇ ਹਿੱਤ 'ਚ ਹੋਣ ਲੱਗ ਗਿਆ। ਮਤਲਬ ਸ਼੍ਰੀ ਰਾਮ ਵਰਗੇ ਮਰਜ਼ਾਦਾ ਪੁਰਸ਼ੋਤਮ ਨੂੰ ਵੀ, ਜਿਨ੍ਹਾਂ ਨੂੰ ਭਗਵਾਨ ਰਾਮ ਵੀ ਆਪਾਂ ਆਖਦੇ ਹਾਂ ਸਤਿਕਾਰਤ ਤੌਰ ਤੇ, ਉਹਨਾਂ ਨੂੰ ਵੀ ਰੱਬ ਦਾ ਨਾਂ ਲੈਣ ਤੇ ਇੱਕ ਦਲਿਤ ਸ਼ੰਭੂਕ ਦਾ ਕਤਲ ਕਰਨਾ ਪਿਆ। ਉਹਨਾਂ ਨੇ, ਹਾਲਾਂਕਿ ਆਪਾਂ ਸਾਰੇ ਕਹਿੰਦੇ ਕਿ ਰੱਬ ਦਾ ਨਾਂ ਲਓ, ਉਹਨਾਂ ਨੇ ਬ੍ਰਾਹਮਣਾਂ ਨੇ ਜਿਹਨੂੰ ਆਪ ਖੁਦ ਭਗਵਾਨ ਕਹਿੰਦੇ ਆ, ਲੋਕਾਂ ਨੂੰ ਕਹਿੰਦੇ ਭਗਵਾਨ ਮੰਨੋ, ਉਹਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾ ਕੇ ਰਮਾਇਣ ਦੇ ਵਿੱਚ ਦਰਸਾਇਆ। ਉਹ ਜਿਵੇਂ ਉਹਨਾਂ ਦੇ ਹੱਥ 'ਚ ਕਠਪੁਤਲੀ ਹੋਵੇ, ਜਿਹੜਾ ਕਿ ਇੱਕ ਮਰਿਆਦਾ ਪੁਰਸ਼ੋਤਮ ਨਹੀਂ ਹੋ ਸਕਦਾ। ਉਹਨਾਂ ਨੇ ਇਸ ਰੂਪ ਜਿਹੜਾ ਪੇਸ਼ ਕਰ ਦਿੱਤਾ। ਉਸ ਭਗਵਾਨ ਦਾ ਜਿਹੜਾ ਰੁਤਬਾ ਬਹੁਤ ਉੱਚਾ ਹੈ ਕਿ ਮਤਲਬ ਬ੍ਰਾਹਮਣ ਦੇ ਕਹੇ ਤੇ ਇੱਕ ਰੱਬ ਦਾ ਨਾਂ ਲੈਣ ਵਾਲੇ ਦਾ ਜੇ ਉਹ ਕਤਲ ਕਰਦਾ ਤੇ ਫਿਰ ਇਹਦਾ ਮਤਲਬ ਉਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ। ਉਹਦਾ ਸਾਡੇ ਸਮਾਜ ਤੇ ਕੀ ਅਸਰ ਪੈਂਦਾ ਹੈ ਕਿ ਜਦੋਂ ਪੁਰੋਹਿਤਵਾਦ ਪੂਰੀ ਤਰ੍ਹਾਂ ਛਾ ਗਿਆ ਤੇ ਹੇਠਲੀ ਜਨਤਾ ਜਿਹੜੀ ਆ ਉਹ ਪੈਰ ਛੂਹਣ ਜੋਗੀ ਹੀ ਰਹਿ ਗਈ। ਉਹਨਾਂ ਦਾ ਬਾਈਕਾਟ ਹੋ ਗਿਆ। ਦਲਿਤਾਂ ਦੀ, ਸ਼ੂਦਰਾਂ ਦੀ ਐਂਟਰੀ ਬੈਨ ਹੋ ਗਈ। ਉਹਨਾਂ ਨੂੰ ਬਰਾਤ ਨਹੀਂ ਚੜ੍ਹਨ ਦਿੱਤਾ ਜਾਂਦਾ, ਘੋੜੇ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਉਹ ਮਤਲਬ ਸਾਈਕਲ ਤੇ ਚੜ੍ਹ ਕੇ ਨਹੀਂ ਲੰਘ ਸਕਦੇ, ਉਹ ਜੁੱਤੀ ਪਾ ਕੇ ਨਹੀਂ ਲੰਘ ਸਕਦੇ। ਇਸ ਚੀਜ਼ ਨੇ ਲੋਕਾਂ ਨੂੰ ਗਿਆਨ ਤੋਂ ਵਾਂਝਿਆ ਰੱਖਿਆ। ਆਰਥਿਕਤਾ ਤੇ ਬਹੁਤ ਭੈੜਾ ਅਸਰ ਪਿਆ। ਜਿਹੜੇ ਲੜਨ ਜੋਗੇ ਸੀਗੇ ਉਹ ਬਹੁਤ ਥੋੜੇ ਕੁ ਬੰਦੇ ਰਹਿ ਗਏ। ਉਹ ਵੀ ਜੋ ਜਿੰਨੇ ਕੁ ਲੜਨ ਜੋਗੇ ਸੀ ਉਹ ਵੀ ਬ੍ਰਾਹਮਣ ਸਮਾਜ ਦੇ, ਪੁਰੋਹਿਤ ਸਮਾਜ ਦੇ ਗੁਲਾਮ ਸੀਗੇ। ਇਸੇ ਕਰਕੇ ਬਾਹਰੀ ਹਮਲਾਵਰ ਭਾਰੂ ਹੋ ਗਏ ਕਿ ਪੂਰੀ ਤਰ੍ਹਾਂ ਵਾਗਡੋਰ ਜਿਹੜੀ ਆ ਇੱਕ ਪੁਜਾਰੀ ਦੇ ਹੱਥ 'ਚ ਆ ਗਈ। ਤੇ ਜਦੋਂ ਵੀ ਵਾਗਡੋਰ ਕਿਸੇ ਵੀ ਸਮਾਜ ਦੇ ਵਿੱਚ, ਪੂਰੇ ਇਤਿਹਾਸ ਦੇਖ ਲਓ ਸਾਰੇ ਵਰਲਡ ਦਾ, ਹਰ ਧਰਮ ਦਾ ਨਾਸ ਪੁਰੋਹਿਤਵਾਦ ਨੇ ਮਾਰਿਆ। ਜਦੋਂ ਵੀ ਪੁਰੋਹਿਤਵਾਦ ਦੇ ਅੰਡਰ ਰਾਜਾ ਆ ਗਿਆ ਉਦੋਂ ਉੱਥੇ ਕੁਝ ਨਹੀਂ ਬਚਿਆ। ਉਹ ਪੂਰੀ ਤਰ੍ਹਾਂ ਸਮਾਜ ਦਾ ਗੁਲਾਮ ਹੋ ਗਿਆ। ਬ੍ਰਾਹਮਣ ਦੇ ਇਸ ਫਲਸਫੇ ਦੇ ਨਾਲ ਜਨਤਾ ਕਮਜ਼ੋਰ ਹੋ ਗਈ। ਜਦੋਂ ਮੁਗਲ ਆਏ
ਹਜ਼ਾਰ ਸਦੀ ਕੋਈ ਲੜਨ 10ਵੀਂ ਜੋਗਾ ਸਦੀ ਨਹੀਂ 'ਚ ਕੋਈ ਲੜਨ ਜੋਗਾ ਨਿਰਬਲ ਸੀ। ਉਹਨਾਂ ਨੇ ਮੰਦਰਾਂ ਨੂੰ ਲੁੱਟਿਆ, ਹਾਂ ਉਹਨਾਂ ਨੇ ਸਾਡੇ ਫਲਸਫੇ ਦਾ ਘਾਣ ਕੀਤਾ। ਮਤਲਬ ਜੇ ਬਾਹਰੀ ਹਮਲਾਵਰਾਂ ਨੂੰ ਦੋਸ਼ ਦੇਣ ਦੇ ਨਾਲੋਂ ਮੈਂ ਕਹਿੰਦਾ ਸਾਡਾ ਇਹ ਪੁਜਾਰੀ ਵਰਗ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਭਾਰਤੀਆਂ ਦੀ ਮਾਨਸਿਕਤਾ ਨੂੰ ਮਨਫੀ ਕਰ ਦਿੱਤਾ, ਕਮਜ਼ੋਰ ਕਰ ਦਿੱਤਾ। ਬਿਲਕੁਲ ਸਾਡੇ ਪੁਜਾਰੀ ਵਰਗ ਜਿਹੜਾ, ਹਰ ਧਰਮ ਦਾ ਪੁਜਾਰੀ ਵਰਗ ਇਸ ਗੱਲ ਲਈ, ਪੁਰੋਹਿਤ ਵਰਗ ਜਿਹੜਾ ਹੈ ਉਹ ਜ਼ਿੰਮੇਵਾਰ ਆ ਹਰੇਕ ਦੇਸ਼ ਦੀ ਮਾਨਸਿਕਤਾ ਗੁਲਾਮ ਕਰਨ ਲਈ, ਉਹਨੂੰ ਕਮਜ਼ੋਰ ਕਰਨ ਲਈ। ਯੂਰਪ ਵਾਲਿਆਂ ਨੇ ਇਹਦੇ ਤੋਂ ਬਹੁਤ ਸਾਲ ਪਹਿਲਾਂ ਛੁਟਕਾਰਾ ਪਾ ਲਿਆ, ਇਸ ਕਰਕੇ ਉਹ ਸਾਡੇ ਨਾਲੋਂ ਵਿਗਿਆਨਕ ਤੌਰ ਤੇ ਅੱਗੇ ਨਿਕਲ ਗਏ। ਦੂਸਰਾ ਪੱਖ ਦੇਖੋ, ਪੰਜਾਬ ਜਾਂ ਹੋਰ ਖਿੱਤਿਆਂ ਦੇ ਵਿੱਚ ਜਦੋਂ ਮੁਗਲ ਆਏ, ਇਹਨਾਂ ਨੇ ਕੁਝ ਲੋਕਾਂ ਨੂੰ ਜਬਰੀ ਇਸਲਾਮ ਧਰਮ 'ਚ ਲਿਆਂਦਾ, ਕਸ਼ਮੀਰੀ ਪੰਡਤਾਂ ਦੀ ਗੱਲ ਹੋਵੇ ਜਾਂ, ਪਰ ਯੂਪੀ 'ਚ ਇਹ ਜ਼ਿਕਰ ਨਹੀਂ ਆਉਂਦਾ। ਯੂਪੀ 'ਚ ਜਿਹੜੇ ਮੁਸਲਿਮ ਫਕੀਰ ਹੁੰਦੇ ਨੇ, ਭਾਵੇਂ ਬਖਤਿਆਰ ਕਾਕੀ ਹੈ ਜਾਂ ਅਜਮੇਰ ਸ਼ਰੀਫ ਵਾਲੇ ਨੇ, ਮੁਸਲਿਮ ਸੂਫੀਆਂ ਦੇ ਪ੍ਰਭਾਵ 'ਚ ਵੀ ਆ ਕੇ ਬਹੁਤ ਸਾਰੇ ਜਿਹੜੇ ਦਲਿਤ ਸੀ, ਜਿਹੜੇ ਬ੍ਰਾਹਮਣ ਸਮਾਜ ਵੱਲੋਂ ਦੁਰਕਾਰੇ ਨਕਾਰੇ ਸੀ, ਉਹ ਫਿਰ ਆਪਣੇ ਆਪ ਨੂੰ ਉਹਨਾਂ ਨੇ ਇਸਲਾਮ 'ਚ ਕਨਵਰਟ ਕਰ ਲਿਆ। ਜਿਵੇਂ ਸਿੱਖੀ ਦੇ ਵਿੱਚ ਜਦੋਂ ਕੁਝ ਲੋਕਾਂ ਨੇ ਅਖੌਤੀ ਜਾਤ ਦੇ ਨਾਂ ਤੇ, ਉੱਚ ਜਾਤ ਦੇ ਨਾਂ ਤੇ ਨੀਵੀਂ ਜਾਤ ਵਾਲਿਆਂ ਨਾਲ ਦਰੈਂਤ ਕੀਤੀ, ਉਹਨਾਂ ਨੂੰ ਗੁਰੂ ਘਰਾਂ 'ਚ ਨਿੰਦਿਆ, ਤਾਂ ਉਹ ਡੇਰਾਵਾਦੀ ਭੈਣ ਚੜੇ। ਇਸ ਕਰਕੇ ਇਸਲਾਮ ਦੇ ਇੰਡੀਆ 'ਚ ਪਣਪਣ ਦਾ ਕਾਰਨ ਵੀ ਕਿਤੇ ਨਾ ਕਿਤੇ ਬ੍ਰਾਹਮਣ ਦੀਆਂ ਕਮਜ਼ੋਰੀਆਂ। ਸਭ ਤੋਂ ਵੱਡਾ ਕਾਰਨ ਬ੍ਰਾਹਮਣਵਾਦ ਸੀ, ਪੁਰੋਹਿਤਵਾਦ ਸੀ। ਬਾਕੀ ਜਿਹੜੀ ਜਨਤਾ ਨੂੰ, ਗਰੀਬ ਜਨਤਾ ਨੂੰ ਨਫ਼ਰਤ ਕੀਤੀ ਜਾਂਦੀ ਸੀ। ਇਸਲਾਮ ਇੱਥੇ ਨਹੀਂ ਸੀ ਪਣਪ ਸਕਦਾ ਜੇ ਇਹ ਹਾਲਾਤ ਨਾ ਹੁੰਦੇ। ਧੱਕੇ ਨਾਲ ਬਣਾਏ ਗਏ ਬਹੁਤ ਥੋੜੇ ਬੰਦੇ ਆ, ਗਿਣਤੀ ਦੇ ਬੰਦੇ ਹੋਣਗੇ। ਆਪਾਂ ਵੇਖਦੇ ਹਾਂ ਜ਼ਿਆਦਾਤਰ ਗਰੀਬ ਜਨਤਾ ਜਿਹੜੀ ਸੀ, ਜਿਨ੍ਹਾਂ ਨੂੰ ਦਲਿਤ ਸ਼ੂਦਰ ਮੰਨਿਆ ਜਾਂਦਾ ਸੀ, ਉਹ ਲੋਕ ਕਨਵਰਟ ਹੋਏ, ਕਿਉਂਕਿ ਇਧਰ ਉਹਨਾਂ ਨੂੰ ਇਹ ਹੱਦ ਤੱਕ ਨਫ਼ਰਤ ਸੀ ਵੀ ਤੂੰ ਨੇੜੇ ਉਹਨਾਂ ਦੀ ਨਹੀਂ ਲੰਘ ਸਕਦਾ, ਤੇਰੀ ਹਵਾ ਮੈਨੂੰ ਨਹੀਂ ਛੂਣੀ ਚਾਹੀਦੀ, ਤੇਰੇ ਪਿੱਛੇ ਛੱਜ ਵੱਜਿਆ ਹੋਵੇ, ਤੇਰੇ ਹੱਥ 'ਚ ਲੰਮਾ ਡੰਡਾ ਹੋਵੇ, ਮੈਨੂੰ ਦੂਰੋਂ ਪਤਾ ਲੱਗੇ ਬਈ ਤੂੰ ਸ਼ੂਦਰ ਆ। ਜਦੋਂ ਦੂਜੇ ਪਾਸੇ ਇੱਕ ਬੰਦਾ ਕਹਿ ਰਿਹਾ ਵੀ ਆ ਜਾ ਆਪਾਂ ਬਹਿ ਕੇ ਰੋਟੀ ਖਾਂਦੇ ਆ, ਆਪਾਂ ਇਕੱਠੇ ਬਹਿੰਦੇ ਹਾਂ, ਕਿਉਂਕਿ ਇਸਲਾਮ ਧਰਮ ਦੇ ਵਿੱਚ, ਇਸਲਾਮ ਧਰਮ 'ਚ ਜਾਤ ਪਾਤ ਨਹੀਂ ਸੀ ਹੈਗਾ, ਇਸ ਕਰਕੇ ਲੋਕ ਜਿਹੜੇ ਸੀ ਉਧਰ ਨੂੰ ਖਿੱਚੇ ਗਏ। ਦੂਜੇ ਆਰਥਿਕ ਤੇ ਰਾਜਸੀ ਤੌਰ ਤੇ ਵੀ ਫਾਇਦਾ ਮਿਲਦਾ ਸੀ। ਨੈਚੁਰਲੀ ਸੀ ਗਰੀਬ ਬੰਦਾ ਜਿਹੜਾ ਤੰਗ ਆ। ਇਹੀ ਹਾਲਾਤ ਗੁਰੂ ਨਾਨਕ ਵੇਲੇ ਸੀਗੇ, ਜਦੋਂ ਗਰੀਬ ਜਨਤਾ ਜਿਹੜੀ ਉਹ ਤੰਗ ਸੀਗੀ, ਤੇ ਜਦੋਂ ਉਹਨਾਂ ਨੇ ਸਾਰਿਆਂ ਦੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਤੇ ਲੋਕ ਫਟਾਫਟ, ਮਤਲਬ ਭਾਰਤ ਦੀ ਜਿਹੜੀ ਗੁਲਾਮੀ ਮੁਗਲਾਂ ਦੇ ਥਰੂ ਆਈ, ਸਾਡੇ ਕਲਚਰ ਧਰਮ ਦਾ ਜੋ ਘਾਣ ਹੋਇਆ, ਉਹਦਾ ਕਾਰਨ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਗੁਲਾਮੀ ਲਿਆਉਣ ਦਾ ਕਾਰਨ ਇਹ ਬ੍ਰਾਹਮਣਵਾਦ ਵੀ ਸੀ। ਕਿਉਂਕਿ ਜਦੋਂ ਰਾਜਾ ਪੋਰਸ ਤੇ ਸਿਕੰਦਰ ਦੀ ਲੜਾਈ ਹੁੰਦੀ ਹੈ, ਉਦੋਂ ਵੀ ਤਕਸ਼ਲਾ ਦਾ ਰਾਜਾ ਵੀ ਸੀ ਜਿਹੜਾ, ਉਹਨਾਂ ਨੇ ਮਤਲਬ ਸਿਕੰਦਰ ਨੂੰ ਸੱਦਾ ਦਿੱਤਾ। ਪੋਰਸ ਦੇ ਨਾਲ ਚਾਣਕਿਆ ਨੇ ਅੱਗੇ ਜਾ ਕੇ ਕੀ ਕੀਤਾ, ਜਿਹਨੂੰ ਅਸੀਂ ਚਾਣਕਿਆ ਨੀਤੀ ਕਹਿੰਦੇ ਆ, ਉੱਘਾ ਅਰਥ ਸ਼ਾਸਤਰੀ ਕਹਿੰਦੇ ਆ, ਚਾਣਕਿਆ ਨੇ ਕੀ ਕੀਤਾ ਪੋਰਸ ਦੇ ਵੰਸ਼ਜਾਂ ਦੇ ਨਾਲ, ਉਹਦਾ ਖਾਤਮਾ ਕੀਤਾ। ਹਾਲਾਂਕਿ ਐਡਾ ਬਾਹੂਬਲੀ ਰਾਜਾ ਸੀ। ਇਸ ਕਰਕੇ ਬਾਹਰੀ ਹਮਲਾਵਰਾਂ ਨੂੰ ਜੇ ਅਸੀਂ ਜ਼ਿੰਮੇਵਾਰ ਠਹਿਰਾਉਂਦੇ ਆ, ਉਹਦੇ ਲਈ ਸਾਡਾ ਪੁਜਾਰੀ ਬ੍ਰਾਹਮਣ ਵੀ ਜ਼ਿੰਮੇਵਾਰ ਹੈ। ਮੁਸਲਮਾਨਾਂ ਦੇ ਨਾਲ ਗੁਲਾਮੀ ਨਹੀਂ ਆਈ, ਗੁਲਾਮੀ ਸਾਡੇ ਕੋਲ ਪਹਿਲਾਂ ਹੀ ਸੀ ਜੀ। ਉਹ ਤਾਂ ਹਮਲਾਵਰ ਹੋ ਕੇ ਆਏ ਤੇ ਅਸੀਂ ਲੜ ਭਿੜ ਰਹੇ ਸੀ, ਤੇ ਉਹ ਚੁੱਪ ਕਰਕੇ ਕਾਬਜ ਹੋ ਗਏ। ਸੋ ਆਜ਼ਾਦ ਭਾਰਤ ਤੋਂ ਗੁਲਾਮ ਭਾਰਤ ਕਿਵੇਂ ਬਣਿਆ, ਇਸ ਦੇ ਲਈ ਕੁਝ ਪੁਜਾਰੀ ਵੀ ਇਸ ਦੇ ਵਿੱਚ ਜ਼ਿੰਮੇਵਾਰ ਹੈ। ਸੋ ਬਹੁਤ ਬਹੁਤ ਧੰਨਵਾਦ ਸਰਬਜੀਤ ਉਖਲਾ ਜੀ, ਤੁਸੀਂ ਜਾਣਕਾਰੀਆਂ ਦਿੱਤੀਆਂ। ਸੋ ਇਸ ਦਾ ਮਕਸਦ ਜਿਹੜਾ ਹੈ ਕਿਸੇ ਧਰਮ ਦੇ ਬਾਰੇ ਕੋਈ ਗਲਤ ਗੱਲ ਨਹੀਂ ਹੈ, ਬਲਕਿ ਧਰਮ ਦੀ ਆੜ ਦੇ ਵਿੱਚ ਕਿਵੇਂ ਕੁਝ ਲੋਕ, ਕੁਝ ਪੁਜਾਰੀ, ਖਾਸ ਕਰਕੇ ਬ੍ਰਾਹਮਣਵਾਦ, ਸਾਰੀ ਬ੍ਰਾਹਮਣ ਕਮਿਊਨਿਟੀ ਨਹੀਂ, ਜਿਹੜਾ ਪੁਜਾਰੀ ਹੈ ਉਸ ਨੇ ਕਿਵੇਂ ਸ਼੍ਰੀ ਰਾਮ ਨੂੰ ਵੀ ਕਈ ਗੱਲਾਂ ਦੇ ਰਾਹੀਂ ਆਪਣੇ ਸ਼ਬਦ ਜਾਲ ਦੇ ਵਿੱਚ ਜਾਂ ਆਪਣੀ ਫਲਸਫੇ ਦੇ ਵਿੱਚ ਭਰਮਾ ਕੇ ਉਹਨਾਂ ਤੋਂ ਵੀ ਸ਼ੰਭੂਕ ਵਰਗੇ ਰਿਸ਼ੀਆਂ ਦਾ ਕਤਲ ਕਰਾਇਆ, ਜਿਹੜੇ ਰੱਬ ਦਾ ਨਾਮ ਲੈਂਦੇ ਸੀ। ਇਸ ਕਰਕੇ ਆਸਥਾ ਤੇ ਸਵਾਲ ਨਹੀਂ, ਬਲਕਿ ਸਵਾਲ ਉਸ ਪੁਜਾਰੀ ਦੇ ਦੰਭ ਤੇ ਹੈ, ਉਸ ਨੇ ਜੋ ਇਹ ਗੁੰਮਰਾਹ ਕਰਨ ਦੇ ਵਿੱਚ ਜੋ ਛੜਯੰਤਰ ਰਚਿਆ, ਉਸ ਦਾ ਖਮਿਆਜਾ ਭਾਰਤ ਨੂੰ ਗੁਲਾਮੀ ਦੇ ਤੌਰ ਤੇ ਵੀ ਜਿਹੜਾ ਭੁਗਤਣਾ ਪੈ ਰਿਹਾ। ਇਸ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਸੋ ਇਸ ਦੇ ਨਾਲ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਦਿਓ ਆ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।